ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਮੈਂ ਔਰ ਡਾਕਟਰ ਅਮਰ ਸਿੰਘ ਆਜ਼ਾਦ ਤੇ ਇੱਕ ਵਾਰ ਫੇਰ ਅਸੀਂ ਇੱਕ ਨਵੀਂ ਵਿਚਾਰ ਚਰਚਾ ਦੇ ਨਾਲ ਤੁਹਾਡੇ ਰੂਬਰੂ ਹੋਏ ਹਾਂ ਤੇ ਅੱਜ ਬੀ ਯੂਰ ਓਨ ਡਾਕਟਰ ਦਾ ਐਪੀਸੋਡ ਨੰਬਰ 19ਵਾਂ ਹੈ। ਆਪਣੇ ਡਾਕਟਰ ਆਪ ਬਣੋ, ਲੜੀਵਾਰ ਨੰਬਰ 19। ਇਹਦੇ ਵਿੱਚ ਅਸੀਂ ਪਿਛਲੇ ਐਪੀਸੋਡ ਦੇ ਉਹਦੇ ਵਿਚਾਰ ਚਰਚਾ ਨੂੰ ਹੀ ਅਸੀਂ ਅੱਗੇ ਵਧਾਵਾਂਗੇ, ਜਿਹਦੇ ਵਿੱਚ ਅਸੀਂ ਵਿਚਾਰ ਚਰਚਾ ਕੀਤੀ ਸੀ ਵੀ ਕਿਹੜੇ ਖਾਣੇ ਸਾਨੂੰ ਖਾਣੇ ਚਾਹੀਦੇ ਨੇ ਅਤੇ ਕਿਹੜੇ ਖਾਣਿਆਂ ਨੂੰ ਖਾਣਿਆਂ ਤੋਂ ਸਾਨੂੰ ਦੂਰ ਰਹਿਣਾ ਚਾਹੀਦਾ। ਉਹਦੇ ਵਿੱਚ ਮਿਲਟਸ ਵੀ ਆ ਗਏ ਸੀ, ਉਹਦੇ 'ਚ ਕਿਹੜੇ ਖਾਣੇ ਨਹੀਂ ਖਾਣੇ ਸੀ ਉਹਦੇ 'ਚ ਦੱਸਤਾ ਸੀ ਡਾਕਟਰ ਸਾਹਿਬ ਨੇ, ਅਤੇ ਨਾਲ ਇਹ ਦੱਸਿਆ ਸੀ ਵੀ ਮਿਲਟਸ ਜਿਹੜੇ ਨੇ ਉਹ ਕਿਸ ਤਰੀਕੇ ਦੇ ਨਾਲ ਕੰਮ ਕਰਦੇ ਨੇ ਬੋਡੀ ਦੇ ਅੰਦਰ ਜਾ ਕੇ, ਹੋਰ ਕਿਹੜੇ ਖਾਣੇ ਨੇ ਜਿਹੜੇ ਸਾਨੂੰ ਖਾਣੇ ਚਾਹੀਦੇ ਨੇ ਅਤੇ ਕਿਹਨਾਂ ਤੋਂ ਸਾਨੂੰ ਬਚਣਾ ਚਾਹੀਦਾ। ਅੱਜ ਅਸੀਂ ਚਰਚਾ ਨੂੰ ਅੱਗੇ ਵਧਾਉਂਦੇ ਹਾਂ। ਇਹਦੇ ਵਿੱਚ ਆ ਜਾਣਗੇ ਮਿਨਰਲਸ, ਇਹਦੇ ਵਿੱਚ ਆ ਜਾਣਗੇ ਵਾਈਟਾਮਿਨਸ, ਇਹਦੇ 'ਚ ਆ ਜਾਣ ਪ੍ਰੋਟੀਨ, ਕਾਰਬੋਹਾਈਡਰੇਟਸ ਜਾਂ ਜਿਹੜੀਆਂ ਚੀਜ਼ਾਂ ਹੋਰ ਨੇ। ਕਈ ਅਜਿਹੀਆਂ ਚੀਜ਼ਾਂ ਨੇ ਜਿਹੜੀਆਂ ਤੋਂ ਆਪਾਂ ਕਾਫੀ ਡਰ ਜਾਂਦੇ ਹਾਂ ਵੀ ਇਹ ਤਾਂ ਕੰਮ ਖਰਾਬ ਕਰ ਦੇਗੀ, ਫੈਟਸ ਜਿਸ ਤਰ੍ਹਾਂ ਹੋ ਗਏ, ਹੋਰ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਸ ਤਰ੍ਹਾਂ ਆਪਾਂ ਡਰਦੇ ਹਾਂ। ਕੀ ਆਪਾਂ ਨੂੰ ਉਹਨਾਂ ਤੋਂ ਡਰਨ ਦੀ ਲੋੜ ਹੈ? ਕੀ ਆਪਾਂ ਨੂੰ ਵੱਧ ਪ੍ਰੋਟੀਨ ਖਾਵਾਂਗੇ ਅਤੇ ਉਹਦੇ ਨਾਲ ਆਪਣੀ ਸਰੀਰ ਦੇ ਵਿੱਚ ਜ਼ਿਆਦਾ ਕੁਛ ਆ ਜਾਏਗਾ, ਜਾਂ ਜੇ ਘੱਟ ਜਾਏਗਾ ਸਰੀਰ ਦੇ ਵਿੱਚ ਅਤੇ ਉਹਦਾ ਨੁਕਸਾਨ ਕੀ ਹੋਏਗਾ? ਆਪਾਂ ਡਾਕਟਰ ਅਮਰ ਸਿੰਘ ਆਜ਼ਾਦ ਤੋਂ ਜਾਣਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਦੇ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਡਾਕਟਰ ਸਾਹਿਬ, ਪਿਛਲੀ ਵਿਚਾਰ ਚਰਚਾ ਨੂੰ ਅੱਗੇ ਵਧਾਈਏ। ਵਾਈਟਾਮਿਨ, ਮਿਨਰਲ, ਪ੍ਰੋਟੀਨ, ਕਾਰਬੋਹਾਈਡਰੇਟਸ, ਫੈਟਸ ਅਤੇ ਕੁਝ ਹੋਰ ਜਿਹੜੇ ਬੋਡੀ ਦੇ ਬਿਲਡਿੰਗ ਸਟਰਕਚਰ ਦੇ ਵਿੱਚ ਬੇਹੱਦ ਸਹਾਈ ਨੇ। ਇਹਦੇ ਵਿੱਚ ਆਪਣਾ ਉਹ ਵੀ ਆ ਜਾਣਗੇ, ਜਿਹੜੇ ਕੁਛ ਹੋਰ ਇਹੋ ਜਿਹੇ ਚੀਜ਼ਾਂ ਵੀ ਨੇ ਜਿਹੜੀਆਂ ਅੰਦਰੋਂ ਆਪਾਂ ਨੂੰ ਬਹੁਤ ਜ਼ਰੂਰੀ ਨੇ, ਅਮੀਨੋ ਐਸਿਡ ਵਗੈਰਾ ਵੀ ਜਿਸ ਤਰ੍ਹਾਂ ਹੋਣਗੇ। ਤਾਂ ਸਭ ਤੋਂ ਜ਼ਰੂਰੀ ਜਿਹੜਾ ਤੁਸੀਂ ਆਪਾਂ ਇੱਕ ਵਾਰੀ ਪਹਿਲਾਂ ਵੀ ਵੀਡੀਓ ਵਿੱਚ ਗੱਲ ਕੀਤੀ ਸੀ, ਸਭ ਤੋਂ ਜ਼ਰੂਰੀ ਜਿਹੜਾ ਹੈਗਾ ਬੋਡੀ ਵਾਸਤੇ ਹੈਗਾ ਉਹ ਪ੍ਰੋਟੀਨਸ ਨੇ। ਪ੍ਰੋਟੀਨਸ ਨੇ, ਕੈਲਸ਼ੀਅਮ ਹੈਗਾ, ਇਹ ਚੀਜ਼ਾਂ ਜਿਹੜੀਆਂ ਨੇ ਬਹੁਤ ਜ਼ਰੂਰੀ। ਵਿਟਾਮਿਨਸ ਹੈਗੇ। ਕਿਹੜੇ ਪੁਆਇੰਟ ਤੋਂ ਸ਼ੁਰੂ ਕਰਨ ਜਾ ਰਹੇ ਹੋ ਅਤੇ ਕਿੱਦਾਂ ਆਪਾਂ ਪਬਲਿਕ ਨੂੰ ਇਹ ਸਮਝਾਈਏ ਵੀ ਐਕਸੈਸ ਲੈਣਾ ਤਾਂ ਕਿੰਨਾ ਫਾਇਦਾ ਹੋਏਗਾ, ਕਿੱਦਾਂ ਨੁਕਸਾਨ ਹੋਏਗਾ, ਅਤੇ ਘੱਟ ਜਾਏਗਾ ਤਾਂ ਕਿੱਦਾਂ ਨੁਕਸਾਨ ਹੋਏਗਾ? ਕੁਲਵੰਤ ਜੀ, ਜਿਹੜਾ ਇਹ ਆਪਾਂ ਜਦੋਂ ਇੱਦਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਨਾ ਕਿ ਫੂਡ ਜਿਹੜਾ ਉਹ ਕਾਰਬੋਹਾਈਡਰੇਟਸ ਹੈ, ਪ੍ਰੋਟੀਨਸ ਹੈ ਅਤੇ ਫੈਟਸ ਹੈ, ਤਿੰਨ ਵੱਡੇ ਉਹਦੇ ਅੰਗ ਨੇ। ਅਤੇ ਅੱਗੇ ਮਿਨਰਲਸ ਚੌਥੇ ਨੰਬਰ 'ਤੇ। ਅਗਰ ਮਿਨਰਲ 'ਚੋਂ ਆਉਂਦਾ ਤਾਂ ਕੈਲਸ਼ੀਅਮ ਬਹੁਤ ਜ਼ਿਆਦਾ ਹੁੰਦਾ, ਅਦਰਵਾਈਜ਼ ਬਾਕੀ ਬਹੁਤ ਥੋੜ੍ਹੀ ਮਾਤਰਾ 'ਚ ਹੁੰਦੇ ਆ ਮਿਨਰਲਸ ਅਤੇ ਵਾਈਟਾਮਿਨਸ। ਦੋ ਤਿੰਨ ਗੱਲਾਂ ਇਹਦੇ 'ਚ ਜਿਹੜੀਆਂ ਨੇ ਉਹ ਠੀਕ ਕਰਨ ਵਾਲੀਆਂ ਨੇ, ਕਿਉਂਕਿ ਇਹ ਬੜਾ ਪੁਰਾਤਨ ਕਿਸਮ ਦਾ ਪੁਰਾਣੇ ਕਿਸਮ ਦਾ ਤਰੀਕਾ ਚੀਜ਼ਾਂ ਨੂੰ ਸਮਝਣ ਦਾ। ਇੱਕ ਤਾਂ ਇਹਨੂੰ ਤੋੜ ਕੇ ਦੇਖਣਾ, ਕਿਉਂਕਿ ਖੁਰਾਕ ਜਿੱਥੇ ਵੀ ਖੁਰਾਕ ਹੈ ਕੀ ਹੈ? ਖੁਰਾਕ ਭੋਜਨ ਲੜੀ ਹੈ। ਭੋਜਨ ਲੜੀ ਜਿਹੜੀ ਹੈ ਉਹ ਸ਼ੁਰੂ ਕਿੱਥੋਂ ਹੁੰਦੀ ਹੈ? ਪੌਦਿਆਂ ਤੋਂ ਸ਼ੁਰੂ ਹੁੰਦੀ ਹੈ। ਕੁਦਰਤ ਨੇ, ਪਰਮਾਤਮਾ ਨੇ ਪੌਦਿਆਂ ਨੂੰ ਉਹ ਸ਼ਕਤੀ ਬਖਸ਼ੀ ਹੈ ਕਿ ਉਹ ਭੋਜਨ ਬਣਾ ਲੈਂਦੇ ਆ। ਜਾਨਵਰਾਂ ਨੂੰ ਸ਼ਕਤੀ ਨਹੀਂ ਬਖਸ਼ੀ। ਜਾਨਵਰ ਉਸ ਭੋਜਨ ਨੂੰ ਥੋੜ੍ਹਾ ਬਹੁਤਾ ਮੋਡੀਫਾਈ ਤਾਂ ਕਰ ਸਕਦੇ ਆ ਆਪਣੇ ਸਿਸਟਮ 'ਚ ਜਾ ਕੇ। ਗਾਵਾਂ ਮੱਝਾਂ ਨੇ ਉਹ ਹੋਰ ਤਰ੍ਹਾਂ ਮੋਡੀਫਾਈ ਕਰਦੀਆਂ ਨੇ, ਸਾਡੀ ਅੰਤੜੀਆਂ 'ਚ ਹੋਰ ਤਰ੍ਹਾਂ ਮੋਡੀਫਿਕੇਸ਼ਨ ਹੁੰਦੀ ਹੈ, ਲੇਕਿਨ ਉਹਨੂੰ ਬਣਾ ਨਹੀਂ ਸਕਦੀਆਂ। ਸਿਰਫ ਪੌਦੇ ਜਿੱਥੇ ਹਰਾਪਣ ਹੈ, ਐਲਗੀ ਤੋਂ ਲੈ ਕੇ ਵੱਡੇ ਦਰਖਤਾਂ ਤੱਕ, ਉਹ ਪੌਦੇ ਖੁਰਾਕ ਬਣਾ ਸਕਦੇ ਆ। ਉੱਥੋਂ ਫਿਰ ਭੋਜਨ ਲੜੀ ਸ਼ੁਰੂ ਹੁੰਦੀ ਹੈ, ਅਤੇ ਭੋਜਨ ਲੜੀ ਸ਼ੁਰੂ ਹੋ ਕੇ ਅੱਗੇ ਫਿਰ ਇੱਕ ਤੋਂ ਬਾਅਦ ਇੱਕ ਚਲੀ ਜਾਂਦੀ ਹੈ। ਭੋਜਨ ਲੜੀ ਦੇ ਵਿੱਚ ਕੋਈ ਵੀ ਜੀਵ ਹੈ, ਚਾਹੇ ਉਹ ਪੌਦੇ ਹੈ ਅਤੇ ਚਾਹੇ ਉਹ ਜਾਨਵਰ ਹੈ, ਉਹ ਸਾਰਾ ਕੁਝ ਰਲਾ ਕੇ ਹੀ ਬਣਿਆ ਹੁੰਦਾ ਉਹ, ਅਤੇ ਖਾਣਾ ਅਸੀਂ ਉੱਦਾਂ ਹੀ ਆ ਉਹਨੂੰ। ਸੋ ਸਾਨੂੰ ਖਾਣ ਲੱਗਿਆਂ ਸੋਚਣ ਦੀ ਲੋੜ ਨਹੀਂ, ਸਿਰਫ ਸਮਝਣ ਵਾਸਤੇ ਅਲੱਗ-ਅਲੱਗ ਸੋਚਣ ਦੀ ਲੋੜ ਪੈਂਦੀ ਹੈ। ਜਦੋਂ ਅਸੀਂ ਭੋਜਨ ਲੜੀ ਦਾ ਹਿੱਸਾ ਬਣ ਗਏ, ਜਦੋਂ ਅਸੀਂ ਪੌਦੇ ਖਾ ਰਹੇ ਹਾਂ ਭਾਂਤ ਦੇ, ਅਸੀਂ ਵਿੱਚ ਕੁਛ ਐਨੀਮਲ ਦੀਆਂ ਚੀਜ਼ਾਂ ਵੀ ਖਾ ਰਹੇ ਹਾਂ, ਤਾਂ ਸਾਨੂੰ ਸੋਚਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਉਹ ਵੀ ਇਸੇ ਚੀਜ਼ ਦੇ ਬਣੇ ਹੋਏ ਆ। ਜੋ ਕਾਰਬੋਹਾਈਡਰੇਟਸ, ਫੈਟਸ ਅਤੇ ਪ੍ਰੋਟੀਨਸ ਨੇ ਉਹ ਉਹਨਾਂ ਦੇ ਸਰੀਰ 'ਚ ਵੀ ਹੈਗੇ ਆ, ਜੋ ਅਸੀਂ ਖਾ ਰਹੇ ਹਾਂ। ਜੋ ਵਾਈਟਾਮਿਨ ਅਤੇ ਮਿਨਰਲ ਸਾਡੇ 'ਚ ਲੱਗਣੇ ਉਹ ਉਹਨਾਂ 'ਚ ਵੀ ਹੈਗੇ ਆ। ਇਸ ਕਰਕੇ ਬਹੁਤੀ ਚਿੰਤਾ ਦੀ ਲੋੜ ਨਹੀਂ ਹੁੰਦੀ ਵੀ ਫਲਾਂ ਵਾਈਟਾਮਿਨ ਕਿੱਥੋਂ ਆਏਗਾ, ਫਲਾਂ ਕਿੱਥੋਂ ਆਏਗਾ। ਜੇ ਵੈਰਾਇਟੀ ਹੈਗੀ ਹੈ ਫੂਡ ਦੇ ਅੰਦਰ, ਤਾਂ ਇੱਕ 'ਚੋਂ ਕੋਈ ਚੀਜ਼ ਆ ਜਾਏਗੀ ਜ਼ਿਆਦਾ, ਇੱਕ 'ਚੋਂ ਦੂਜੀ 'ਚ ਉਹ ਆ ਜਾਏਗੀ, ਤੀਜੀ 'ਚ ਉਹ ਆ ਜਾਏਗੀ, ਚੌਥੀ 'ਚ ਉਹ ਆ ਜਾਏਗੀ। ਸਾਰੀ ਤਾਂ ਜਿਹੜੇ ਸਾਰੇ ਦਿਨ 'ਚ ਆਪਾਂ ਸੋਚੀਏ ਤਾਂ ਆਪਾਂ ਤਾਂ ਖਾ ਜਾਂਦੇ ਘੱਟੋ ਘੱਟ 20-25-30 ਕਿਸਮ ਦੇ ਖਾਣੇ, ਠੀਕ ਹੈ ਨਾ, ਉਸ ਤੋਂ ਵੀ ਜ਼ਿਆਦਾ ਖਾ ਸਕਦੇ ਹਾਂ ਆਪਾਂ। ਸੋ ਵੈਰਾਇਟੀ ਜਿਹੜੀ ਹੈ ਉਹ ਬੜੀ ਇੰਪੋਰਟੈਂਟ ਹੈ, ਕਿ ਜਦੋਂ ਕੁਛ ਖਾਣਾ ਹੈ ਤਾਂ ਮਿਕਸ ਟਾਈਪ ਖਾਣਾ ਹੈ। ਥੋੜ੍ਹੇ ਜਿਹੇ ਫਲ ਵੀ ਖਾਣੇ ਹੈ, ਥੋੜ੍ਹੀਆਂ ਸਬਜ਼ੀਆਂ ਵੀ ਖਾਣੀਆਂ ਨੇ, ਥੋੜ੍ਹਾ ਕੱਚਾ ਵੀ ਖਾਣਾ ਹੈ, ਥੋੜ੍ਹੇ ਪੱਤੇ ਵੀ ਖਾਣੇ ਹੈ, ਥੋੜ੍ਹੇ ਅਨਾਜ ਵੀ ਖਾਣੇ ਹੈ, ਥੋੜ੍ਹੇ ਦਾਲਾਂ ਵੀ ਖਾਣੀਆਂ ਨੇ, ਕੋਈ ਕਿਤੇ ਦੁੱਧ ਦਹੀਂ ਵੀ ਆਪਾਂ ਲੈ ਸਕਦੇ ਹਾਂ, ਕੋਈ ਅੰਡਾ ਮੀਟ ਖਾਣ ਵਾਲੇ ਅੰਡਾ ਮੀਟ ਵੀ ਖਾਂਦੇ ਆ। ਤਾਂ ਇਹ ਸਾਰੇ ਕੁਝ ਦਾ ਜਦੋਂ ਵੈਰਾਇਟੀ ਜਦੋਂ ਮਿਕਸ ਟਾਈਪ ਹੋ ਜਾਂਦਾ ਹੈ, ਜਦੋਂ ਮਿਕਸ ਹੋ ਗਿਆ
ਤਾਂ ਉਹਦੇ 'ਚ ਸਾਰਾ ਕੁਝ ਸੰਤੁਲਿਤ ਹੋ ਜਾਂਦਾ। ਬਸ ਇਹ ਜਿਹੜੀ ਸਮਝਣ ਦਾ ਤਰੀਕਾ ਹੈ ਨਾ ਇਸ ਵਿਗਿਆਨ ਦਾ, ਉਹ ਇਸ ਕਰਕੇ ਹੁੰਦਾ ਕਿ ਇਹਦੇ 'ਚ ਕੋਈ ਇਹਦੀ ਜਿਹੜੀ ਅਨੁਪਾਤ ਹੈ ਉਹਦੇ ਅੰਦਰ ਕੋਈ ਗੜਬੜ ਨਾ ਹੋ ਜੇ, ਕੋਈ ਚੀਜ਼ ਘੱਟ ਨਾ ਰਹਿ ਜੇ ਜਾਂ ਕੋਈ ਚੀਜ਼ ਬਾਹਲੀ ਵੱਧ ਨਾ ਆ ਜੇ, ਉਹ ਗੜਬੜ ਕਰਦੀ ਹੈ ਫਿਰ। ਉਸ ਕਰਕੇ ਅਸੀਂ ਇਹਨੂੰ ਤੋੜ ਕੇ ਦੇਖਦੇ ਹਾਂ। ਅਦਰਵਾਈਜ਼ ਇਹਨੂੰ ਸਾਨੂੰ ਤੋੜ ਕੇ ਦੇਖਣ ਦੀ ਬਹੁਤੀ ਲੋੜ ਨਹੀਂ ਹੈ। ਜਦੋਂ ਮਨੁੱਖ ਕੋਲ ਇਹ ਗਿਆਨ ਨਹੀਂ ਸੀਗਾ ਤੋੜ ਕੇ ਦੇਖਣ ਦਾ, ਫਿਰ ਕਿਹੜਾ ਮਨੁੱਖ ਜਿਉਂਦਾ ਨਹੀਂ ਸੀਗਾ, ਬੜਾ ਸੋਹਣਾ ਸੀ, ਇਹ ਸਿਹਤਮੰਦ ਸੀ, ਰਾਤ ਹੁਣ ਨਾਲੋਂ ਜ਼ਿਆਦਾ ਸਿਹਤਮੰਦ ਸੀ। ਤੇ ਜਾਨਵਰਾਂ ਨੂੰ ਕਿਹੜਾ ਗਿਆਨ ਹੈ? ਜਾਨਵਰਾਂ ਨੂੰ ਕੋਈ ਪਤਾ ਨਹੀਂ ਵਾਈਟਾਮਿਨਸ ਕੀ ਹੁੰਦੇ ਤੇ ਮਿਨਰਲਸ ਕੀ ਹੁੰਦੇ, ਤੇ ਉਹ ਵੀ ਤਾਂ ਬੜੇ ਸੋਹਣੇ ਤੰਦਰੁਸਤ ਨੇ। ਮਤਲਬ ਪੰਗੇਬਾਜ਼ ਤੋਂ ਪੰਗੇਬਾਜ਼ ਜਾਨਵਰ ਬਾਂਦਰ ਹੈ। ਸ਼ੇਰ ਨਾਲ ਵੀ ਪੰਗੇ ਲੈ ਲੈਂਦਾ ਉਹ, ਜਦੋਂ ਮੂਡ 'ਤੇ ਆਇਆ ਹੋਵੇ ਆਪਣੇ। ਤੁਸੀਂ ਵੀਡੀਓ ਦੇਖੀ ਹੋਣਗੇ, ਸ਼ੇਰਾਂ ਨਾਲ ਵੀ ਪੰਗੇ ਲੈਂਦੇ ਆ ਉਹ। ਅਤੇ ਸਟਰੋਂਗ ਤੋਂ ਸਟਰੋਂਗ ਐਨੀਮਲ ਜਿਹੜਾ ਉਹ ਹਾਥੀ ਹੈ, ਉਹਨਾਂ ਨੂੰ ਕੋਈ ਗਿਆਨ ਹੈ ਵੀ ਮੈਂ ਪ੍ਰੋਟੀਨ ਖਾਣੇ ਆ ਅਤੇ ਮੈਂ ਕਾਰਬੋਹਾਈਡਰੇਟ ਖਾਣੇ ਆ ਅਤੇ ਮੈਂ ਕੀ ਖਾਣਾ। ਉਹਨਾਂ ਨੂੰ ਕੁਦਰਤ ਨੇ ਇੱਕ ਸੈਂਸ ਬਖਸ਼ੀ ਹੋਈ ਹੈ। ਉਹਦਾ ਸਰੀਰ 'ਚੋਂ ਅੰਦਰੋਂ ਆਵਾਜ਼ ਆਉਂਦੀ ਹੈ ਜਦੋਂ ਪੌਦੇ ਨੂੰ ਸੁੰਘ ਲੈਂਦੇ ਆ। ਤੁਸੀਂ ਦੇਖੋ ਕਿਆ ਕਮਾਲ ਦੀ ਚੀਜ਼ ਹੈ ਵੀ ਜਦੋਂ ਗਾਂ ਮੱਝ ਚਰਦੀ ਹੈ, ਉਹਨੇ ਕਿਹੜੀ ਚੀਜ਼ ਕਿੰਨੀ ਖਾਣੀ ਹੈ, ਉਹਦੇ ਉੱਥੋਂ ਹੀ ਪਤਾ ਲੱਗ ਜਾਂਦਾ ਉਹਨੂੰ ਅੰਦਰੋਂ ਹੀ ਸੈਂਸ ਆਈ ਜਾਂਦੀ ਹੈ। ਉਹ ਜੇ ਨਿੰਮ ਨੂੰ ਮੂੰਹ ਮਾਰੇਗੀ ਵੀ, ਬੱਕਰੀ ਮੰਨ ਲਓ ਚੱਲ ਰਹੀ ਹੈ, ਉਹ ਨਿੰਮ ਬਹੁਤ ਜ਼ਿਆਦਾ ਨਹੀਂ ਖਾਏਗੀ। ਜੇ ਅੱਖ ਕਿਤੇ ਗਲਤੀ ਨਾਲ ਮੂੰਹ ਮਾਰ ਵੀ ਜਾਏਗੀ ਤਾਂ ਜ਼ਿਆਦਾ ਨਹੀਂ ਖਾਏਗੀ। ਉਹ ਜ਼ਿਆਦਾ ਕੀ ਖਾਏਗੀ? ਪੱਤੇ ਖਾਏਗੀ, ਜਿਹੜੇ ਖਾਣ ਵਾਲੇ ਪੱਤੇ ਆ ਉਹ ਖਾਏਗੀ, ਘਾਹ ਖਾਏਗੀ ਜ਼ਿਆਦਾ। ਜੇ ਕੋਈ ਫਲ ਹੈ ਤਾਂ ਉਹ ਖਾਏ, ਕੁਛ ਉਹ ਫਲ ਫਰੂਟ ਖਾ ਲਏਗੀ। ਤਾਂ ਉਹ ਇਸ ਕਰਕੇ ਉਹ ਕੁਦਰਤ ਨੇ ਇੱਕ ਤੁਹਾਨੂੰ ਸੈਂਸ ਬਖਸ਼ੀ ਹੁੰਦੀ ਹੈ ਕਿ ਅੰਦਰੋਂ ਤੁਹਾਡੇ ਉੱਦਾਂ ਦੀ ਖਾਣ ਚੀਜ਼ ਤੁਹਾਨੂੰ ਸਵਾਦ ਲੱਗਣ ਲੱਗ ਜਾਂਦੀ। ਉਹੀ ਚੀਜ਼ ਤੁਹਾਨੂੰ ਖਿੱਚਦੀ ਹੈ। ਕਾਹਦੇ ਨਾਲ? ਰੰਗ ਤੋਂ ਵੀ ਖਿੱਚਦੀ ਹੈ, ਉਹ ਸਮੈਲ ਤੋਂ ਵੀ ਖਿੱਚਦੀ ਹੈ। ਉਹਦੇ ਅੰਦਰ ਜਿਹੜਾ ਜ਼ਾਇਕਾ ਹੈ, ਜਦੋਂ ਮੂੰਹ ਨੂੰ ਲੱਗਦਾ ਹੈ ਉਹ ਜੀਭ 'ਤੇ, ਤਾਂ ਜੀਭ ਦੇ ਵਿੱਚ ਜੇ ਸਵਾਦ ਆਉਂਦਾ ਹੈ ਉਹ ਵੀ ਇਸ ਕਰਕੇ ਇਹ ਸਾਰੀਆਂ ਗੱਲਾਂ ਜ਼ਰੂਰੀ। ਉਹਨੂੰ ਅਸੀਂ ਕਹਿੰਦੇ ਹਾਂ ਮਾਈਂਡਫੁਲ ਈਟਿੰਗ। ਮਾਈਂਡਫੁਲ ਈਟਿੰਗ ਦਾ ਮਤਲਬ ਇਹ ਹੁੰਦਾ ਕਿ ਖਾਣ ਲੱਗੇ ਕਿਸੇ ਆਸੇ ਪਾਸੇ ਤੁਹਾਡਾ ਧਿਆਨ ਨਹੀਂ ਹੋਣਾ ਚਾਹੀਦਾ। ਸਾਡੇ ਬਜ਼ੁਰਗ ਤੁਸੀਂ ਪੁਰਖੇ ਤੁਸੀਂ ਹੁਣ ਵੀ ਦੇਖਿਆ ਹੋਣਾ, ਫਿਲਮਾਂ ਦੇ ਅੰਦਰ ਅੱਜ ਵੀ ਦਿਖਾਉਂਦੇ ਆ, ਸੀਰੀਅਲਾਂ ਦੇ ਵਿੱਚ ਵੀ ਦਿਖਾਉਂਦੇ ਆ ਕਿ ਜਦੋਂ ਬੈਠਦੇ ਹੁੰਦੇ ਸੀ ਖਾਣੇ 'ਚ ਤਾਂ ਉਹ ਕੋਈ ਇੱਧਰ ਉੱਧਰ ਧਿਆਨ ਨਹੀਂ ਸੀ ਹੁੰਦਾ। ਉਹਦਾ ਪੂਰੀ ਸ਼ਰਧਾ ਨਾਲ ਮੱਥਾ ਟੇਕ ਕੇ ਅਰਦਾਸ ਕਰਕੇ ਫਿਰ ਖਾਂਦੇ ਸੀਗੇ ਔਰ ਪੂਰਾ ਆਨੰਦ ਲੈ ਕੇ ਖਾਂਦੇ ਸੀਗੇ। ਧਿਆਨ ਉੱਥੇ ਹੀ ਹੁੰਦਾ ਸੀਗਾ ਖਾਣ ਵਾਲੀ। ਰਸੋਈ 'ਚ ਬੈਠ ਕੇ ਖਾਂਦੇ ਸੀ, ਉੱਥੇ ਹੀ ਗਰਮ ਜਿਹੜਾ ਹਾਂ ਗਰਮ ਹੁੰਦਾ ਸੀ। ਉਹਦੇ ਅੰਦਰ ਰਸੋਈ ਦੇ ਅੰਦਰ ਉਹ ਇੱਕ ਔਰਾ ਬਣਿਆ ਹੁੰਦਾ ਨਾ, ਔਰਾ ਹੁੰਦੀ ਹੈ। ਉਹ ਜਿਹੜੀਆਂ ਗੈਸਾਂ ਭੋਜਨ 'ਚੋਂ ਨਿਕਲੀਆਂ ਹੁੰਦੀਆਂ ਨੇ, ਜਿਹਦੀ ਸਮੈਲ ਹੁੰਦੀ ਹੈ, ਸਾਰਾ ਕੁਝ ਉੱਥੇ ਮਤਲਬ ਉਹਦਾ ਇਨਵਾਇਰਮੈਂਟ ਹੁੰਦਾ। ਰਸੋਈ ਨੂੰ ਇੱਕ ਮੰਦਰ ਵਾਂਗੂ ਉਹ ਰਿਸਪੈਕਟ ਦਿੰਦੇ। ਬਿਲਕੁਲ, ਜੁੱਤੀ ਨਹੀਂ ਸੀ ਪਾ ਕੇ ਜਾਂਦਾ ਰਸੋਈ ਦੇ ਵਿੱਚ। ਰਸੋਈ ਸਭ ਤੋਂ ਜਿਹੜੀ ਘਰ ਦੀ ਪਵਿੱਤਰ ਥਾਂ ਮੰਨੀ ਜਾਂਦੀ ਸੀ। ਔਰ ਮੈਨੂੰ ਅੱਜ ਵੀ ਯਾਦ ਹੈ ਕਿ ਡੇਲੀ ਗੋਹੇ ਦਾ ਪੋਚਾ ਮਾਰਿਆ ਜਾਂਦਾ ਹੁੰਦਾ ਸੀ ਉਹਦੇ ਅੰਦਰ, ਤਾਂ ਕਿ ਕੋਈ ਕੀਟ ਪਤੰਗਾ, ਕੋਈ ਹੋਰ ਇੱਧਰਲਾ ਉੱਧਰਲਾ ਉਹ ਰਸੋਈ ਨੂੰ ਉਹ ਦੂਸ਼ਿਤ ਨਾ ਕਰ ਜਾਵੇ। ਅਤੇ ਸਵੇਰੇ ਉੱਠ ਕੇ ਸਾਡੇ ਸੱਭਿਆਚਾਰ ਦਾ ਹਿੱਸਾ ਹੁੰਦਾ ਸੀਗਾ ਕਿ ਸਵੇਰੇ ਉੱਠਣ ਸਾਰ ਪਹਿਲਾ ਜਿਹੜਾ ਕੰਮ ਹੁੰਦਾ ਸੀਗਾ, ਡੰਗਰ ਘਰ 'ਚ ਹੀ ਹੁੰਦੇ ਸੀਗੇ, ਡੰਗਰਾਂ ਦਾ ਗੋਹਾ ਲੈ ਕੇ ਉਹਨੂੰ ਗੋਹੇ ਨਾਲ ਚਿੱਪਿਆ ਜਾਂਦਾ ਸੀ। ਅਤੇ ਉਹ ਕਿੱਡੀ ਸਾਇੰਟੀਫਿਕ ਗੱਲ ਸੀਗੀ ਕਿ ਗੋਹੇ ਦੇ ਵਿੱਚ ਉਹ ਕੀਟਾਣੂ ਹੁੰਦੇ ਆ ਜਿਹੜੇ ਸਾਡੀਆਂ ਅੰਤੜੀਆਂ 'ਚ ਵੀ ਹੈਗੇ ਆ। ਅਤੇ ਉਹ ਗੋਹੇ ਦੇ ਕੀਟਾਣੂ ਜਿਹੜੇ ਨੇ ਉਹ ਕੋਈ ਉਹਨੂੰ ਹਾਲਾਂਕਿ ਗੋਹਾ ਲੈਟਰਿਨ ਹੈ, ਉਹ ਜਿਹੜੀ ਹੈ ਉਹ ਬੜੀ ਅਪਵਿੱਤਰ ਮੰਨੀ ਜਾਣੀ ਚਾਹੀਦੀ ਸੀਗੀ, ਲੇਕਿਨ ਉਹਨੂੰ ਪਵਿੱਤਰ ਮੰਨਿਆ ਗਿਆ। ਅਤੇ ਗੋਹੇ ਦਾ ਜਿਹੜਾ ਪੁੱਛ ਉਹਦੇ 'ਚ ਮਾਰਦੇ ਸੀਗੇ, ਲੇਪ ਮਾਰਦੇ ਸੀਗੇ ਉਹਦੇ ਅੰਦਰ। ਅਤੇ ਫਿਰ ਜਦੋਂ ਸੁੱਕ ਜਾਂਦਾ ਸੀ, ਉਹ ਮਿੰਟ 'ਚ ਸੁੱਕ ਜਾਂਦਾ ਸੀਗਾ, ਪਤਲਾ ਜਿਹਾ ਕਰਕੇ ਮਾਰਦੇ ਸੀ ਬਸ, ਅਤੇ ਉਹ ਸੁੱਕ ਜਾਂਦਾ ਸੀ 10-15 ਮਿੰਟ 20 ਮਿੰਟ। ਉਦੋਂ ਬਾਅਦ ਰਸੋਈ ਦਾ ਕੰਮ ਸ਼ੁਰੂ ਹੋ ਜਾਂਦਾ ਹੁੰਦਾ ਸੀਗਾ। ਇਹ ਜਿਹੜਾ ਕਿਤੇ ਨਾ ਕਿਤੇ ਇੱਕ ਕਨਸੈਪਟ ਸਾਡੇ ਬਣਿਆ ਹੋਇਆ, ਸਾਡੀਆਂ ਕਦਰਾਂ ਕੀਮਤਾਂ ਬਣੀਆਂ ਹੋਈਆਂ ਨੇ ਅਤੇ ਕੁਛ ਐਨੀਮਲ ਤੋਂ ਸਿੱਖਣ ਵਾਲੀਆਂ ਗੱਲਾਂ ਨੇ। ਇਹ ਸਾਰਾ ਕੰਮ ਜਿਹੜਾ ਵੀ ਫੂਡ ਚੇਨ ਦਾ ਹਿੱਸਾ ਅਸੀਂ, ਵੀ ਆਰ ਪਾਰਟ ਆਫ ਦਾ ਫੂਡ ਚੇਨ। ਇਸ ਕਰਕੇ ਬਹੁਤ ਜ਼ਿਆਦਾ ਇਹਨੂੰ ਜਿਹੜਾ ਜਿੰਨਾ ਕਿ ਅਸੀਂ ਤੋੜ ਕੇ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਹ ਇਸ ਕਰਕੇ ਕਰ ਰਹੇ ਹਾਂ ਕਿ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਸੰਤੁਲਨ ਕਿਵੇਂ ਬਣਾ ਕੇ ਰੱਖਣਾ। ਸੋ ਆਪਾਂ ਜਿਹੜੀ ਪਿਛਲੇ ਐਪੀਸੋਡ 'ਚ ਗੱਲ ਕੀਤੀ ਸੀਗੀ, ਉਹ ਕੀਤੀ ਸੀ ਅਨਾਜਾਂ ਦੀ, ਕਿ ਅਨਾਜ ਜਿਹੜੇ ਨੇ ਉਹ ਕਿਹੜੇ ਖਾਣੇ ਚਾਹੀਦੇ ਆ ਅਤੇ ਕਿਉਂ ਖਾਣੇ ਚਾਹੀਦੇ ਆ, ਅਤੇ ਕਿਹੜੇ ਨਹੀਂ ਖਾਣੇ ਚਾਹੀਦੇ ਅਤੇ ਕਿਉਂ ਨਹੀਂ ਖਾਣੇ ਚਾਹੀਦੇ। ਉਹਦੇ 'ਚ ਆਪਾਂ ਇਹ ਵੀ ਦੇਖਿਆ ਸੀਗਾ ਕਿ ਕਿਸ ਢੰਗ ਦੇ ਨਾਲ ਖੇਤੀ ਦੇ ਵਿੱਚ ਕਾਰਪੋਰੇਟ ਖੇਤੀ ਦੇ ਅੰਦਰ ਜਿਹੜੇ ਕੈਮੀਕਲ ਦਾ ਵਰਤਾਰਾ ਆਇਆ, ਚਾਹੇ ਉਹ ਖਾਦਾਂ ਸੀ, ਚਾਹੇ ਉਹ ਕੀਟਨਾਸ਼ਕ ਸੀ, ਜਾਂ ਨਦੀਨਨਾਸ਼ਕ ਸੀ, ਜਾਂ ਅਜੀਬ ਕਿਸਮ ਦੇ ਜਿਹੜੇ ਕੈਮੀਕਲ ਪਾਏ ਗਏ ਉਹਦੇ ਅੰਦਰ, ਫਿਰ ਸਟੋਰੇਜ ਦੇ ਵਿੱਚ ਪਾਏ ਗਏ, ਫਿਰ ਜਿਹੜੇ ਫੂਡ ਇੰਡਸਟਰੀ ਪਾਉਂਦੀ ਆ ਪ੍ਰੋਸੈਸ ਕਰਨ 'ਚ ਉਹ ਨੇ, ਜਾਂ ਉਹਨੂੰ ਪ੍ਰੀਜ਼ਰਵ ਕਰਨ 'ਚ, ਜਾਂ ਉਹਦੀ ਸ਼ੈਲਫ ਲਾਈਫ ਵਧਾਉਣ ਵਾਸਤੇ, ਜਾਂ ਉਹਨੂੰ ਦਿਲਕਸ਼ ਬਣਾਉਣ ਲਈ ਉਹਦੇ ਅੰਦਰ ਕੋਈ ਜਿਹੜੇ ਨੇ MSG ਵਰਗੇ ਪਾਏ ਜਾਂਦੇ ਆ ਜਿਹੜੇ ਕੈਮੀਕਲਸ, ਐਂਜੀਨੋਮੋਟੋ ਜਿਹੜੀ ਹੈ। ਤਾਂ ਕਿਤੇ ਨਾ ਕਿਤੇ ਉਹ ਸਾਰਾ ਜਿਹੜਾ ਵਰਤਾਰਾ ਹੈ ਉਹ ਆਪਾਂ ਦੇਖਿਆ ਉਹਦੇ 'ਚ।
ਅੱਜ ਆਪਾਂ ਗੱਲ ਕਰਨੀ ਹੈ ਕਿ ਫੈਟਸ ਜਿਹੜੇ ਨੇ ਇਹਦੇ ਅੰਦਰ ਕੁਝ ਗੱਲਾਂ ਜਿਹੜੀਆਂ ਨੇ ਉਹ ਕਿੱਥੇ ਕਿੱਥੇ ਗਲਤੀ ਹੋਈ ਹੈ ਸਾਥੋਂ, ਤੇ ਉਹ ਗਲਤੀ ਨੂੰ ਠੀਕ ਕਰਨਾ। ਕਿਉਂਕਿ ਫੈਟਸ ਜਿਹੜੇ ਸਾਡੇ ਜਿਹੜੇ ਸਾਡੀ ਸੱਭਿਅਤਾ ਦਾ ਹਿੱਸਾ ਸੀਗਾ, ਫੈਟਸ ਸਾਡੀ ਸੱਭਿਅਤਾ ਦਾ ਬਹੁਤ ਇੰਪੋਰਟੈਂਟ ਪਾਰਟ ਸੀ ਸਾਡੇ ਫੂਡ ਦਾ। ਉਹਦੇ ਸੀ ਦੇਸੀ ਘੀ ਅਤੇ ਬਾਕੀ ਵੈਜੀਟੇਬਲ ਆਇਲਸ। ਐਨੀਮਲ ਘੀ ਦੀਆਂ ਦੋ ਸੋਰਸਿਸ ਸੀਗੀਆਂ। ਇੱਕ ਸੋਰਸ ਤਾਂ ਸੀਗੀ ਦੁੱਧ, ਭਾਂਤ ਦੇ ਜਾਨਵਰਾਂ ਦਾ ਦੁੱਧ। ਜਿਹੜਾ ਮੱਝ ਦਾ ਦੁੱਧ ਸਭ ਤੋਂ ਜ਼ਿਆਦਾ ਘੀ ਹੁੰਦਾ, ਗਾਂ ਦੇ ਦੁੱਧ 'ਚ ਘੱਟ ਹੁੰਦਾ, ਬੱਕਰੀ ਦੁੱਧ 'ਚ ਵੀ ਬਹੁਤ ਘੱਟ ਹੁੰਦਾ। ਤਾਂ ਦੁੱਧ ਦੇ ਅੰਦਰ ਫੈਟ ਹੈ ਕਾਫੀ ਵੱਡਾ ਹਿੱਸਾ ਫੈਟ ਦਾ, 4 ਤੋਂ ਲੈ ਕੇ 8% ਤੱਕ। ਮੱਝ ਦੇ ਦੁੱਧ 'ਚ ਜਿਹੜਾ ਤਕਰੀਬਨ 8% ਫੈਟ ਹੁੰਦਾ। ਦੂਜਾ ਸੋਰਸ ਸੀਗਾ ਕਿ ਜਦੋਂ ਅਸੀਂ ਕੋਈ ਖਾਣੇ ਖਾਂਦੇ ਹਾਂ ਤਾਂ ਉਹਦੇ ਵਿੱਚ ਵੀ ਫੈਟ ਹੈਗਾ। ਕੁਛ ਖਾਣੇ ਦੇ ਅੰਦਰ ਵੀ ਫੈਟਸ ਹੈਗੇ ਆ। ਉਹਦੇ ਅਸੀਂ ਜਿਵੇਂ ਕੋਈ ਚਿਕਨ ਖਾ ਲਿਆ, ਕੋਈ ਅੰਡਾ ਖਾ ਲਿਆ, ਮੱਛਲੀ ਖਾ ਲਈ, ਮਟਨ ਖਾ ਲਿਆ, ਤਾਂ ਸਾਰੇ ਜਿਹੜੇ ਇਹਦੇ ਅੰਦਰ ਆਪਣਾ ਫੈਟ ਹੈ। ਈਵਨ ਕੁਛ ਪਲਾਂਟਸ ਜਿਹੜੇ ਨੇ ਬੀਜ ਅਤੇ ਤੇਲ ਬੀਜ ਨੇ, ਉਹ ਅਸੀਂ ਸਾਡੇ ਫੂਡ ਦਾ ਪਾਰਟ ਬਣਦੇ ਆ। ਉਹਦੇ ਅੰਦਰ ਵੀ ਫੈਟਸ ਨੇ। ਜਿਵੇਂ ਤਿਲਾਂ ਦੀ ਪ੍ਰੈਪਰੇਸ਼ਨ ਅਸੀਂ ਬਣਾਉਂਦੇ ਹਾਂ, ਅਲਸੀ ਦੀ ਬਣਾਉਂਦੇ ਹਾਂ, ਸਰੋਂ ਦੀ ਬਣਾਉਂਦੇ ਹਾਂ, ਸਨਫਲਾਵਰ ਦੀ ਬਣਾਉਂਦੇ ਹਾਂ, ਅਤੇ ਫਿਰ ਅਸੀਂ ਜਿਹੜਾ ਹੈਗਾ ਕਿਸੇ ਨੇ ਰਾਈ ਜਿਵੇਂ ਤੜਕੇ 'ਚ ਰਾਈ ਪਾ ਲੈਂਦੇ ਆਪਾਂ। ਹਾਂ, ਸੋ ਇਸ ਕਰਕੇ ਕੁਛ ਫੈਟਸ ਕੰਟੇਨਿੰਗ ਫੂਡਸ ਪਲਾਂਟਸ 'ਚ ਵੀ ਹੈਗੇ ਆ। ਔਰ ਫੈਟਸ ਥੋੜ੍ਹਾ ਬਹੁਤਾ ਫੈਟ ਸਾਰੇ ਪੌਦਿਆਂ 'ਚ ਹੁੰਦਾ। ਜੇ ਆਪਾਂ ਨਾਂ ਲਏ ਇਹ ਤਾਂ ਫੈਟ ਰਿਚ ਫੂਡਸ ਨੇ ਨਾ, ਲੇਕਿਨ ਇਹਦਾ ਮਤਲਬ ਨਹੀਂ ਕਿ ਬਾਕੀ ਪੌਦਿਆਂ 'ਚ ਫੈਟ ਬਿਲਕੁਲ ਨਹੀਂ ਹੈ। ਬਾਕੀ ਪੌਦਿਆਂ 'ਚ ਵੀ ਥੋੜ੍ਹਾ ਬਹੁਤਾ ਫੈਟਸ ਹੁੰਦੇ ਆ। ਬਦਾਮਾਂ, ਡਰਾਈ ਫਰੂਟਸ ਦੇ ਅੰਦਰ ਫੈਟਸ। ਸੋ ਇਸ ਕਰਕੇ ਇਹ ਜਿਹੜੇ ਫੈਟਸ ਨੇ ਇਹਦੇ ਬਾਰੇ ਕੁਛ ਜਿਹੜੀਆਂ ਰੋਂਗ ਨੋਸ਼ਨਸ ਬਣੀਆਂ। ਇੱਕ ਤਾਂ ਰੋਂਗ ਨੋਸ਼ਨ ਇਹ ਆ ਗਈ ਜਿਹੜੀ ਕਿ ਮਾਡਰਨ ਸਾਇੰਸ ਨੇ ਲਿਆਂਦੀ। ਉਹਨੇ ਕਹਿ ਦਿੱਤਾ ਵੀ ਫੈਟਸ ਬੜੇ ਮਾੜੇ ਹੁੰਦੇ ਆ, ਫੈਟਸ ਨਾਲ ਕੋਲੈਸਟਰੋਲ ਵੱਧਦੀ ਹੈ, ਅਤੇ ਕੋਲੈਸਟਰੋਲ ਵੱਧਦੀ ਤਾਂ ਹਾਰਟ ਅਟੈਕ ਹੁੰਦਾ ਅਤੇ ਬੰਦਾ ਜਲਦੀ ਮਰਦਾ। ਉਹ ਐਸਾ ਇਹਨਾਂ ਨੇ ਉਹਨੂੰ ਕੋਲੈਸਟਰੋਲ ਦੇ ਗਲ ਪਾਇਆ ਵੀ ਉਹ ਚਲਦੀ ਅਸੀਂ ਡਰਨ ਲੱਗੇ ਵੀ ਇਹ ਤੇਲ ਤਾਂ ਨਹੀਂ ਖਾਣੇ ਚਾਹੀਦੇ, ਘਿਓ ਤਾਂ ਨਹੀਂ ਖਾਣਾ ਚਾਹੀਦਾ, ਖੁਸ਼ਕ ਫੁਲਕਾ ਪਾਣੀ 'ਚ ਬੋਇਲ ਕਰਕੇ ਖਾਓ। ਅਤੇ ਅੱਜ ਤੁਸੀਂ ਦੇਖ ਲਓ, ਅੱਜ ਬਹੁਤ ਸਾਰੀਆਂ ਲੜਕੀਆਂ ਨੇ ਜਿਹੜੀਆਂ ਸਾਡੀਆਂ ਜਿਹੜੀਆਂ ਆ ਕੇ 35 ਕਿਲੋ 'ਤੇ ਖੜ੍ਹ ਗਈਆਂ ਨੇ। 35 ਕਿਲੋ ਭਾਰ ਹੁੰਦਾ ਉਹਨਾਂ ਦਾ ਮਸਾਂ। ਅਤੇ ਉਹਨੂੰ ਜੇ ਕਿਤੇ ਸਬਜ਼ੀ ਦੇ ਉੱਪਰ ਘਿਓ ਤੈਰਦਾ ਦਿਖ ਜੇ ਤਾਂ ਉਹ ਗਸ਼ ਪੈਣ ਵਾਲੀ ਹੋ ਜਾਂਦੀ। ਉਹਨੂੰ ਹਾਏ ਮੈਂ ਸਬਜ਼ੀ ਖਾਊਂਗੀ, ਮੈਂ ਤਾਂ ਉਹ ਹੋ ਜਾਊਂਗੀ, ਮੇਰੀ ਖਰਾਬ ਹੋ ਜਾਏਗੀ, ਫਿਗਰ ਖਰਾਬ ਹੋ ਜਾਏਗੀ। ਤਾਂ ਉਹ ਜਿਹੜਾ ਕਿਤੇ ਨਾ ਕਿਤੇ ਜਿਹਨੂੰ ਮਿਸਕਨਸੈਪਸ਼ਨ, ਇੱਕ ਇਗਨੋਰੈਂਸ, ਗਲਤ ਗਿਆਨ, ਉਹ ਬੰਦਾ ਜਿਹੜਾ ਬੜਾ ਬੇਈਮਾਨ ਸੀਗਾ ਜਿਹਨੇ ਰਿਸਰਚ ਕੀਤੀ, ਉਹ ਹੰਸਲ ਕੀਜ਼ ਨਾਂ ਦਾ ਇੱਕ ਅਮਰੀਕਨ ਸੀਗਾ। ਹੰਸਲ ਕੀਜ਼ ਨੂੰ ਕਿਸੇ ਇੰਡਸਟਰੀ ਨੇ ਬਰਾਈਬ ਕੀਤਾ ਕਿ ਭਾਈ ਉਹ ਜਿਹੜੀ ਸਾਡੀ ਚੀਨੀ 'ਤੇ ਬਦਨਾਮ ਹੋਣ ਜਾ ਰਹੀ ਆ, ਅਤੇ ਤੂੰ ਇਹ ਚੀਨੀ ਦੇ ਸਾਡੇ ਗਲੋਂ ਲਾ। ਚੀਨੀ ਸ਼ੂਗਰ ਲੌਬੀ ਬੜੀ ਸਟਰੋਂਗ ਸੀ ਉਹਨਾਂ ਦਿਨਾਂ 'ਚ। ਸ਼ੂਗਰ ਲੌਬੀ ਨੇ ਆਪਣੇ ਗਲੋਂ ਲਾਉਣ ਲਈ ਉਹ ਫੈਟ ਦੇ ਗਲ ਪਾਤੀ, ਕਿਉਂਕਿ ਉਸ ਵੇਲੇ ਜੇ ਫੈਟ ਇੰਡਸਟਰੀ ਹੈ ਨਹੀਂ ਸੀ ਕੋਈ ਜ਼ਿਆਦਾ ਸਟਰੋਂਗ। ਉਹ ਆਪਣੀ ਕੰਟਰੋਵਰਸੀ 'ਚੋਂ, ਆਪਣੇ ਸੈਲਫਿਸ਼ ਇੰਟਰਸਟ ਅਤੇ ਬਿਜ਼ਨਸ ਇੰਟਰਸਟ ਤੋਂ ਉਹਨੇ ਇੱਕ ਰੋਂਗ ਰਿਸਰਚ ਨੂੰ ਬਰਾਈਬ ਕਰਕੇ ਕਿਸੇ ਰਾਹੀਂ 45 ਸਾਲ ਤੱਕ ਪੂਰੀ ਮਨੁੱਖਤਾ ਨੂੰ ਬੇਵਕੂਫ ਬਣਾਇਆ ਕਿ ਘਿਓ ਖਾਣਾ, ਤੇਲ ਖਾਣਾ ਮਾੜੇ ਹੁੰਦੇ ਆ, ਕੋਲੈਸਟਰੋਲ ਜਿਹੜੀ ਸਾਰੀ ਬਿਮਾਰੀਆਂ ਦੀ ਜੜ੍ਹ ਹੈ। ਅਤੇ ਜਿਹੜੀ ਕੋਲੈਸਟਰੋਲ ਜਿਹੜੀ ਹੈ ਉਹ ਇੰਨੀ ਜ਼ਿਆਦਾ ਮਿਸਇਨਫੋਰਮੇਸ਼ਨ। ਪਲਾਂਟ ਫੂਡਸ ਦੇ ਵਿੱਚ ਕੋਲੈਸਟਰੋਲ ਹੁੰਦੀ ਹੋਈ ਨਹੀਂ। ਪੌਦਿਆਂ ਦੇ ਅੰਦਰ ਕੋਲੈਸਟਰੋਲ ਬਣਾਉਣ ਦੀ ਪਾਵਰ ਹੀ ਨਹੀਂ ਹੈ। ਕੋਲੈਸਟਰੋਲ ਸਿਰਫ ਐਨੀਮਲ ਫੂਡ 'ਚ ਹੁੰਦੀ ਹੈ। ਉਹ ਜੀ ਕਾਜੂ, ਕੋਲੈਸਟਰੋਲ ਤਾਂ ਨਹੀਂ ਇਹ 'ਚ। ਕਾਜੂ 'ਚ ਕੋਲੈਸਟਰੋਲ ਕਿੱਥੋਂ ਆ ਗਈ? ਪਲਾਂਟ ਹੈ ਉਹ। ਬਦਾਮਾਂ 'ਚ ਕੋਲੈਸਟਰੋਲ ਤਾਂ ਨਹੀਂ ਹੈ। ਮਤਲਬ ਐਸੀ ਇਗਨੋਰੈਂਸ ਫੈਲਾਈ ਕਿ ਵੀ ਕੋਈ ਵੀ ਫੈਟ ਕੰਟੇਨਿੰਗ ਫੂਡ ਹੈ ਉਹ ਸਾਡੇ ਲਈ ਅਨਟੱਚੇਬਲ ਹੋ ਗਿਆ। ਹਾਲਾਂਕਿ ਉਹ ਬੜੇ ਵੰਡਰਫੁਲ ਫੂਡਸ ਨੇ। ਸੋ ਉਹਨੂੰ ਠੀਕ ਕਰਨ ਦੀ ਲੋੜ ਹੈ। ਅੱਜ ਜਿਹੜੀ ਹੈਗੀ ਹੈ ਕੋਲੈਸਟਰੋਲ ਦਾ ਮੁੱਦਾ ਜਿਹੜਾ ਖਤਮ ਹੋ ਗਿਆ ਉਸ ਸੈਂਸ 'ਚ। ਜਿਹੜੀ ਕੋਲੈਸਟਰੋਲ ਬੈਡ ਗੁੱਡ ਬਣਦੀ ਹੈ ਉਹ ਸਾਡੇ ਸਰੀਰ 'ਚ ਹੀ ਬਣਦੀ ਹੈ। ਜਦੋਂ ਤੁਸੀਂ ਫੈਟਸ ਨਹੀਂ ਖਾ ਰਹੇ, ਤੁਹਾਡੇ ਕੋਲ ਰਾ ਮਟੀਰੀਅਲ ਹੀ ਨਹੀਂ ਹੈ ਆਪਣੀ ਕੋਲੈਸਟਰੋਲ ਬਣਾਉਣ ਦਾ, ਅਤੇ ਜੇ ਰਾ ਮਟੀਰੀਅਲ ਹੈ ਨਹੀਂ ਗਾ ਤਾਂ ਤੁਹਾਡੀ ਬਾਡੀ ਨੂੰ ਕੋਲੈਸਟਰੋਲ ਤਾਂ ਚਾਹੀਦੀ ਹੈ, ਕਿਉਂਕਿ ਤੁਹਾਡਾ ਬਿਲਡਿੰਗ ਬਲੋਕ ਹੈ। ਪ੍ਰੋਟੀਨਸ ਤੋਂ ਬਾਅਦ 2 ਨੰਬਰ ਦਾ ਜਿਹੜਾ ਰਾ ਮਟੀਰੀਅਲ ਹੈ ਉਹ ਫੈਟਸ ਨੇ। ਜੇ ਤੁਸੀਂ ਕਦ ਜਾ ਕੇ ਕਿਤੇ ਗੂਗਲ ਬਾਬੇ ਕੋਲੇ ਫੀਡ ਕਰੋ ਸੈੱਲ ਮੈਂਬਰੇਨ ਆਫ ਹਿਊਮਨ ਬੀਇੰਗ ਦੀ ਇਲੈਕਟ੍ਰੋਨ ਮਾਈਕਰੋਸਕੋਪਿਕ ਫੋਟੋਗ੍ਰਾਫ, ਉਹ ਬਹੁਤ ਬਿਊਟੀਫੁਲ ਫੋਟੋਗ੍ਰਾਫ ਪਈ ਹੈ ਉੱਥੇ।
ਉਹਦੇ ਅੰਦਰ ਜਿਵੇਂ ਚਿਣਾਈ ਹੋਈ ਹੁੰਦੀ ਨਾ, ਉਹ ਕਾਹਦੀ ਚਿਣਾਈ ਆ, ਉਹ ਫੈਟ ਦੀ ਚਿਣਾਈ ਹੈ ਜਿਹੜੀ ਕਿ ਸੈੱਲ ਮੈਂਬਰੇਨ ਬਣਾਉਂਦੀ ਹੈ। ਸਾਡੇ ਸੈੱਲ ਦੀ ਬਾਹਰਲੀ ਝਿੱਲੀ ਜਿਹੜੀ ਹੈ, ਜਿਹਦੇ ਸਾਰਾ ਸੈੱਲ ਕੰਮ ਕਰਦਾ, ਉਹ ਸਾਰੀ ਫੈਟਸ ਦੀ ਬਣੀ ਹੁੰਦੀ ਹੈ। ਹੁਣ ਕਰੋੜਾਂ ਕਰੋੜ ਸੈੱਲ ਪਰ ਰੋਜ਼ ਟੁੱਟਣੇ ਆ, ਉਹ ਫੈਟ ਜਿਹੜਾ ਸਾਰਾ ਤਾਂ ਬਾਡੀ ਨੂੰ ਬਚਾ ਨਹੀਂ ਸਕਦੀ, ਔਰ ਹੋਰ ਨਵਾਂ ਵੀ ਖਾਣਾ ਪਏਗਾ ਕੁਛ ਨਾ ਕੁਛ। ਸਾਡੇ ਕੋਲ ਐਸੈਂਸ਼ੀਅਲ ਫੈਟੀ ਐਸਿਡ ਚਾਹੀਦੇ ਸਾਨੂੰ, ਉਹਨੂੰ ਐਸੈਂਸ਼ੀਅਲ ਫੈਟੀ ਐਸਿਡ ਕਹਿੰਦੇ ਅਸੀਂ। ਜੋ ਫੈਟੀ ਐਸਿਡ ਨਹੀਂ ਮਿਲਣਗੇ ਤਾਂ ਸਾਡੀ ਬਾਡੀ ਕਿਵੇਂ ਚੰਗੀ ਕੋਲੈਸਟਰੋਲ ਬਣਾ ਲੇਗੀ, ਚੰਗੇ ਫੈਟਸ ਬਣਾ ਲੇਗੀ। ਤਾਂ ਉਹ ਕੀ ਹੋਏਗਾ, ਜੇ ਹੈ ਤੁਹਾਡੇ ਕੋਲ ਰਾ ਮਟੀਰੀਅਲ ਨਹੀਂ ਤਾਂ ਬੈਡ ਕੋਲੈਸਟਰੋਲ ਬਣਦੀ ਹੈ। ਫਿਰ ਜਾਂ ਬੈਡ ਕੋਲੈਸਟਰੋਲ ਬਣਦੀ ਹੈ ਓਵਰ ਈਟ ਕਰਨ ਨਾਲ। ਬੈਡ ਕੋਲੈਸਟਰੋਲ ਕੀ, ਥੋੜ੍ਹਾ ਜਿਹਾ? ਉਹ ਦੋ ਤਰ੍ਹਾਂ ਦੀ ਕੋਲੈਸਟਰੋਲ ਹੋਗੀ ਨਾ। ਕੋਲੈਸਟਰੋਲ ਜਿਹੜੀ ਹੈ ਉਹਨੂੰ ਕਹਿੰਦੇ ਆ HDL ਅਤੇ LDL, ਲੋ ਡੈਂਸਿਟੀ ਲਾਈਪੋਪ੍ਰੋਟੀਨਸ ਅਤੇ ਹਾਈ ਡੈਂਸਿਟੀ ਲਾਈਪੋਪ੍ਰੋਟੀਨਸ। ਜਿਹੜੇ ਹਾਈ ਡੈਂਸਿਟੀ ਲਾਈਪੋਪ੍ਰੋਟੀਨਸ ਹੁੰਦੇ ਨੇ ਗੁੱਡ ਫੈਟਸ ਨੇ, ਜਿਹੜੇ ਬਾਡੀ ਨੂੰ ਚਾਹੀਦੇ ਆ, ਅਤੇ ਲੋ ਡੈਂਸਿਟੀ ਜਿਹੜੇ ਨੇ ਥੋੜ੍ਹੇ ਜਿਹੇ ਉਹ ਫੈਟਸ ਨੇ ਜਿਹੜੇ ਜਾ ਕੇ ਨਾੜਾਂ 'ਚ ਜੰਮਦੇ ਆ। ਹੁਣ ਜਿਹੜੀ ਲੋ ਡੈਂਸਿਟੀ ਲਾਈਪੋਪ੍ਰੋਟੀਨ ਕਿੰਨਾ ਲੋਕਾਂ ਜ਼ਿਆਦਾ ਹੋਣਗੇ, ਜਿਹੜੇ ਜਾਂ ਤਾਂ ਕਾਰਬੋਹਾਈਡਰੇਟ ਵਾਲੇ ਫੂਡ ਜ਼ਿਆਦਾ ਖਾ ਰਹੇ ਹੋ ਲੋੜ ਤੋਂ, ਤੁਹਾਡੀ ਲੋੜ ਹੈ ਨਹੀਂ, ਤੁਸੀਂ ਖਾਈ ਤੁਰੇ ਜਾ ਰਹੇ ਹੋ। ਉਹਦੇ ਨਾਲ ਜਿਹੜੀ ਆਪਾਂ ਗੱਲ ਕੀਤੀ ਸੀ ਇੰਸੂਲਿਨ, ਉਹਦੀ ਗਲੂਕੋਜ਼ ਦੀ ਪੀਕ ਵੱਜਦੀ ਹੈ, ਉੱਧਰੋਂ ਇੰਸੂਲਿਨ ਦੀ ਪੀਕ ਵੱਜਦੀ ਹੈ, ਬਾਡੀ ਨੂੰ ਭੱਜਣਾ ਪੈ ਜਾਂਦੀ ਹੈ ਵੀ ਇਹ ਕਿੱਥੋਂ ਇੰਨੀ ਸਾਰੀ ਗਲੂਕੋਜ਼ ਆ ਗਈ। ਉਹਨੂੰ ਫਟਾਫਟ ਉਹ ਭੇਜਦੀ ਹੈ ਵੀ ਜਾਂ ਲਿਵਰ ਨੂੰ ਕਹਿੰਦੀ ਕੋਲੈਸਟਰੋਲ ਬਣਾ ਦੇ, ਇਹਦੀ ਕੋਲੈਸਟਰੋਲ ਬਣਾ ਕੇ ਜਮਾ ਕਿਤੇ ਪਾਸੇ ਇਸ ਭੂਤ ਨੂੰ ਇੱਕ ਵਾਰੀ ਸਾਡੇ ਗਲੋਂ ਲਾ, ਨਹੀਂ ਤਾਂ ਨੁਕਸਾਨ ਕਰੇਗਾ। ਤਾਂ ਉਹ ਲਿਵਰ 'ਚ ਕੀ ਕਰਦਾ, ਉਹਨੂੰ ਉਹਦੀ ਕੋਲੈਸਟਰੋਲ ਬੈਡ ਕੋਲੈਸਟਰੋਲ ਬਣਾ ਦਿੰਦਾ। ਉਹ ਤਾਂ ਅੰਦਰ ਬਣਦੀ ਹੈ, ਜਾਂ ਉਹ ਤਾਂ ਬਣਦੀ ਹੈ ਤੁਸੀਂ ਫੈਟ ਖਾ ਹੀ ਨਹੀਂ ਰਹੇ, ਤੁਹਾਡੇ ਕੋਲ ਐਸੈਂਸ਼ੀਅਲ ਫੈਟੀ ਐਸਿਡ ਯਾਨੀ ਰॉ ਮਟੀਰੀਅਲ ਹੀ ਨਹੀਂਗਾ। ਜੇ ਤੁਹਾਡੇ ਕੋਲ ਫੈਟਸ ਨਹੀਂ ਹੈਗਾ ਤਾਂ ਬਾਡੀ ਕੋਲੈਸਟਰੋਲ ਕਿੱਥੋਂ ਬਣਾਏਗੀ, ਕਾਰਬੋਹਾਈਡਰੇਟਸ ਤੋਂ ਬਣਾਏਗੀ, ਕਾਰਬੋਹਾਈਡਰੇਟਸ ਤੋਂ ਬਣਾਏਗੀ ਤਾਂ ਬੈਡ ਕੋਲੈਸਟਰੋਲ ਬਣੇਗੀ। ਉਹਦੇ ਕੋਲ ਐਸੈਂਸ਼ੀਅਲ ਫੈਟੀ ਐਸਿਡਸ ਹੀ ਹੈ ਨਹੀਂ ਗੇ। ਗੁੱਡ ਕੋਲੈਸਟਰੋਲ ਬਣਨੀ ਐਸੈਂਸ਼ੀਅਲ ਫੈਟੀ ਐਸਿਡ ਤੋਂ। ਉਹ ਕਿੱਥੋਂ ਚਾਹੀਦੀ ਹੈ, ਉਹ ਅਲਸੀ ਜੋ ਚਾਹੀਦੀ ਹੈ, ਉਹ ਤਿਲਾਂ ਜੋ ਚਾਹੀਦੀ ਹੈ, ਉਹ ਜਿਹੜੇ ਵੈਜੀਟੇਬਲ ਆਇਲਸ ਨੇ, ਜਿਹੜੇ ਰॉ ਵੈਜੀਟੇਬਲ ਜਿਹਨੂੰ ਵਰਜਨ ਕਹਿੰਦੇ ਅਸੀਂ, ਉਹਨਾਂ ਦੇ ਅੰਦਰ ਉਹ ਐਸੈਂਸ਼ੀਅਲ ਫੈਟੀ ਐਸਿਡਸ ਨੇ, ਜਿਹਨੂੰ ਅਸੀਂ ਕਹਿੰਦੇ ਹਾਂ ਅਲਫਾ ਲਿਪੋਇਕ ਐਸਿਡ ਅਤੇ ਉਹ ਓਮੇਗਾ ਫੈਟੀ ਐਸਿਡਸ, 3 ਓਮੇਗਾ ਫੈਟੀ ਐਸਿਡ ਅਤੇ 6 ਓਮੇਗਾ ਫੈਟੀ ਐਸਿਡਸ। ਉਹ ਸਾਰੇ ਜਿਹੜੇ ਨੇ ਕਿਤੇ ਨਾ ਕਿਤੇ ਤੋਂ ਆਇਲ 'ਚੋਂ ਆਉਣੇ ਆ। ਸੋ ਆਇਲ ਨਾ ਖਾਣਾ ਜਿਹੜਾ ਇਹਦਾ ਮਤਲਬ ਤੁਸੀਂ ਆਪਣੇ ਆਪ ਨੂੰ ਇੱਕ ਬਹੁਤ ਹੀ ਇੰਪੋਰਟੈਂਟ ਖੁਰਾਕੀ ਤੱਤ ਤੋਂ ਸਰੀਰ ਨੂੰ ਵਿਰਵਾ ਰੱਖ ਰਹੇ ਹੋ, ਤਾਂ ਉਹਦੇ ਨਾਲ ਉਹਦਾ ਨੁਕਸਾਨ ਹੋਏਗਾ। ਸੋ ਇਸ ਕਰਕੇ ਤੇਲ ਖਾਣੇ ਨੇ, ਲੇਕਿਨ ਕਿਹੜੇ ਤੇਲ ਖਾਣੇ ਆ ਅਤੇ ਕਿਹੜੇ ਨਹੀਂ ਖਾਣੇ ਹੁਣ ਸਾਨੂੰ ਬੜਾ ਸਪਸ਼ਟ ਪਤਾ ਹੋਣਾ ਚਾਹੀਦਾ। ਇਹਨਾਂ ਨੇ ਕੀ ਕੀਤਾ, ਜੋ ਦੇਸੀ ਘੀ, ਪਹਿਲਾਂ ਦੇਸੀ ਘੀ ਹੁੰਦਾ ਸੀ ਇਕੱਲਾ, ਹੋਰ ਹੁੰਦਾ ਹੀ ਨਹੀਂ ਸੀਗਾ। ਨੋਨ ਵੈਜ ਸਾਡੇ ਕਲਚਰ 'ਚ ਬਹੁਤ ਘੱਟ ਸੀਗਾ, ਨੋਨ ਵੈਜ ਖਾਣ ਦੇ ਲੋਕ ਸ਼ੌਕੀਨ ਹੈ ਨਹੀਂ, ਹੁਣ ਵੀ ਹੈ ਨਹੀਂ ਗੇ। ਹੁਣ ਵੀ ਘੱਟੋ ਘੱਟ 60% ਪਾਪੂਲੇਸ਼ਨ ਜਿਹੜੀ ਸਾਡੀ ਹੈ ਉਹ ਵੈਜੀਟੇਰੀਅਨ ਹੈ। 40% ਹੈਗੇ ਜਿਹੜੇ ਨੋਨ ਵੈਜ ਨੇ, 60% ਤੋਂ ਉੱਪਰ ਲੋਕ ਅੱਜ ਵੀ ਇਹੋ ਜਿਹੇ ਬੰਦੇ ਜਿਹੜੇ ਦਾਰੂ ਤਾਂ ਪੀ ਲੈਣਗੇ ਲੇਕਿਨ ਨੋਨ ਵੈਜ ਨਹੀਂ ਖਾਣਗੇ, ਦਾਰੂ ਪੀ ਲੈਣਗੇ ਲੇਕਿਨ ਨੋਨ ਵੈਜ ਨਹੀਂ ਖਾਂਦੇ। ਤਾਂ ਉਹ ਜਿਹੜੇ ਨੋਨ ਵੈਜ ਜੇ ਵੈਜੀਟੇਰੀਅਨ ਨੇ ਉਹ ਦੇਸੀ ਘਿਓ 'ਤੇ ਨਿਰਭਰ ਕਰਦੇ ਹੁੰਦੇ ਸੀਗੇ। ਉਹਨਾਂ ਵਾਸਤੇ ਇੱਕੋ ਹੀ ਨੋਨ ਵੈਜੀਟੇਰੀਅਨ ਫੂਡ ਸੀਗਾ ਦੇਸੀ ਘੀ। ਉਹ ਦੇਸੀ ਘੀ ਜਿਹੜਾ ਹੁੰਦਾ ਸੀਗਾ ਉਹ ਖਾਂਦੇ ਸੀ, ਅਤੇ ਉਹ ਬਾਅਦ 'ਚ ਇਹਨਾਂ ਨੇ ਬਦਨਾਮ ਉਹ ਕੀ ਲਿਆਂਦਾ ਡਾਲਡਾ ਘੀ, ਉਹਦੇ ਵਰਗਾ ਬਣਾਤਾ ਦੇਸੀ ਘਿਓ ਵਰਗਾ। ਉਹ ਕਹਿੰਦੇ ਜੀ ਦੇਸੀ ਘਿਓ ਨਹੀਂ ਚੰਗਾ ਹੁੰਦਾ, ਦੇਸੀ ਘਿਓ ਤਾਂ ਨੁਕਸਾਨ ਕਰਦਾ, ਡਾਲਡਾ ਘਿਓ ਖਾਓ। ਮੈਨੂੰ ਅੱਜ ਵੀ ਯਾਦ ਹੈ ਬਚਪਨ ਜਦੋਂ ਡਾਲਡਾ ਘਿਓ ਆਇਆ ਸੀਗਾ, ਇੰਨਾ ਜ਼ਿਆਦਾ ਪ੍ਰਚਾਰ ਹੋਇਆ ਵੀ ਦੇਸੀ ਘਿਓ ਦਾ ਜੀ ਹਾਰਟ ਅਟੈਕ ਕਰ ਦਿੰਦਾ, ਇਹ ਤਾਂ ਬਹੁਤ ਨੁਕਸਾਨਦੇਹ ਹੈ, ਇਹਨੂੰ ਛੱਡਣਾ ਚਾਹੀਦਾ। ਅਤੇ ਡਾਲਡਾ, ਉਹ ਲੋਕਾਂ ਨੇ ਡਾਲਡਾ ਖਾਣਾ ਸ਼ੁਰੂ ਕਰਤਾ। ਪੀਲੇ ਰੰਗ ਦੇ ਪੀਪੇ 'ਚ ਆਇਆ ਸੀਗਾ, ਉਹ ਵਿੱਚ ਉਹਦਾ ਦਰਖਤ ਲੱਗਿਆ ਹੁੰਦਾ ਸੀਗਾ, ਆਪਣਾ ਖਜੂਰ ਦਾ ਦਰਖਤ ਹੈ ਨਾ। ਆਹੋ, ਉਹ ਡਾਲਡਾ ਨਾਂ ਦੀ ਕੰਪਨੀ ਸੀਗੀ, ਫਿਰ ਗਗਨ ਆਈ, ਕਈ ਆ ਗਈਆਂ ਫਿਰ ਬਾਅਦ 'ਚ। ਤਾਂ ਉਹ ਸੀ ਹੁੰਦੀ ਸੱਚ ਉਹ ਜਿਹੜੀ ਪਨਘਟ ਖੂਹ ਬਣਿਆ ਹੁੰਦਾ ਸੀ ਉਹਦੇ ਉੱਪਰ, ਅਤੇ ਉਹ ਪੀਪਿਆਂ ਦੇ ਪੀਪੇ ਭਰ ਕੇ ਆਉਣੇ, ਅਤੇ ਉਹਦੇ 'ਚ ਚੀਜ਼ਾਂ ਫਰਾਈ ਹੋਣੀਆਂ, ਅਤੇ ਕੱਢੋ ਵਿਆਹ 'ਚ ਕੜਾਹੀਆਂ ਚੜ੍ਹਦੀਆਂ ਸੀਗੀਆਂ, ਕੜਾਹੀ ਚੜ੍ਹਨੀ ਅਤੇ ਕੜਾਹੀਆਂ ਦੇ ਵਿੱਚ ਡਾਲਡਾ ਕੀ ਖਾਣਾ। ਅਤੇ ਉਹ ਕਰਦੇ ਪਿਛਲੇ 60 ਸਾਲਾਂ 'ਚ ਜੋ ਅਸੀਂ ਕੀਤਾ ਹੈ, ਉਹ ਸਾਰਾ ਜਿਹੜਾ ਉਹਦਾ ਨੈਟ ਰਿਜ਼ਲਟ ਅੱਜ ਅਸੀਂ ਭੁਗਤ ਰਹੇ ਹਾਂ, ਜਿਹੜੀ ਬਿਮਾਰੀਆਂ ਦਾ ਹੜ੍ਹ ਆਇਆ ਪਿਆ। ਅਤੇ ਉਹ ਡਾਲਡਾ ਘੀ ਲਿਆਂਦਾ ਪਹਿਲਾਂ ਨੇ, ਫਿਰ ਡਾਲਡਾ ਘੀ ਹੌਲੀ ਵਿਗਿਆਨ ਜਿਹੜੇ ਹੁਣ ਉਹ ਵਿਚਾਰੇ ਮੇਰੇ ਵਰਗੇ ਹੁੰਦੇ ਆ, ਉਹਨਾਂ ਕੋਲ ਸਾਧਨ ਤਾਂ ਹੁੰਦੇ ਨਹੀਂ, ਜਦ ਨੂੰ ਰਿਸਰਚ ਕਰਦੇ ਤਦ ਨੂੰ ਅਗਲਾ ਆਪਣਾ ਕੰਮ ਕਰ ਜਾਂਦੇ ਆ। ਉਹ ਆਪਣਾ ਕੰਮ ਕਰ ਗਏ, ਡਾਲਡਾ ਕਿ ਉਹ ਵੇਚ ਬੂਝ ਕੇ ਅਮੀਰ ਮੂਰ ਹੋ ਗਏ, ਮਗਰੋਂ ਜਿਹੜੇ ਜਦੋਂ ਸਾਇੰਟਿਸਟਾਂ ਨੂੰ ਹੋਸ਼ ਆਈ, ਉਹ ਕਹਿੰਦੇ ਇਹ ਤਾਂ ਗਲਤ ਹੈ, ਤਾਂ ਨੁਕਸਾਨ ਹੀ ਬਹੁਤ ਕਰਦੇ ਆ। ਤਾਂ ਖੋਜਾਂ ਹੋ ਗਈਆਂ, ਹੁਣ ਆ ਗਏ ਹੁਣ ਐਸਟੈਬਲਿਸ਼ ਹੋ ਗਿਆ ਕਿ ਡਾਲਡਾ ਘੀ ਤਾਂ ਨਹੀਂ ਖਾਣਾ ਚਾਹੀਦਾ। ਲੇਕਿਨ ਅੱਜ ਜੋ ਇੰਨਾ ਜ਼ਿਆਦਾ ਇੰਡਸਟਰੀ ਬਣ ਚੁੱਕੀ ਹੈ, ਉਹ ਤੁਹਾਨੂੰ ਡਾਲਡਾ ਘੀ ਕਰਕੇ ਘੱਟ ਤੁਸੀਂ ਘਰ 'ਚ ਲਿਆਓਗੇ, ਲੇਕਿਨ ਜਿੰਨਾ ਤੁਸੀਂ ਨਮਕੀਨ ਖਾ ਰਹੇ ਹੋ ਬਾਜ਼ਾਰ ਦਾ, ਸਾਰਾ ਡਾਲਡੇ 'ਚ ਬਣ ਰਿਹਾ, ਕੋਈ ਨਹੀਂ ਉਹਦਾ ਬਣਦਾ ਉਹਦੇ ਤੋਂ ਬਿਨਾਂ।
ਜਿੰਨਾ ਰੱਦੀ ਤੋਂ ਰੱਦੀ ਤੇਲ ਹੈ ਉਹ ਚੱਕ ਕੇ ਉਹਨੂੰ ਹਾਈਡਰੋਜਨੇਟ ਕਰਦੇ ਆ, ਉਹਨੂੰ ਬਹੁਤ ਸੋਹਣੀ ਜਿਹੀ ਘਿਓ ਵਰਗਾ ਬਣਾ ਕੇ ਤੁਹਾਨੂੰ ਮਾਰਕੀਟ 'ਚ ਲੈ ਆਉਂਦੇ ਆ। ਮਾਰਕੀਟ 'ਚ ਜਿੰਨਾ ਹਲਵਾਈਆਂ ਕੋਲ ਜਲੇਬੀਆਂ ਖਾ ਰਹੇ ਆ, ਸਮੋਸੇ ਖਾ ਰਹੇ ਆ, ਆਹ ਤੁਹਾਡਾ ਨਮਕੀਨ ਜਿੰਨਾ ਬਣ ਰਿਹਾ ਸਾਰਾ ਡਾਲਡੇ 'ਚ ਬਣ ਰਿਹਾ। ਅਤੇ ਡਾਲਡਾ ਜਿਹੜਾ ਉਹ ਜ਼ਹਿਰ ਹੈ, ਸ਼ੁੱਧ ਜ਼ਹਿਰ ਹੈ। ਸੋ ਇਹ ਹਾਲ ਹੈ, ਕਿਉਂਕਿ ਅਸੀਂ ਇੰਡਸਟਰੀ ਇੰਨੀ ਪਾਵਰਫੁਲ ਕਰਤੀ ਹੈ ਹੁਣ ਸਾਡੇ ਗਲੋਂ ਨਹੀਂ ਲੱਗਦੀ, ਕੋਈ ਜਾਂਦੀ ਹੀ ਨਹੀਂ ਹੈ। ਉਸ ਤੋਂ ਬਾਅਦ ਇਹਨਾਂ ਨੇ ਚਲੋ ਡਾਲਡਾ ਬਦਨਾਮ ਹੋਇਆ, ਫਿਰ ਇਹ ਰਿਫਾਈਨਡ ਤੇਲ ਲਿਆ। ਕਹਿੰਦੇ ਨਾ ਜੀ ਜਿਹੜਾ ਰਿਫਾਈਨਡ ਤੇਲ ਹੁੰਦਾ ਤਾਂ ਬਹੁਤ ਵਧੀਆ ਹੁੰਦਾ, ਉਹਨੂੰ ਘਿਓ ਵਰਗਾ ਨਹੀਂ ਬਣਾਉਣਾ, ਉਹਨੂੰ ਇੰਨਾ ਸਾਫ਼ ਸੁਥਰਾ ਕਰ ਦਿਓ ਕਿ ਦੇਖਣ ਨੂੰ ਐਂ ਲੱਗਦਾ ਜਿਵੇਂ ਕਿਤੇ ਪਤਾ ਨਹੀਂ ਕਿੱਥੋਂ ਸਵਰਗ 'ਚੋਂ ਆਇਆ ਹੁੰਦਾ। ਉਹਦੀ ਕੋਈ ਉਹ ਹੈ ਟਰਾਂਸਪੇਰੈਂਟ ਪੂਰਾ, ਅਤੇ ਉਹ ਰਿਫਾਈਨਡ ਤੇਲ ਆ ਗਿਆ। ਬਾਅਦ 'ਚ ਹੌਲੀ ਹੌਲੀ ਪਤਾ ਲੱਗੇ ਵੀ ਰਿਫਾਈਨਡ ਤੇਲ ਤਾਂ ਉਹ ਰਿਫਾਈਨਡ ਤੇਲ ਵੀ ਹੋ ਜਾਈਏ। ਰਿਫਾਈਨਿੰਗ ਦਾ ਪ੍ਰੋਸੈਸ ਹੀ ਬੜਾ ਗੰਦਾ, ਉਹ ਵੀ ਯਾਰ ਨੁਕਸਾਨਦੇਹ ਆ। ਸੋ ਹੁਣ ਸਾਨੂੰ ਇਹ ਕਹਿਣਾ ਪੈ ਰਿਹਾ ਵੀ ਰਿਫਾਈਨਡ ਵੀ ਨਾ ਖਾਓ। ਉਹ ਟੀ ਵੀ 'ਤੇ ਅਜੇ ਵੀ ਐਡਾਂ ਆਈ ਜਾਂਦੀਆਂ ਨੇ, ਫਲਾਣਾ ਰਿਫਾਈਨਡ ਖਾਓ ਅਤੇ ਫਲਾਣਾ ਰਸੀਲਾ ਖਾਓ ਅਤੇ ਆਹ ਖਾਓ ਅਤੇ ਉਹ ਖਾਓ। ਉਹ ਜੀ ਭਾਂਤ ਦੇ ਜਿਹੜੇ ਲੋਕ ਨੇ, ਭਾਂਤ ਦੀਆਂ ਕੰਪਨੀਆਂ ਨੇ, ਭਾਂਤ ਦੀ ਬੋਲੀ ਆ, ਉਹ ਆਪਣੇ ਟੀ ਵੀ 'ਤੇ ਝੂਠ ਸਮਾਨ ਬੋਲੀ ਜਾਂਦੇ ਆ। ਤਾਂ ਇਹ ਕਿਤੇ ਨਾ ਕਿਤੇ ਉਹ ਰਿਫਾਈਨਡ ਵੀ ਉੱਦਾਂ ਦਾ ਆ ਗਿਆ। ਸੋ ਹੁਣ ਤੇਲ ਕਿਹੜੇ ਖਾਣ ਦੀ ਖਾਈਏ? ਦੇਸੀ ਘੀ ਅੱਜ ਵੀ ਬਹੁਤ ਸਟੇਬਲ ਹੈ, ਸਟਿਲ ਉਹਦੀ ਆਪਣੇ ਗੁਣ ਹੈਗੇ ਆ। ਦੇਸੀ ਘੀ ਦੇ ਜਿਹੜਾ ਸੈਚੂਰੇਟਡ ਫੈਟ ਹੈ, ਸੈਚੂਰੇਟਡ ਫੈਟ ਬਾਡੀ ਨੂੰ ਚਾਹੀਦਾ ਹੁੰਦਾ ਕੁਛ ਨਾ ਕੁਛ, ਬਹੁਤ ਜ਼ਿਆਦਾ ਨਹੀਂ ਖਾਣਾ ਹੁੰਦਾ, ਲੇਕਿਨ ਕੁਛ ਨਾ ਕੁਛ ਚਾਹੀਦਾ ਹੁੰਦਾ। ਸੈਚੂਰੇਟਡ ਫੈਟ ਦੇ ਦੋ ਹੀ ਸੋਰਸ ਨੇ, ਦੇਸੀ ਘੀ ਹੈ ਜਾਂ ਥੋੜ੍ਹਾ ਮੀਟ ਹੈ। ਮੀਟ ਕਿਸੇ ਵੀ ਸ਼ਕਲ 'ਚ ਚਾਹੇ ਉਹਦੇ 'ਚ ਫਿਸ਼ ਨੂੰ ਛੱਡ ਕੇ, ਫਿਸ਼ ਦੇ ਅੰਦਰ ਸੈਚੂਰੇਟਡ ਫੈਟ ਜ਼ਿਆਦਾ ਨਹੀਂ ਹੁੰਦਾ। ਲੇਕਿਨ ਬਾਕੀ ਜਿਹੜਾ ਮੁਰਗਾ ਹੈ ਖਾਣਾ ਤੁਸੀਂ, ਜਾਂ ਤੁਸੀਂ ਮਟਨ ਖਾਣਾ ਜਾਂ ਕੋਈ ਹੋਰ ਖਾਣਾ, ਜਿਹੜਾ ਮੀਟ ਹੈ ਉਹਦੇ ਅੰਦਰ ਪੋਰਕ ਵੀ ਜਿਹੜੇ ਲੋਕ ਉਹ ਖਾਂਦੇ ਆ, ਗਾਂ ਦਾ ਮਾਸ ਖਾਂਦੇ ਆ, ਉਹ ਵੀ ਕਿਤੇ ਨਾ ਕਿਤੇ ਬੀਫ ਖਾਂਦੇ ਆ, ਤਾਂ ਉਹ ਸਾਰੇ ਦਾ ਸਾਰਾ ਕਿਤੇ ਨਾ ਕਿਤੇ ਸੈਚੂਰੇਟਡ ਫੈਟ ਹੈ। ਔਰ ਅੱਜ ਵੀ ਜਿੱਥੇ ਕਿਉਂਕਿ ਜਿਹੜੀ ਜਿਵੇਂ ਆਪਾਂ ਕਹਿ ਰਹੇ ਹਾਂ ਵੀ ਡਾਲਡਾ ਘੀ ਮਾੜਾ ਅਤੇ ਉਹ ਪਰ ਸਾਡੀ ਨੌਲੇਜ ਤੋਂ ਬਿਨਾਂ ਯੂਜ਼ ਹੋ ਰਿਹਾ। ਇੱਦਾਂ ਹੀ ਬਹੁਤ ਸਾਰਾ ਤੇਲ ਜਿਹੜਾ ਉਹ ਕਿੱਥੋਂ ਆ ਰਿਹਾ? ਜਦੋਂ ਵੀ ਜਿਹੜੀ ਮੀਟ ਇੰਡਸਟਰੀ ਹੈ, ਜਿਹੜਾ ਫਾਲਤੂ ਫੈਟ ਨਿਕਲਦਾ ਉਹਨੂੰ ਚੱਕ ਕੇ ਤੇਲ 'ਚ ਕਨਵਰਟ ਕਰ ਦਿੰਦੇ ਆ। ਉਹ ਤੇਲ ਵਿਕੀ ਜਾਂਦਾ। ਉਹ ਤੇਲ ਗਾਂ ਕਹਿੰਦੇ ਨਹੀਂ ਜੀ ਅਸੀਂ ਤਾਂ ਖਾਣ ਵਾਲੇ 'ਚ ਨਹੀਂ ਪਾਉਂਦੇ, ਸਾਬਣਾਂ 'ਚ ਪਾਉਂਦੇ, ਉਹ ਸਾਬਣਾਂ 'ਚ ਹੋਈ ਜਾਂਦਾ, ਸਾਬਣਾਂ 'ਚ ਪਈ ਜਾਂਦਾ ਹੈ। ਹੁਣ ਉਸ ਦਾ ਜਿਹੜਾ ਸਾਬਣ ਤੁਸੀਂ ਵਰਤ ਰਹੇ ਹੋ ਨਹਾਉਣ 'ਚ, ਉਹਦੇ ਕਿਤੇ ਗਾਂ ਦਾ ਤੇਲ ਪਾਇਆ ਹੋਵੇ, ਇਹ ਵੀ ਪੋਸੀਬਲ ਹੈ। ਇੱਦਾਂ ਦਾ ਕੰਮ ਚੱਲਦਾ। ਤਾਂ ਉਹ ਜਿਹੜਾ ਹੈ ਅਤੇ ਜਿਹੜੇ ਸੈਚੂਰੇਟਡ ਫੈਟ ਦੀਆਂ ਸੋਰਸਿਸ ਨੇ, ਦੇਸੀ ਘੀ ਸਟਿਲ ਆਪਣੀਆਂ ਉਹਦੇ ਗੁਣ ਨੇ। ਲੇਕਿਨ ਜਿਹੜੇ ਸਭ ਤੋਂ ਵਧੀਆ ਉੱਤਮ ਤੇਲ ਨੇ ਉਹ ਹੈਗੇ ਨੇ ਵੈਜੀਟੇਬਲ ਆਇਲਸ। ਵੈਜੀਟੇਬਲ ਆਇਲ ਦੇ ਵਿੱਚ ਸਾਡੇ ਆਪਣੇ ਤੇਲ ਕਿਹੜੇ ਨੇ? ਸਰੋਂ ਦਾ ਤੇਲ ਹੈ, ਮੂੰਗਫਲੀ ਦਾ ਤੇਲ ਹੈ, ਨਾਰੀਅਲ ਦਾ ਤੇਲ ਹੈ, ਤਿਲਾਂ ਦਾ ਤੇਲ ਹੈ, ਅਲਸੀ ਦਾ ਤੇਲ ਹੈ, ਸੈਫਲਾਵਰ ਹੈ, ਸਨਫਲਾਵਰ ਹੈ, ਵਧੀਆ ਤੇਲ ਨੇ। ਹਾਂ, ਪਾਮ ਆਇਲ ਨੂੰ ਛੱਡ ਕੇ, ਪਾਮ ਆਇਲ ਜਿਹੜਾ ਅੱਛਾ ਤੇਲ ਨਹੀਂ, ਅੱਛੇ ਉਹਦਾ ਫੈਟ ਅਕਾਊਂਟ ਅੱਛਾ ਨਹੀਂ ਹੈ ਪਾਮ ਆਇਲ ਦਾ। ਬਦਾਮ ਦਾ ਤੇਲ ਚਲੋ ਖੈਰ, ਉਹ ਤਾਂ ਬਦਾਮ ਮਹਿੰਗਾ ਬਹੁਤ ਪੈਂਦਾ ਤੇਲ, ਉਹ ਖਾਣ ਵਾਸਤੇ ਨਹੀਂ ਵਰਤਿਆ ਜਾ ਸਕਦਾ, ਉਹ ਤਾਂ ਅਦਰਵਾਈਜ਼ ਮੈਡੀਸਨ ਦੇ ਤੌਰ 'ਤੇ ਯੂਜ਼ ਹੁੰਦਾ। ਮੂੰਗਫਲੀ ਓਕੇ ਹੈ, ਮੂੰਗਫਲੀ ਦਾ ਤੇਲ ਬਹੁਤ ਅੱਛਾ। ਤਾਂ ਮੂੰਗਫਲੀ ਦਾ ਤੇਲ, ਇਹ ਸਾਰੇ ਤੇਲ ਕਿੱਦਾਂ ਖਾਣੇ ਆ? ਨਾਟ ਰਿਫਾਈਨਡ, ਨਾਟ ਡਾਲਡਾ ਘੀ। ਅੱਛਾ, ਬਨੋਲੇ ਦਾ ਤੇਲ ਸੀਗਾ ਜਿਹੜਾ ਪੁਰਾਣਾ, ਉਹ ਬਨੋਲੇ ਦਾ ਤੇਲ ਸਾਰਾ ਡਾਲਡੇ 'ਚ ਹੀ ਪੈਂਦਾ। ਅੱਜ ਬੀਟੀ ਬਨੋਲੇ ਦਾ ਤੇਲ ਡਾਲਡੇ 'ਚ ਪੈ ਰਿਹਾ। ਅਸੀਂ ਊਂ ਤਾਂ ਕਹਿੰਦੇ ਬੀਟੀ ਨਹੀਂ ਖਾ ਰਹੇ। ਬੀਟੀ ਦੀ ਜਿਹੜੀ ਅਪਰੂਵਲ ਮਿਲੀ ਹੋਈ ਹੈ, ਉਹ ਮਿਲੀ ਹੋਈ ਹੈ ਨਾਨ ਫੂਡ ਆਈਟਮ। ਬੀਟੀ ਕਾਟਨ ਦੀ ਜਿਹੜੀ ਅਪਰੂਵਲ ਹੈ ਸਰਕਾਰ ਤੋਂ, ਜਿਹੜਾ ਉਹਦੀ ਪਰਮਿਸ਼ਨ ਮਿਲੀ ਹੋਈ ਹੈ, ਉਹ ਇਸ ਕਰਕੇ ਮਿਲੀ ਹੋਈ ਹੈ ਵੀ ਕਾਟਨ ਇਜ਼ ਏ ਨਾਨ ਫੂਡ ਆਈਟਮ, ਇਟਸ ਨਾਟ ਏ ਫੂਡ। ਪਰ ਬਨੋਲੇ ਦਾ ਤੇਲ ਅਸੀਂ ਖਾ ਰਹੇ ਹਾਂ ਸਾਰੇ। ਬਨੋਲੇ ਦੀ ਖਲ ਸਾਡੇ ਡੰਗਰ ਖਾਂਦੇ ਆ, ਬਨੋਲੇ ਦਾ ਤੇਲ ਅਸੀਂ ਖਾਂਦੇ ਹਾਂ। ਤਾਂ ਉਹ ਜਿਹੜਾ ਤੇਲ ਕਿਹੜਾ ਖਾਣਾ ਹੈ? ਰॉ ਵੈਜੀਟੇਬਲ ਆਇਲਸ। ਕਾਟਨ ਸੀਡ ਆਇਲ ਮਿਲ ਰਿਹਾ, ਇਹ ਉਹੀ ਚੀਜ਼ ਹੈ? ਹਾਂ, ਹੋਰ ਕਾਟਨ ਸੀਡ ਆਇਲ ਜਿਹੜਾ ਬੀਟੀ, ਸਾਰਾ ਨਰਮਾ ਸਾਰਾ ਬੀਟੀ ਹੋ ਗਿਆ। ਦੂਜੀ ਕਾਟਨ ਦੀ ਕਪਾਹ ਤਾਂ ਹੈ ਹੀ ਨਹੀਂ ਗੀ, ਦੇਸੀ ਹੈ ਨਹੀਂ ਗਾ। ਸੋ ਦੇਸੀ ਨਹੀਂ ਹੈ ਤਾਂ ਬੀਟੀ ਹੈ ਸਾਰਾ। ਬੀਟੀ ਦਾ ਜ਼ਹਿਰੀਲਾ, ਉਹ ਜ਼ਹਿਰਾਂ ਨਾਲ ਭਰਿਆ ਹੋਇਆ, ਉਹਦੇ ਅੰਦਰ ਜਿਹੜਾ ਕੈਮੀਕਲਸ, ਪੈਸਟੀਸਾਈਡ ਵੀ ਨੇ ਬਹੁਤ ਹਾਈ ਨੇ, ਅਤੇ ਬੀਟੀ ਆਪ ਹੀ ਵੀ ਜ਼ਹਿਰੀਲਾ। ਬੀਟੀ ਦਾ ਪੌਦਾ ਹੀ ਜ਼ਹਿਰੀਲਾ ਹੁੰਦਾ। ਤਾਂ ਉਹ ਕਿਤੇ ਨਾ ਕਿਤੇ ਜਿਹੜਾ ਹੈ ਸਾਰਾ, ਉਹ ਜਿਹੜੀ ਖਲ ਨੇ ਸਾਡੇ ਡੰਗਰ ਖਾ ਰਹੇ ਹਾਂ, ਅਤੇ ਉਹ ਅਸੀਂ ਖਾ ਰਹੇ ਹਾਂ। ਅਤੇ ਉਸ ਤੋਂ ਬਾਅਦ ਜਿਹੜੀ ਖੇਤਾਂ ਦੇ ਅੰਦਰ ਜੋ ਸਾਡੇ ਡੰਗਰ ਚਰਨ ਜਾਂਦੇ ਆ, ਜਦੋਂ ਕਾਟਨ ਦਾ ਖੇਤ ਹੈ, ਜਦੋਂ ਚੁਗਿਆ ਜਾਂਦਾ ਤਾਂ ਉਹਦੇ ਅੰਦਰ ਬੱਕਰੀਆਂ, ਭੇਡਾਂ, ਜਾਨਵਰ ਸਾਰੇ ਚਰਦੇ, ਉਹਦੇ ਪੱਤੇ ਖਾਂਦੇ ਆ, ਫਿਰ ਰਹਿੰਦ ਖੁੰਦ ਉਹਦੇ, ਫਿਰ ਜ਼ਮੀਨ ਚਲੀ ਜਾਂਦੀ ਹੈ। ਅਤੇ ਉਹ ਛੋਟਾ ਜਿਹਾ ਵਾਤਾਵਰਨ, ਉਹਦੇ ਵਿੱਚ ਸਾਰਾ ਕੁਝ ਫਿਰੀ ਜਾਣਾ। ਚਾਹੇ ਅਸੀਂ ਕਹਿ ਲਈ ਬੀਟੀ ਨਾਨ ਕਾਟਨ ਹੈ, ਨਾਨ ਫੂਡ ਪ੍ਰੋਡਕਟ ਹੈ ਜੀ, ਅਲਟੀਮੇਟਲੀ ਤਾਂ ਉੱਥੇ ਹੀ ਗੇੜੇ ਉੱਥੇ ਦੇ ਜਾਣੇ ਉਹਨੇ, ਜਾਨਵਰਾਂ 'ਚ ਜਾਂ ਮਿੱਟੀ ਜਾਵਾਂਗੇ ਤਾਂ ਸਾਡੇ ਸੂਖਸ਼ਮ ਜੀਵ ਬੈਠੇ ਆ, ਉਹਨਾਂ ਨੇ ਉਹ ਖਾਣਾ, ਉਹਦਾ ਖਾਜਾ।
ਤਾਂ ਕਿਤੇ ਨਾ ਕਿਤੇ ਉਹ ਵੀ ਜਿਹੜਾ ਇਦਾਂ ਦਾ ਅਜੀਬ ਜਿਹੜੀ ਧੋਖਾ ਹੋ ਜਾਂਦੀ ਸਾਡੇ ਨਾਲ। ਤਾਂ ਉਹਦੇ 'ਚ ਆਪਾਂ ਜਿਹੜੀ ਨਟ ਸ਼ੈਲ ਜਿਹੜੀ ਫੈਟ ਦੀ ਗੱਲ ਖਤਮ ਕਰੀਏ ਕਿ ਫੈਟ ਜਿਹੜੇ ਨੇ ਕਿਹੜੇ ਖਾਣੇ ਆ, ਵੈਜੀਟੇਬਲ ਆਇਲਸ ਵਧੀਆ ਨੇ। ਵੈਜੀਟੇਬਲ 'ਚ ਸਾਡੇ ਤੇਲ ਕਿਹੜੇ ਨੇ, ਸਰੋਂ ਦਾ, ਮੂੰਗਫਲੀ ਦਾ, ਖੋਪੇ ਦਾ। ਉਸ ਤੋਂ ਬਾਅਦ ਤੁਹਾਡਾ ਲਾ ਲਓ ਅਲਸੀ ਦਾ, ਸੈਫਲਾਵਰ, ਤਿਲਾਂ ਦਾ। ਇਹ ਸਾਰੇ ਤੇਲ ਜਿਹੜੇ ਨੇ ਇਹ ਸਾਡੇ ਆਪਣੇ ਤੇਲ ਨੇ। ਓਲਿਵ ਆਇਲ ਸਾਡਾ ਆਪਣਾ ਨਹੀਂ ਹੈ। ਓਲਿਵ ਜਿਹੜਾ ਬਾਹਰ ਦਾ ਪਲਾਂਟ ਹੈ, ਓਲਿਵ ਆਇਲ ਅੱਛਾ ਹੁੰਦਾ ਲੇਕਿਨ ਸਾਡਾ ਆਪਣਾ ਨਹੀਂ ਹੈ। ਉਹ ਓਲਿਵ ਬਾਰੇ ਥੋੜ੍ਹਾ ਜਿਹਾ ਡਾਊਟ ਹੀ ਕਰਨ ਲੱਗੇ ਲੋਕ ਵੀ ਓਲਿਵ ਜਿੰਨਾ ਓਲਿਵ ਆਇਲ ਨੂੰ ਇਹਨਾਂ ਨੇ ਪਪੂਲਰ ਕੀਤਾ ਉਹਦਾ ਫੈਸ਼ਨ ਹੋ ਗਿਆ। ਕੁਛ ਚੀਜ਼ਾਂ ਫੈਸ਼ਨ ਹੋ ਜਾਂਦੀਆਂ, ਓਲਿਵ ਆਇਲ ਫੈਸ਼ਨ ਹੋ ਗਿਆ ਹੋਇਆ। ਉਹ ਫੈਸ਼ਨ ਹੋਣ ਕਰਕੇ ਉਹ ਕਹਿੰਦੇ ਜਿੰਨਾ ਤੇਲ ਵਿਕ ਰਿਹਾ ਉਨੇ ਓਲਿਵ ਦੇ ਪਲਾਂਟ ਹੀ ਨਹੀਂ। ਇਹਦਾ ਮਤਲਬ ਕੋਈ ਗੜਬੜ ਹੋ ਰਹੀ ਹੈ, ਕਿਉਂਕਿ ਉਹਨਾਂ ਨੇ ਸਾਰਾ ਐਸਟੀਮੇਟ ਲਾ ਕੇ ਦੇਖਿਆ ਵੀ ਕਿੰਨੇ ਓਲਿਵ ਦੇ ਟੋਟਲ ਪਲਾਂਟ ਨੇ ਅਤੇ ਕਿੰਨਾ ਓਲਿਵ ਆਇਲ ਕੰਜ਼ਿਊਮ ਹੋਣਾ ਚਾਹੀਦਾ, ਹੋ ਰਿਹਾ ਉਸ ਤੋਂ ਦੁੱਗਣਾ ਡੂਢਾ। ਤਾਂ ਕਿਤੇ ਨਾ ਕਿਤੇ ਉਹ 'ਚ ਓਲਿਵ ਆਇਲ ਆਪਾਂ ਨੂੰ ਖਾਣ ਦੀ ਲੋੜ ਵੀ ਨਹੀਂ ਹੈ, ਕੋਈ ਆਪਣਾ ਆਇਲ ਹੈ ਨਹੀਂ ਗਾ। ਉਹ ਠੀਕ ਹੈ, ਜੇ ਕੋਈ ਪੱਛਮ ਦਾ, ਹੁਣ ਤਾਂ ਅਸੀਂ ਪੱਛਮ ਵਾਲਿਆਂ ਨੂੰ ਕਹਿ ਦਿੰਦੇ ਹਾਂ ਵੀ ਤੁਸੀਂ ਓਲਿਵ ਆਇਲ ਖਾ ਲਓ, ਵਰਜਨ ਓਲਿਵ ਆਇਲ। ਰਾ ਨੂੰ ਅਸੀਂ ਕੀ ਕਹਿੰਦੇ ਹਾਂ, ਕੋਲਡ ਪ੍ਰੈਸਡ, ਜਿਹਨੂੰ ਕੱਚੀ ਕਹਾਣੀ ਦਾ ਕਹਿੰਦੇ ਆਪਾਂ, ਕੱਚੀ ਕਹਾਣੀ ਦਾ। ਸੋ ਤੇਲ ਜਿਹੜੇ ਵੀ ਖਾਣੇ ਆ ਕੱਚੀ ਕਹਾਣੀ ਦੇ ਖਾਣੇ ਆ, ਜਿਹਨੂੰ ਅਸੀਂ ਕੋਲਡ ਪ੍ਰੈਸ ਕਹਿੰਦੇ ਹਾਂ ਜਾਂ ਉਹਨੂੰ ਵੁੱਡ ਪ੍ਰੈਸ ਕਹਿੰਦੇ ਹਾਂ। ਕੋਲਡ ਪ੍ਰੈਸ ਦਾ ਮਤਲਬ ਇਹ ਹੈ ਕਿ ਸਲੋ ਚੱਲਦਾ, ਲੇਕਿਨ ਉਹ ਜਿਹੜਾ ਰੋਲਾ ਹੈ ਉਹ ਨਹੀਂ ਲੱਕੜ ਦਾ, ਉਹਦੇ ਆਸੇ ਪਾਸੇ ਜਿਹਦੇ ਉੱਪਰ ਘੁੰਮਦਾ ਉਹ ਗੁਟਕੇ ਲੱਕੜ ਦੇ ਨੇ, ਉਹ ਤਾਂ ਕੋਲਡ ਪ੍ਰੈਸਡ ਹੋ ਗਿਆ। ਉਹ ਹਲਕਾ ਜਿਹਾ ਗਰਮ ਹੁੰਦਾ, ਲੇਕਿਨ ਜਦੋਂ ਰੋਲਾ ਵੀ ਲੱਕੜ ਦਾ ਹੋ ਗਿਆ ਅਤੇ ਗੁਟਕੇ ਵੀ ਲੱਕੜ ਦੇ ਹੋ ਗਏ ਫਿਰ ਉਹ ਗਰਮ ਨਹੀਂ ਹੁੰਦਾ, ਫਿਰ ਠੰਡੇ ਦਾ ਠੰਡਾ ਨਿਕਲਿਆ ਆਉਂਦਾ। ਅਤੇ ਇਹਦਾ ਵੈਜੀਟੇਬਲ ਆਇਲ ਦੀ ਇਹ ਪ੍ਰੋਬਲਮ ਹੈ ਕਿ ਜਦੋਂ ਗਰਮ ਹੋ ਜਾਂਦੇ ਆ ਅਤੇ ਫਿਰ ਇਹ ਡਿਸਟਰੋਏ ਹੋ ਜਾਂਦੇ, ਇਹਨਾਂ ਦੇ ਅੰਦਰ ਜਿਹੜਾ ਆਕਸੀਡੇਸ਼ਨ ਪ੍ਰੋਸੈਸ, ਡਿਸਟਰਕਸ਼ਨ ਸ਼ੁਰੂ ਹੋ ਜਾਂਦੀ ਹੈ। ਅਤੇ ਜਿਹੜਾ ਆਮ ਕੋਲੂ ਲੱਗੇ ਹੁੰਦੇ ਆ ਉਹਦੇ ਅੰਦਰ ਹੀਟਰ ਲਾਏ ਹੁੰਦੇ ਆ ਜ਼ਿਆਦਾ ਤੇਲ ਕੱਢਣ ਵਾਸਤੇ, ਕਿਉਂਕਿ ਜਦੋਂ ਕੋਲਡ ਪ੍ਰੈਸ ਕਰੋਗੇ ਤਾਂ ਤੇਲ ਦੀ ਮਾਤਰਾ 5% ਘੱਟ ਜਾਂਦੀ ਹੈ। 5% ਤੇਲ ਜਿਹੜਾ ਉਹ ਖਲ 'ਚ ਰਹਿ ਜਾਂਦਾ, 5 ਤੋਂ ਲੈ ਕੇ 10%। ਤਾਂ ਉਹਨੂੰ ਕੱਢਣ ਵਾਸਤੇ ਉਹਨਾਂ ਨੇ ਹੀਟਰ ਲਾਏ ਹੁੰਦੇ ਆ ਵਿੱਚ ਉਹਦੇ। मैं दर्शकों को बताना चाहूँगा, डॉक्टर अमर सिंह आज़ाद जो MBBS MD हैं, मैं आचार्य मनीष, हमारे साथ डॉक्टर अवधेश पांडे वो भी MBBS MD हैं, डॉक्टर बिस्वरूप राय चौधरी, डॉक्टर खादर वली और हमारे पास 250 डॉक्टर्स की टीम। हमारी पूरी टीम ने मिल के पूरे भारत से शुगर को, BP को, जो गोलियां खिलाकर कंट्रोल करने का जो साइंस चल रही है, जिसको मेडिकल माफिया बोलते हैं, जो ये बोलता है कि गोली खा के कंट्रोल होती है, हम बिना दवाइयाँ शुगर को भी BP को भी रिवर्स करना सिखा रहे हैं। तो आप हिम्स हॉस्पिटल चंडीगढ़ में संपर्क करो। ये यहाँ पे ये हिम्स हॉस्पिटल एंड इंस्टीट्यूट ऑफ इंटीग्रेटेड मेडिकल साइंसेज जो कि डेराबस्सी चंडीगढ़ में है। तो जब आप यहाँ पे आ रहे हैं तो क्या आपकी एक्सपेक्टेशन होनी चाहिए, वो एक्सपेक्टेशन हमारे थेरेपी से मैच हो रही कि नहीं, ये आपके लिए जानना ज़रूरी है बिफोर यू स्टार्ट थिंकिंग अबाउट कमिंग हेयर। यहाँ आने से पहले कुछ बातें आपके दिमाग में क्लियर होनी चाहिए। तो उनमें एक काम हमारा होता है कि ड्रग्स, दवाइयाँ जो नशीली दवाइयाँ मिलती हैं, दी जाती हैं, जो एक वजह होती है पेशेंट की किडनी के ख़राब होने का, तो उन ड्रग्स को हम ड्रास्टिकली टेपर डाउन करते हैं, ड्रास्टिक टेपर डाउन। तो पहले तो मेंटल सेटअप ये करके आना है कि यहाँ आएंगे तो दवाइयाँ ड्रास्टिक टेपर डाउन हो सकती हैं। अगर आप उसके लिए तैयार हैं तो यहाँ पे आइए। इनका डायलिसिस पे है तो डायलिसिस का नेचुरल डायलिसिस पे आ जाएगा। हम तो बड़े सिंपली पेशेंट को ये समझाते हैं कि दुनिया में कोई भी बीमारी ज़ुबान पे लगाम नहीं है इसलिए आई है। अगर ज़ुबान पे लगाम खाने के लिए है तो डॉक्टर से वास्ता नहीं पड़ेगा। दूसरा, जो हमारे कैंसर के पेशेंट्स हैं, कैंसर के पेशेंट्स ये पहले ही जैसे डायग्नोसिस होता है उम्मीद छोड़ देते हैं कि अब तो टिकट कट गया, अब तो जाने की तैयारी हो गई, और साइकोलॉजिकली बहुत लो हो जाते हैं। तो छोटी छोटी चीज़ें भी उनके लिए बड़ा घातक हो जाती हैं। हम सबसे पहले उनको ये समझाते हैं कि ये जो कैंसर है ये आपका अपना सेल है जो इस स्थिति में आया है। क्या कोई स्थिति ऐसी है जिससे हम इसको रिवर्स कर पाएँ, और हम वही ये करते हैं। ये जितने भी आप पेशेंट देख रहे हैं ये सभी कैंसर के पेशेंट हैं। हिम्स हॉस्पिटल में हम लोग आयुर्वेद की अम्ब्रेला के नीचे हम लोग काम करते हैं, और यहाँ पे बिना किसी दवाई के, बिना किसी सर्जरी के बीमारियों का इलाज करते हैं। लीवर रोग, किडनी रोग, हार्ट, सोराइसिस, कैंसर, ल्यूकोडर्मा, बीपी, शुगर, थायराइड, मोटापा, घुटनों का दर्द, या आप भी हैं इन जैसी किसी भी लाइलाज बीमारी से परेशान, तो अब आपको चिंता करने की कोई आवश्यकता नहीं है, क्योंकि हम लेकर आए हैं हिम्स के नाम से दिल्ली व चंडीगढ़ के अंदर 2 बड़े हॉस्पिटल हैं।
जहां पर आपके खाने पीने रहने की सुविधा के साथ साथ एक ही छत के नीचे आयुर्वेद, पंचकर्मा, नेचुरोपैथी, होम्योपैथी, एलोपैथी व आहारीय चिकित्सा के माध्यम से आपकी बीमारी का सही समय पर सही समाधान किया जाता है। अगर आप भी चाहते हैं अपनी बीमारी का सही समाधान सही समय पर पाना, तो आप हमारे हिम्स हॉस्पिटल में आकर भी अपनी बीमारी का इलाज करवा सकते हैं। ਉਹ ਹੀਟਰ ਜੋ ਲਾਉਂਦੇ ਤਾਂ ਤੇਲ ਜਿਹੜਾ ਉਹ ਖਰਾਬ ਹੋ ਜਾਂਦਾ, ਤਾਂ ਉਹ ਕੋਲਡ ਪ੍ਰੈਸ ਖਾਣਾ ਬਹੁਤ ਜ਼ਰੂਰੀ ਹੈ। ਵੁੱਡ ਪ੍ਰੈਸ ਜਾਂ ਕੋਲਡ ਪ੍ਰੈਸ ਖਾਣਾ। ਜਿਹੜਾ ਪੁਰਾਣਾ ਸਾਡਾ ਝੋਟੇ ਵਾਲਾ ਕੋਲੂ ਹੁੰਦਾ ਸੀਗਾ, ਉਹ ਕਲਾਸੀਕਲ ਓਲਡ ਪ੍ਰੈਸ ਕੋਲਡ ਪ੍ਰੈਸ ਸੀਗਾ। ਉਹਦੇ 'ਚ ਬਾਹਰਲਾ ਜਿਹੜਾ ਉਹ ਬਣਾਇਆ ਹੁੰਦਾ ਸੀਗਾ ਉਹ ਵੀ ਲੱਕੜ ਦਾ ਹੁੰਦਾ ਸੀਗਾ, ਅਤੇ ਅੰਦਰ ਜਿਹੜਾ ਰੋਲਾ ਫਿਰਦਾ ਸੀ ਵੱਡਾ ਸਾਰਾ ਉਹ ਵੀ ਲੱਕੜ ਦਾ ਹੁੰਦਾ ਸੀਗਾ। ਮੈਂ ਆਪਣੇ ਅੱਖਾਂ ਨਾਲ ਦੇਖਿਆ ਹੋਇਆ ਸਾਰਾ ਉਹ ਕੋਲੂ ਚੱਲਦਾ ਅਤੇ ਤੇਲ ਨਿਕਲਦਾ। ਤਾਂ ਉਹਨੂੰ ਅਸੀਂ ਕਹਿੰਦੇ ਸੀ ਕੱਚੀ ਕਹਾਣੀ ਦਾ ਤੇਲ। ਉਹਦੀ ਖੁਸ਼ਬੂ ਅਤੇ ਉਹਦਾ ਸਾਰਾ ਜਿਹੜਾ ਉਹ ਮਤਲਬ ਕਮਾਲ ਦਾ ਸੀਗਾ ਉਸ ਵੇਲੇ। ਅਤੇ ਉਹ ਤੇਲਾਂ ਬਾਰੇ ਜਿਹੜੀ ਹੈ ਮੇਰੇ ਖਿਆਲ 'ਚ ਇੰਨੀ ਕੁ ਬਹੁਤ ਹੈ। ਤੇਲ ਤੁਸੀਂ ਜਿਹੜਾ ਪੰਜਾਬੀ ਤੜਕਾ ਹੈ, ਪੰਜਾਬੀ ਤੜਕਾ ਸਲੋ ਅੱਗ 'ਤੇ ਅਸੀਂ ਉਹਨੂੰ ਮਨ੍ਹਾ ਨਹੀਂ ਕਰ ਰਹੇ, ਕਿਉਂਕਿ ਉਹ ਸਾਡੇ ਕਲਚਰ ਦਾ ਹਿੱਸਾ, ਸਾਡੇ ਫੂਡ ਕਲਚਰ ਦਾ ਸਾਡਾ ਤੜਕਾ ਹਿੱਸਾ ਹੈ। ਸਲੋ ਅੱਗ 'ਤੇ ਤੁਸੀਂ ਕਰ ਲਓ, ਕੋਈ ਗੱਲ ਨਹੀਂ। ਸਲੋ ਅੱਗ 'ਤੇ ਥੋੜ੍ਹਾ ਜਿਹਾ ਜਿਹੜਾ ਤੇਲ ਨੂੰ ਗਰਮ ਕਰਕੇ ਅਤੇ ਉਹਦੇ 'ਚ ਅਸੀਂ ਹੌਲੀ ਹੌਲੀ ਅੱਗ 'ਤੇ ਤੜਕਾ ਭੁੰਨਦੇ ਹਾਂ। ਅਤੇ ਸਾਡਾ ਕਿਉਂਕਿ ਸੱਭਿਆਚਾਰ ਦਾ ਹਿੱਸਾ ਬਣਿਆ ਹੋਇਆ, ਲੇਕਿਨ ਉੱਪਰੋਂ ਪਾ ਕੇ ਜਿਹੜਾ ਖਾਣਾ ਤੇਲ ਹੈ ਉਹ ਸਭ ਤੋਂ ਉੱਤਮ ਹੈ। ਉੱਪਰੋਂ ਪਾ ਕੇ ਖਾਓ ਜਾਂ ਕੱਚੇ ਪੀ ਲਓ ਤੇਲ, ਉਹ ਜ਼ਿਆਦਾ। ਅਸੀਂ ਕਹਿੰਦੇ 15 ml 2 ਟਾਈਮ 30 ml ਤੱਕ ਤੁਸੀਂ ਕੱਚੀ ਕਹਾਣੀ ਦਾ ਤੇਲ ਪੀ ਸਕਦੇ ਹੋ। ਅਤੇ ਕੁਛ ਸੱਭਿਅਤਾਵਾਂ 'ਚ ਜਿਵੇਂ ਸਰੋਂ ਦਾ ਤੇਲ ਅਸੀਂ ਨਹੀਂ ਖਾਂਦੇ, ਬੰਗਾਲੀ ਕੱਚਾ ਖਾਂਦੇ ਆ। ਬੰਗਾਲੀਆਂ ਨੂੰ ਜਿਵੇਂ ਅਸੀਂ ਘਿਓ ਪਾ ਕੇ ਖਾਂਦੇ ਹਾਂ, ਬੰਗਾਲੀ ਸਰੋਂ ਦਾ ਤੇਲ ਵੀ ਉੱਪਰੋਂ ਪਾ ਕੇ ਖਾਂਦੇ ਆ ਕੱਚਾ। ਔਰ ਉਹਦੇ ਪ੍ਰਤੀ ਉਹਨਾਂ ਨੂੰ, ਉਹਦੇ ਟੇਸਟ ਪ੍ਰਤੀ ਉਹਨਾਂ ਨੂੰ ਕੋਈ ਨਹੀਂ ਹੈ। ਸਾਡੇ ਪੰਜਾਬੀਆਂ ਨੂੰ ਥੋੜ੍ਹੀ ਹੈਗੀ ਹੈ ਕਿ ਪੰਜਾਬੀ ਕੱਚਾ ਸਰੋਂ ਦਾ ਤੇਲ ਨਹੀਂ ਖਾ ਸਕਦੇ, ਤਾਂ ਇਹ ਬਸ ਕੀ ਖਾਂਦੇ ਆ। ਲੇਕਿਨ ਆਪਾਂ ਖੋਪੇ ਦਾ ਤੇਲ ਤਾਂ ਦੇਸੀ ਘੀ ਵਰਗਾ ਬਿਲਕੁਲ। ਮੂੰਗਫਲੀ ਦਾ ਤੇਲ ਦਾ ਵੀ ਟੇਸਟ ਬਹੁਤ ਅੱਛਾ ਹੈ। ਤਿਲਾਂ ਦਾ ਤੇਲ ਦਾ ਟੇਸਟ ਥੋੜ੍ਹਾ ਜਿਹਾ ਔਕਵਰਡ ਹੈ, ਲੇਕਿਨ ਬਹੁਤ ਮਾੜਾ ਨਹੀਂ ਹੈ। ਕਿਸੇ ਨੂੰ ਕੋਈ ਕਹਿ ਸਕਦਾ ਵੀ ਮੈਂ ਨਹੀਂ ਮੈਨੂੰ ਨਹੀਂ ਅੱਛਾ ਲੱਗਦਾ, ਲੇਕਿਨ ਖੋਪੇ ਅਤੇ ਮੂੰਗਫਲੀ 'ਚ ਬਿਲਕੁਲ ਹੀ ਕੋਈ ਦਿੱਕਤ ਨਹੀਂ ਹੈ। ਇਹ ਦੋਨੋਂ ਤੇਲ ਜਿਹੜੇ ਨੇ, ਇਵੇਂ ਅਲਸੀ ਦਾ ਤੇਲ ਵੀ ਥੋੜ੍ਹਾ ਹਲਕਾ ਜਿਹਾ ਡਿਫਰੈਂਟ ਟੇਸਟ ਹੁੰਦਾ, ਉਹ ਵੀ ਕੁਛ ਲੋਕਾਂ ਨੂੰ ਹੋ ਸਕਦਾ ਪਸੰਦ ਨਾ ਆਵੇ। ਨਹੀਂ, ਸਲਾਈਟਲੀ ਡਿਫਰੈਂਟ ਜਿਹਾ ਟੇਸਟ ਹੁੰਦਾ ਉਹਦਾ। ਸਰੋਂ ਤਿਲਾਂ ਦਾ ਤੇਲ ਦਾ ਵੀ ਹੁੰਦਾ ਡਿਫਰੈਂਟ ਜਿਹਾ ਥੋੜ੍ਹਾ ਜਿਹਾ, ਅਤੇ ਅਲਸੀ ਦਾ ਵੀ। ਲੇਕਿਨ ਜਿਹੜੀ ਹੈਗੀ ਮੂੰਗਫਲੀ ਅਤੇ ਨਾਰੀਅਲ, ਇਹ ਤਾਂ ਬਿਲਕੁਲ ਹੀ ਦੇਸੀ ਘਿਓ ਵਰਗੇ ਨੇ। ਇਹ ਤੁਸੀਂ ਵਿੱਚ ਪਾ ਕੇ ਖਾਓਗੇ ਤਾਂ ਫੂਡ ਉਲਟਾ ਖੁਰਾਕ ਜਿਹੜਾ ਖਾਣਾ ਜ਼ਿਆਦਾ ਟੇਸਟੀ ਹੋ ਜਾਂਦਾ। ਜਿਹੜੇ ਫੈਟਸ ਨੇ ਇਹਦੇ 'ਚ ਦੂਸਰਾ ਗੁਣ ਕੀ ਹੈ ਕਿ ਫੈਟ ਸੋਲੂਬਲ ਵਾਈਟਮਿਨਸ ਹੁੰਦੇ ਇਹਦੇ ਅੰਦਰ। ਵਾਈਟਮਿਨ A, D, E, K, ਇਹ ਵਾਈਟਮਿਨ ਦੇ ਅੰਦਰ ਹੁੰਦੇ ਆ। ਸੋ ਜੇ ਕੱਚਾ ਖਾਵਾਂਗੇ ਆਪਾਂ ਤਾਂ ਆਪਾਂ ਇਕੱਲਾ ਅਸੈਂਸ਼ੀਅਲ ਫੈਟੀ ਐਸਿਡਸ ਨਹੀਂ ਖਾ ਰਹੇ, ਆਪਾਂ ਫੈਟ ਸੋਲੂਬਲ ਵਾਈਟਮਿਨ ਵੀ ਨਾਲ ਖਾ ਰਹੇ ਹਾਂ। ਤਾਂ ਇਸ ਕਰਕੇ ਆਇਲਸ ਖਾਣੇ ਜਿਹੜੇ ਨੇ ਕਿਸੇ ਨਾ ਕਿਸੇ ਹੱਦ ਤੱਕ ਉਹ ਜ਼ਰੂਰੀ ਹੁੰਦੇ ਆ। ਜਿਹੜੇ ਆਇਲਸ ਆਪਾਂ ਜਿਵੇਂ ਦਵਾ ਪੌਦਿਆਂ ਦੀ ਆਪਾਂ ਗੱਲ ਕਰਦੇ ਹਾਂ, ਤਾਂ ਆਪਾਂ ਅਕਸਰ ਇੱਕ ਗੱਲ ਕਰਦੇ ਹਾਂ ਕਿ ਦਵਾ ਪੌਦੇ ਆਪਾਂ ਨੂੰ ਕੋਈ ਵੀ ਦਵਾ ਪੌਦਾ ਲੈਣਾ ਆਪਾਂ ਨੇ 1 ਹਫ਼ਤੇ ਤੋਂ ਵੱਧ ਨਹੀਂ ਲੈਣਾ ਹੈਗਾ। ਉਹਦੇ ਵਿੱਚ ਉਹਦੇ ਆਪਾਂ ਜਿੰਨੇ ਵੀ ਗੁਣ ਨੇ ਆਪਾਂ ਉਹਦੇ ਲੈ ਲੈਂਦੇ ਹਾਂ। ਕੀ ਤੇਲਾਂ ਦੇ ਵਿੱਚ ਵੀ ਆਪਾਂ ਨੂੰ ਬਦਲਣਾ ਚਾਹੀਦਾ ਵੀ 1 ਹਫ਼ਤੇ ਆਪਾਂ ਤੇਲਾਂ ਦਾ ਲੈ ਲਿਆ, ਅਲਸੀ ਦਾ ਲੈ ਲਿਆ, ਖੋਪੇ ਦਾ ਲੈ ਲਿਆ, ਨਾਰੀਅਲ ਦਾ, ਮੂੰਗਫਲੀ ਦਾ ਲੈ ਲਿਆ? ਇਹ ਵੀ ਬਿਲਕੁਲ ਸਹੀ ਗੱਲ ਤੁਹਾਡੀ। ਤੇਲ ਵੀ ਜਿਹੜੇ ਹਰ ਤੇਲ 'ਚ ਡਿਫਰੈਂਟ ਗੁਣ ਨੇ। ਜਿਵੇਂ ਖੋਪੇ ਦਾ ਤੇਲ ਹੈ, ਮੀਡੀਅਮ ਚੇਨ ਫੈਟੀ ਐਸਿਡ ਨੇ ਇਹਦੇ ਅੰਦਰ। ਮੀਡੀਅਮ ਚੇਨ ਫੈਟੀ ਐਸਿਡ ਜਿਹੜੇ ਹੈਗੇ ਨੇ ਉਹ ਬਿਲਕੁਲ ਮਾਂ ਦੇ ਦੁੱਧ ਵਰਗੇ ਆ। ਜੋ ਫੈਟੀ ਐਸਿਡ ਚੇਨ ਜਿਹੜੀਆਂ ਨੇ ਮਾਂ ਦੇ ਦੁੱਧ ਦੀਆਂ ਨੇ, ਸਾਡੇ ਹਿਊਮਨ ਬੀਇੰਗ ਦੀਆਂ, ਸੇਮ ਨਾਰੀਅਲ ਦੀਆਂ ਨੇ। ਇਸ ਕਰਕੇ ਕਹਿੰਦੇ ਵੀ ਜਿਹੜਾ ਜੇ ਕਿਸੇ ਨੂੰ ਸਭ ਤੋਂ ਮਾਂ ਦੇ ਨੇੜੇ ਅਗਰ ਕਿਸੇ ਬੱਚੇ ਨੂੰ ਖਾਣਾ ਦੇਣਾ ਹੋਵੇ ਤਾਂ ਕੋਕੋਨਟ ਹੈ, ਉਹ ਖੋਪਾ। ਤਾਂ ਹੀ ਅਸੀਂ ਪ੍ਰੈਫਰ ਕਰਦੇ ਹਾਂ ਕਿ ਤੁਸੀਂ ਨਟਸ ਮਿਲਕ ਬਣਾਓ ਖੋਪੇ ਵਾਲਾ। ਬੱਚੇ ਨੂੰ ਅਗਰ ਦੇਣਾ ਹੈ ਤਾਂ ਨਟਸ ਮਿਲਕ ਖੋਪੇ ਵਾਲਾ ਬਣਾ ਕੇ ਦਿਓ। ਅਤੇ ਖੋਪਾ ਕੁਦਰਤ ਦੀ ਇੱਕ ਵੰਡਰਫੁਲ ਕ੍ਰੀਏਸ਼ਨ ਹੈ, ਜਿਹਦੇ ਅੰਦਰ ਜਿਹੜੇ ਫੈਟਸ ਨੇ ਅਤੇ ਕੰਸਟੀਚੂਐਂਟਸ ਨੇ ਉਹਦੇ ਬਹੁਤ ਸਾਰੇ ਜਿਹੜੇ ਮਾਂ ਦੇ ਦੁੱਧ ਵਾਲੇ ਆ। ਤਾਂ ਇਸ ਕਰਕੇ ਫੈਟਸ ਜਿਹੜਾ ਉਹ ਬਦਲ ਕੇ ਖਾਣਾ ਬਿਲਕੁਲ ਸਹੀ ਗੱਲ ਤੁਹਾਡੀ ਕਿ 7 ਦਿਨ ਆਪਾਂ ਖੋਪੇ ਦਾ ਤੇਲ ਖਾਇਆ, 7 ਦਿਨ ਮੂੰਗਫਲੀ ਦਾ ਖਾ ਲਓ, 7 ਦਿਨ ਤਿਲਾਂ ਦਾ ਖਾ ਲਓ, 7 ਦਿਨ ਅਲਸੀ ਦਾ ਖਾ ਲਓ, ਇੱਦਾਂ ਬਦਲ ਕੇ ਖਾ ਲਓ ਤਾਂ ਉਹ ਜ਼ਿਆਦਾ ਬੈਟਰ ਹੋਏਗਾ। ਕਿਉਂਕਿ ਇਹਨਾਂ ਦੇ ਗੁਣ ਜਿਹੜੇ ਨੇ ਦਵਾ ਗੁਣ ਨੇ ਜਾਂ ਭੋਜਨ ਜਿਹੜੀ ਤੱਤ ਨੇ ਉਹ ਥੋੜ੍ਹੇ ਵੱਖਰੇ ਹੁੰਦੇ, ਹਰ ਪੌਦੇ ਦੇ ਵੱਖਰੇ ਹੁੰਦੇ। ਜੇ ਬਦਲ ਕੇ ਖਾਵਾਂਗੇ ਤਾਂ ਜ਼ਿਆਦਾ ਵਧੀਆ ਰਹੂਗਾ। ਹੁਣ ਆਪਾਂ ਅੱਗੇ ਆ ਜਾਈਏ ਫੈਟਸ ਦੀ ਗੱਲ। ਮੇਰੇ ਖਿਆਲ ਇੰਨੀ ਕੁ ਬਹੁਤ ਹੈ। ਉਸ ਤੋਂ ਆ ਜਾਈਏ ਕਿ ਪ੍ਰੋਟੀਨਸ ਦੀ ਗੱਲ 'ਤੇ। ਪ੍ਰੋਟੀਨ ਸਾਡਾ ਬਿਲਡਿੰਗ ਬਲਾਕ ਹੈ। ਪ੍ਰੋਟੀਨ ਤੋਂ ਸਾਡੀ ਸਰੀਰ ਬਣਿਆ ਹੋਇਆ। ਜਦੋਂ ਸਾਡਾ ਢਾਂਚਾ ਬਣਿਆ ਹੋਇਆ ਹੈ, ਇਹਦੇ ਅੰਦਰ 3 ਜਾਂ 4 ਮੁੱਖ ਚੀਜ਼ਾਂ ਲੱਗਦੀਆਂ ਨੇ।
ਨੰਬਰ 1 ਪ੍ਰੋਟੀਨਸ ਹੈ, ਸਭ ਤੋਂ ਜ਼ਿਆਦਾ ਪ੍ਰੋਟੀਨ ਦਾ ਬਣਦਾ ਹੈ। ਜਿਹੜਾ ਸਾਡੀਆਂ ਇੱਟਾਂ ਨੇ, ਸਾਡਾ ਸੀਮੈਂਟ ਹੈ, ਉਹ ਕੀ ਹੈ? ਪ੍ਰੋਟੀਨਸ ਨੇ। ਨੰਬਰ 2 ਤੇ ਫੈਟਸ ਨੇ। ਨੰਬਰ 3 ਤੇ ਕੈਲਸ਼ੀਅਮ ਹੈ। ਇਹ ਵੱਡਾ ਜਿਹੜਾ ਢਾਂਚਾ ਬਣਾਉਣ 'ਚ 3 ਚੀਜ਼ਾਂ ਦਾ ਰੋਲ ਹੈ, ਪ੍ਰੋਟੀਨਸ ਦਾ, ਫੈਟਸ ਦਾ ਤੇ ਕੈਲਸ਼ੀਅਮ ਦਾ। ਬਾਕੀ ਥੋੜ੍ਹੀ ਮਾਤਰਾ 'ਚ ਨੇ, ਬਹੁਤ ਸਾਰੀਆਂ ਚੀਜ਼ਾਂ ਨੇ, ਲੇਕਿਨ ਬਾਕੀ ਮਾਤਰਾ ਬਹੁਤ ਥੋੜ੍ਹੀ ਹੈ। ਜਿਹੜੀ ਕਹਿੰਦੇ ਮਾਈਕਰੋਸਕੋਪਿਕ ਮਾਈਕਰੋ ਨਿਊਟਰੀਐਂਟਸ ਕਹਿੰਦੇ ਨੇ ਅਸੀਂ ਇਹਨੂੰ, ਮਾਈਕਰੋ ਨਿਊਟਰੀਐਂਟਸ, ਯਾਨੀ ਕਿ ਉਹ ਖੁਰਾਕੀ ਤੱਤ ਜਿਹੜੇ ਬਹੁਤ ਥੋੜ੍ਹੀ ਮਾਤਰਾ 'ਚ ਚਾਹੀਦੇ ਆ। ਸੋ ਇਹ 3 ਤੱਤ ਨੇ ਜਿਹੜੇ ਸਾਡੇ ਸਰੀਰ ਨੂੰ ਬਿਲਡ ਕਰਦੇ, ਤੇ ਚੌਥਾ ਕਾਰਬੋਹਾਈਡਰੇਟ ਤੋਂ એનર્ਜੀ ਮਿਲਦੀ ਹੈ। ਇਹ 4 ਹੀ ਤੱਤ ਨੇ ਜਿਹੜੇ ਸਾਡੇ ਸਰੀਰ 'ਚ ਵੱਡੀ ਮਾਤਰਾ 'ਚ ਨੇ। ਹੁਣ ਪ੍ਰੋਟੀਨਸ ਬਾਰੇ ਇੱਕ ਬੜਾ ਮਿੱਥ ਬਣਿਆ ਹੋਇਆ, ਹਾਈ ਪ੍ਰੋਟੀਨ ਡਾਈਟ। ਮੈਨੂੰ ਮੈਡੀਕਲ ਪ੍ਰੋਫੈਸ਼ਨ ਦੇ ਅੰਦਰ ਜਦੋਂ ਦਾ ਮੈਂ MBBS ਦਾਖਲ ਹੋਇਆ, ਮੈਨੂੰ ਉਦੋਂ ਤੋਂ ਸੁਣੀ ਜਾਣਾ ਕਿ ਹਾਈ ਪ੍ਰੋਟੀਨ ਕਿੱਥੋਂ ਆਉਣਗੇ, ਪ੍ਰੋਟੀਨ ਕਿਵੇਂ ਖਾਣੇ ਆ। ਅਤੇ ਸਾਨੂੰ ਇੱਕ ਆਦਤ ਪਾਤੀ ਲਗਾਤਾਰ ਵੀ ਅਸੀਂ ਹਾਈ ਪ੍ਰੋਟੀਨ ਡਾਈਟ ਜ਼ਿਆਦਾ ਖਾਣ ਲੱਗੇ। ਜਿੰਨੇ ਬਾਡੀ ਬਿਲਡਰ ਨੇ, ਜਿੰਨੇ, ਕਿਉਂਕਿ ਸਾਡਾ ਜਿਹੜਾ ਸਮਾਜ ਆ ਉਹ ਬਾਡੀ ਕੌਨਸ਼ੀਅਸ ਹੈ ਕਿ ਪੱਠੇ ਮੋਟੇ ਹੋਣੇ ਚਾਹੀਦੇ ਆ, ਹੱਡੀਆਂ ਮੋਟੀਆਂ ਚਾਹੀਦੀਆਂ, ਕੱਦ ਕਾਠ ਚੰਗਾ ਹੋਣਾ ਚਾਹੀਦਾ। ਸੋ ਬੇਸਿਕਲੀ ਬਾਡੀ ਕੌਨਸ਼ੀਅਸ ਆ ਜੀ। ਅਤੇ ਉਹਦੇ ਅੰਦਰ ਨਾਲ ਹੀ ਜੁੜ ਗਈ ਵੀ ਹਾਈ ਪ੍ਰੋਟੀਨ ਡਾਈਟ ਖਾਣੀ ਆ, ਜਿਹਦੇ ਨਾਲ ਕਿ ਬਹੁਤ ਵੱਡਾ ਨੁਕਸਾਨ ਹੋਇਆ। ਹੁਣ ਹੌਲੀ ਜਾ ਕੇ ਸਮਝ ਆਈ ਕਿ ਹਾਈ ਪ੍ਰੋਟੀਨ ਡਾਈਟ ਖਾਣੀ ਜਿਹੜੀ ਆ ਉਹ ਬਹੁਤ ਨੁਕਸਾਨ ਕਰਦੀ ਹੈ। ਬੈਲੈਂਸ ਪ੍ਰੋਟੀਨ ਖਾਣੇ ਆ, ਆਊਟ ਆਫ ਦੀ ਪ੍ਰਪੋਰਸ਼ਨ, ਅਨੁਪਾਤ 'ਚ ਹੀ ਖਾਣੇ ਆ। ਕਿਉਂ? ਕਿਉਂਕਿ ਪ੍ਰੋਟੀਨ ਨੂੰ ਹਜਮ ਕਰਕੇ ਉਹਦੇ ਜਿਹੜੇ ਵੇਸਟ ਪ੍ਰੋਡਕਟਸ ਨੇ ਉਹ ਬਾਡੀ ਬਾਹਰ ਕੱਢਣ ਲੱਗਿਆਂ ਬਹੁਤ ਦਿੱਕਤ ਆਉਂਦੀ ਹੈ ਬਾਡੀ ਨੂੰ। ਜਿਹੜੇ ਕਾਰਬੋਹਾਈਡਰੇਟਸ ਨੇ, ਜੇ ਅਸੀਂ ਵੱਧ ਖਾ ਵੀ ਲਵਾਂਗੇ ਤਾਂ ਇੱਕ ਬਾਡੀ ਕੋਲ ਇਹਨਾਂ ਨੂੰ ਡੀਲ ਕਰਨ ਦੀ ਸਮਰੱਥਾ ਹੈਗੀ ਹੈ। ਲੇਕਿਨ ਜੇ ਅਸੀਂ ਪ੍ਰੋਟੀਨ ਜ਼ਿਆਦਾ ਖਾ ਲਾਂਗੇ ਤਾਂ ਬਾਡੀ ਕੋਲ ਸਮਰੱਥਾ ਨਹੀਂ ਹੈ। ਬੜੇ ਜ਼ੋਰ ਲੱਗਦਾ, ਬਾਡੀ ਦਾ, ਸਰੀਰ ਦਾ ਪੂਰਾ ਜ਼ੋਰ ਲੱਗ ਜਾਂਦਾ ਉਹਨਾਂ ਨੂੰ ਬਿਲੇ ਲਾਉਣ ਵਾਸਤੇ। ਇਸ ਕਰਕੇ ਪ੍ਰੋਟੀਨ ਦੀ ਜਿਹੜੀ ਮਾਤਰਾ ਹੈ ਉਹ ਸਾਨੂੰ ਜ਼ਿਆਦਾ ਨਹੀਂ ਖਾਣੀ। ਨੋ ਮੋਰ ਹਾਈ ਪ੍ਰੋਟੀਨ ਫੂਡਸ। 2-3 ਹਾਲਤਾਂ ਦੇ ਵਿੱਚ ਥੋੜ੍ਹਾ ਜਿਹਾ ਪ੍ਰੋਟੀਨ ਜ਼ਿਆਦਾ ਦੇਣਾ ਹੁੰਦਾ। ਇੱਕ ਤਾਂ ਪ੍ਰੈਗਨੈਂਟ ਔਰਤ, ਇੱਕ ਦੁੱਧ ਪਿਆਉਣ ਵਾਲੀ ਮਾਂ ਜਿਹੜੀ ਹੈ, ਦੁੱਧ ਪਿਆ ਰਹੀ ਹੈ, ਉਹਨੂੰ ਥੋੜ੍ਹਾ ਜ਼ਿਆਦਾ ਦੇਣਾ। ਅਤੇ ਤੀਜਾ ਹੈਗਾ ਗਰੋਇੰਗ ਬੱਚੇ। ਇਹਨਾਂ 3 ਹਾਲਤਾਂ ਨੂੰ ਛੱਡ ਕੇ ਬਾਕੀ ਪ੍ਰੋਟੀਨ ਦੀ ਮਾਤਰਾ ਸਾਨੂੰ ਬਹੁਤ ਆਪਟੀਮਲ ਰੱਖਣੀ ਹੁੰਦੀ ਹੈ। ਬਸ ਵੱਧ ਤੋਂ ਵੱਧ 1 ਗ੍ਰਾਮ ਪਰ ਕਿਲੋਗ੍ਰਾਮ ਬਾਡੀ ਵੇਟ ਦੀ ਪ੍ਰੋਟੀਨ ਦੀ ਲੋੜ ਹੁੰਦੀ ਹੈ, ਜਿਹੜਾ ਕਿ 60-70 ਗ੍ਰਾਮ 80 ਗ੍ਰਾਮ ਪ੍ਰੋਟੀਨ। ਇੰਨੇ ਕੁ ਪ੍ਰੋਟੀਨ ਜਿਹੜੇ ਨੇ ਉਹ ਤੁਸੀਂ ਜੇ ਕੋਈ ਵੀ ਹਾਈ ਪ੍ਰੋਟੀਨ ਡਾਈਟ ਨਾ ਖਾਓ ਤਾਂ ਵੀ ਮਿਲ ਜਾਂਦੇ ਆ। ਕਿਉਂ? ਕਿਉਂਕਿ ਕੋਈ ਵੀ ਖੁਰਾਕ ਦੀ ਸਾਡੀ ਆਈਟਮ ਹੈ, ਚਾਹੇ ਉਹ ਪੱਤੇ ਹੀ ਨੇ, ਉਹਦੇ ਵਿੱਚ ਵੀ ਪ੍ਰੋਟੀਨ ਨੇ। ਕਿਉਂਕਿ ਪ੍ਰੋਟੀਨ ਤੋਂ ਬਿਨਾਂ ਕੋਈ ਲਾਈਫ ਬਣਦੀ ਨਹੀਂ ਹੈ। ਸਾਰੀ ਲਾਈਫ ਜਿਹੜੀ ਹੈ, ਸਾਰੇ ਲਿਵਿੰਗ ਬੀਇੰਗ ਨੇ, ਸਾਰੇ ਪ੍ਰਾਣੀ ਜਿਹੜੇ ਨੇ, ਚਾਹੇ ਪੱਤੇ ਨੇ, ਚਾਹੇ ਘਾਹ ਹੈ, ਚਾਹੇ ਅਲਗੀ ਹੈ, ਚਾਹੇ ਕੁਛ ਵੀ ਹੈ, ਉਹ ਬਣਾ ਹੀ ਪ੍ਰੋਟੀਨ ਤੋਂ ਹੁੰਦਾ। ਅਤੇ ਪ੍ਰੋਟੀਨ ਤਾਂ ਹਰ ਚੀਜ਼ 'ਚ ਹੈਗਾ। ਇਸ ਕਰਕੇ ਇੱਦਾਂ ਸੋਚਣ ਦੀ ਲੋੜ ਨਹੀਂ ਹੈ। ਜਦੋਂ ਅਸੀਂ ਕਹਿੰਦੇ ਹਾਂ ਵੀ ਦਾਲਾਂ ਜ਼ਰੂਰ ਖਾਣੀਆਂ ਨੇ, ਅੰਡੇ ਜ਼ਰੂਰ ਖਾਣੇ ਆ, ਮੀਟ ਜ਼ਰੂਰ ਖਾਣਾ, ਤਾਂ ਅਸੀਂ ਕੀ ਕਹਿ ਰਹੇ ਹਾਂ? ਅਸੀਂ ਕਹਿੰਦੇ ਹਾਈ ਪ੍ਰੋਟੀਨ ਵਾਲੀ ਡਾਈਟ ਖਾਣੀ ਹੈ। ਹਾਈ ਪ੍ਰੋਟੀਨ ਵਾਲੀ ਡਾਈਟ ਬਹੁਤ ਥੋੜ੍ਹੀ ਮਾਤਰਾ 'ਚ ਖਾਣੀ ਹੁੰਦੀ ਹੈ, ਬਹੁਤ ਜ਼ਿਆਦਾ ਮਾਤਰਾ 'ਚ ਨਹੀਂ ਖਾਣੀ ਹੁੰਦੀ। ਜੇ ਆਪਾਂ ਹੁਣ ਹੌਲੀ ਸਾਨੂੰ ਸਮਝ ਆ ਰਹੀ, ਮੰਨ ਲਓ ਆਪਾਂ ਦਾਲਾਂ ਖਾਣੀਆਂ, ਦਾਲਾਂ ਦੇ ਸਭ ਤੋਂ ਜ਼ਿਆਦਾ ਹਾਈ ਪ੍ਰੋਟੀਨ ਡਾਈਟ ਨੇ। ਪੂਅਰ ਮੈਨਸ ਫੂਡ, ਜਿਹੜਾ ਪੂਅਰ ਮੈਨਸ ਪ੍ਰੋਟੀਨ ਨੇ ਉਹ ਦਾਲਾਂ ਨੇ। ਸਪਰਾਊਟ ਵੀ ਨੇ, ਹਾਂ, ਉਹ ਦਾਲਾਂ ਦੇ ਸਪਰਾਊਟ ਤਾਂ ਚਲੋ ਉਹ ਸਭ ਤੋਂ ਬੈਸਟ ਫਾਰਮ ਹੋ ਗਏ ਨਾ, ਕਿਉਂਕਿ ਕੱਚਾ ਖਾ ਰਹੇ ਅਸੀਂ, ਦਾਲਾਂ ਦੀ ਬਣਦੇ ਉਹ ਵੀ। ਦਾਲ ਕਿੰਨੀ ਖਾਣੀ ਹੈ? ਜਿੰਨਾ ਤੁਸੀਂ ਅਨਾਜ ਖਾ ਰਹੇ ਹੋ ਉਹਦਾ 5ਵਾਂ ਹਿੱਸਾ। ਕਿਉਂ? ਤੁਸੀਂ ਕੁਦਰਤ 'ਚ ਦੇਖੋ, ਕੁਦਰਤ ਵਿੱਚ ਦੇਖੋ, ਕੁਦਰਤ ਦੇ ਅੰਦਰ ਤੁਸੀਂ ਕਹਿੰਦੇ ਜਾਓ, ਲੱਭਣਾ ਸ਼ੁਰੂ ਕਰੋ ਜੰਗਲ 'ਚ। ਜਿਹੜੀਆਂ ਦਾਲਾਂ ਹੁੰਦੀਆਂ ਨੇ ਇਹਨੂੰ ਕਹਿੰਦੇ ਡਾਈਕੋਟਿਲਿਡਨ, ਯਾਨੀ ਕਿ 2 ਦਲੇ ਹੁੰਦੇ ਆ, 2 ਦੋ ਹੁੰਦੀਆਂ ਨੇ। ਜਦੋਂ ਬੀਜ ਨੂੰ ਤੋੜੋਗੇ ਤਾਂ 2 'ਚ ਟੁੱਟ ਜਾਣਗੇ ਉਹ। ਛੋਲਿਆਂ ਨੂੰ ਤੋੜੋ ਤੁਸੀਂ, ਮਾਂਹ ਨੂੰ ਤੋੜੋ, ਮੂੰਗੀ ਨੂੰ ਤੋੜੋ, ਉਹਦੇ 2 ਹਿੱਸੇ ਹੋ ਜਾਣਗੇ। ਉਹਨੂੰ ਕਹਿੰਦੇ ਆ ਡਾਈਕੋਟਿਲਿਡਨਸ। ਯਾਨੀ ਕਿ 2 ਪਾਰਟ ਨੇ ਉਹਦੇ ਬੀਜ ਦੇ, ਵਿਚਾਲੇ ਉਹਦੇ ਭਰੂਣ ਹੁੰਦਾ। ਜਿਹੜੇ ਬਾਕੀ ਦੇ ਅਨਾਜ ਨੇ ਇਹ ਮੋਨੋਕੋਟਸ ਨੇ, ਯਾਨੀ ਕਿ ਉਹਦੇ ਅੰਦਰ ਇੱਕੋ ਹੀ ਗਿਰੀ ਹੁੰਦੀ ਉਹਦੀ, ਸਿੰਗਲ। ਇਹਦੀ ਬਾਕੀ ਨਾ ਜਿਹੜੀ ਗਿਰੀ ਹੁੰਦੀ ਹੈ ਉਹ 2 ਹਿੱਸਿਆਂ 'ਚ ਹੁੰਦੀ ਹੈ, ਵਿਚਾਲੇ ਭਰੂਣ ਨਾਲ ਪਾਇਆ ਹੁੰਦਾ। ਇੱਕ ਅੱਧਾ ਉੱਧਰ, ਅੱਧਾ ਉੱਧਰ ਹੈ। ਸੋ ਡਾਈਕੋਟਸ ਅਤੇ ਮੋਨੋਕੋਟਸ ਜੇ ਅਸੀਂ ਜੰਗਲ ਜਾ ਕੇ ਲੱਭੀਏ ਤਾਂ ਆਪਾਂ ਪਾਵਾਂਗੇ ਕਿ 80% ਮੋਨੋਕੋਟਸ ਨੇ ਨੇਚਰ 'ਚ, 20% ਡਾਈਕੋਟਸ ਨੇ। ਜੋ ਆਪੇ ਹਿਸਾਬ ਲਾ ਲਓ ਵੀ ਕੁਦਰਤ ਦੀ ਭਾਸ਼ਾ ਕੀ ਹੈ। ਹਾਂ, ਤਾਂ ਉਹਦੀ 20% ਹੀ ਲੋੜ ਹੈ। ਸੋ ਆਪਾਂ ਨੂੰ ਜਦੋਂ ਵੀ ਹਾਈ ਪ੍ਰੋਟੀਨ ਡਾਈਟ ਖਾਣੀ ਹੈ
ਕੋਈ ਵੀ ਹਾਈ ਪ੍ਰੋਟੀਨ ਡਾਈਟ ਖਾਣੀ ਹੈ ਤਾਂ ਉਹ ਸਾਡੀ ਟੋਟਲ ਮਾਤਰਾ ਦਾ 20% ਤੋਂ ਉੱਪਰ ਨਹੀਂ ਹੋਣਾ ਚਾਹੀਦਾ। ਉਹ ਜਦੋਂ ਕਈ ਕੁਝ ਖਾ ਰਹੇ ਆਪਾਂ, ਦੁੱਧ ਵੀ ਪੀ ਰਹੇ ਹਾਂ, ਆਪਾਂ ਡਰਾਈ ਫਰੂਟਸ ਵੀ ਖਾ ਰਹੇ ਹਾਂ, ਆਪਾਂ ਦਾਲਾਂ ਵੀ ਖਾ ਰਹੇ ਹਾਂ, ਹਾਂ, ਤਾਂ ਇਹ ਇੰਨਾ ਕੁਝ ਆਪਾਂ ਸਾਰਾ ਕੁਝ ਬੈਲੈਂਸ ਕਰਨਾ ਪਏਗਾ। ਸਾਨੂੰ ਜ਼ਿਆਦਾ ਸਾਨੂੰ ਕੰਪਲੈਕਸ ਕਾਰਬੋਹਾਈਡਰੇਟਸ ਚਾਹੀਦੇ ਆ ਸਭ ਤੋਂ ਜ਼ਿਆਦਾ, ਕਿਉਂਕਿ ਸਾਨੂੰ ਊਰਜਾ ਚਾਹੀਦੀ ਹੈ। ਸੋ ਸਾਡੀ ਡਾਈਟ ਦਾ ਜਿਹੜਾ ਬਲਕ ਹੈ, ਵੱਡਾ ਹਿੱਸਾ ਹੈ, ਸਟੈਪਲ ਫੂਡ ਹੈ, ਉਹ ਕੰਪਲੈਕਸ ਕਾਰਬੋਹਾਈਡਰੇਟਸ ਦਾ ਬਣਿਆ ਹੋਣਾ ਚਾਹੀਦਾ, ਯਾਨੀ ਕਿ ਉਹ ਕਾਰਬੋਹਾਈਡਰੇਟਸ ਜਿਹੜੇ ਹੌਲੀ ਹੌਲੀ ਹਜਮ ਹੋਣ, ਉਹਨੂੰ ਕਹਿੰਦੇ ਕੰਪਲੈਕਸ ਕਾਰਬੋਹਾਈਡਰੇਟਸ। ਫਾਈਬਰ ਕੰਟੇਨਿੰਗ ਕਾਰਬੋਹਾਈਡਰੇਟਸ, ਅਨਾਜ, ਫਾਈਬਰ ਕੰਟੇਨਿੰਗ ਅਨਾਜ। ਤੋ ਜਿਹੜੇ ਪ੍ਰੋਟੀਨ ਦੀ ਗੱਲ ਹੈ ਕਿ ਦਾਲਾਂ ਜੇਕਰ ਅਸੀਂ ਖਾਣੀਆਂ ਨੇ ਤਾਂ 20% ਤੋਂ ਉੱਪਰ ਨਹੀਂ ਹੋਣੀ ਚਾਹੀਦੀਆਂ ਟੋਟਲ ਫੂਡ ਦਾ। ਬਾਕੀ ਅਦਰਵਾਈਜ਼ ਪ੍ਰੋਟੀਨਸ ਬਾਕੀ ਸਾਰੀ ਡਾਈਟਸ ਵੀ ਹੁੰਦੇ ਆ, ਪ੍ਰੋਟੀਨ ਦੀ ਕੋਈ ਦਿੱਕਤ ਨਹੀਂ ਹੈ। ਜਦੋਂ ਬੈਲੈਂਸ ਕਰਕੇ ਡਾਈਟ ਖਾਵਾਂਗੇ ਆਪਾਂ ਤਾਂ ਆਪਣੇ ਪ੍ਰੋਟੀਨ ਸਭ ਦੇ ਪੂਰੇ ਹੋ ਜਾਂਦੇ ਆ। ਬਸ ਥੋੜ੍ਹੀ ਜਿਹੀ ਕੋਸ਼ਿਸ਼ ਖਿਆਲ ਰੱਖਣਾ, ਜੇ ਬੱਚਾ ਗਰੋਇੰਗ ਹੈ ਤਾਂ ਥੋੜ੍ਹਾ ਜਿਹਾ ਐਕਸਟਰਾ ਦੇ ਉਹਦਾ ਖਿਆਲ ਰੱਖਣਾ। ਇੱਕ ਪ੍ਰੈਗਨੈਂਟ ਔਰਤ ਹੈ ਤਾਂ ਉਹਦਾ ਥੋੜ੍ਹਾ ਜਿਹਾ ਐਕਸਟਰਾ ਖਿਆਲ ਰੱਖਣਾ। ਅਤੇ ਬਾਕੀ ਆਮ ਤੌਰ 'ਤੇ ਲੋੜ ਨਹੀਂ ਪੈਂਦੀ, ਜਾਂ ਲੈਕਟੇਟਿੰਗ ਮਦਰ ਵੀ ਥੋੜ੍ਹੀ ਜਿਹੀ ਜਿਹੜੀ ਦੁੱਧ ਪਿਆਰੀ ਮਾਂ ਨੂੰ ਥੋੜ੍ਹਾ ਜ਼ਿਆਦਾ ਰੱਖਣਾ। ਅਦਰਵਾਈਜ਼ ਨੋਰਮਲ ਬੰਦੇ ਵਾਸਤੇ ਜਿਹੜੇ ਪ੍ਰੋਟੀਨਸ ਨੇ, ਉਹਨੂੰ ਕੋਈ ਪ੍ਰੋਟੀਨ ਰਿਚ ਫੂਡਸ ਖਾਣ ਦੀ ਐਕਸਟਰਾ ਦੀ ਲੋੜ ਨਹੀਂ ਹੁੰਦੀ। ਅਤੇ ਉਹ ਚੇਤਨ ਹੋ ਜਾਣਾ। ਉਹ ਇਸ ਕਰਕੇ ਮੈਨੂੰ ਬਾਰ-ਬਾਰ ਕਹਿਣਾ ਪੈ ਰਿਹਾ ਕਿ ਸਾਨੂੰ ਡਾਕਟਰਾਂ ਨੇ, ਮੈਡੀਕਲ ਪ੍ਰੋਫੈਸ਼ਨ ਨੇ ਬਾਰ-ਬਾਰ ਇਹ ਕਹਿ ਕਿ ਹਾਈ ਪ੍ਰੋਟੀਨ ਡਾਈਟ ਖਾਣ ਲਾਤਾ ਹੋਇਆ, ਅਤੇ ਉਹ ਹਾਈ ਪ੍ਰੋਟੀਨ ਡਾਈਟ ਇਸ ਵੇਲੇ ਬਹੁਤ ਨੁਕਸਾਨ ਕਰ ਰਹੀ ਹੈ। ਉਹਦਾ ਯੂਰਿਕ ਐਸਿਡ ਵੱਧ ਰਿਹਾ, ਦੇਖੋ ਕਿੰਨਾ ਜ਼ਿਆਦਾ ਯੂਰਿਕ ਐਸਿਡ ਵੱਧ ਰਿਹਾ, ਕਿੰਨੀਆਂ ਪੱਥਰੀਆਂ ਬਣ ਰਹੀਆਂ ਨੇ। ਹਾਂ, ਤਾਂ ਸਾਰੇ ਨਾਲ ਕਿਤੇ ਨਾ ਕਿਤੇ ਉਹਦੇ ਅੰਦਰ ਸਾਨੂੰ, ਕਿਉਂਕਿ ਬਾਡੀ ਨੂੰ ਬਾਹਰ ਕੱਢਣਾ ਬਹੁਤ ਔਖਾ, ਸੋ ਪ੍ਰੋਟੀਨਸ ਬਾਰੇ ਜਿਹੜੀ ਹੈ ਉਹ ਇੱਕ ਕੋਸ਼ਿਸ਼ ਰਹਿਣ ਦੀ ਲੋੜ ਹੈ। ਅਤੇ ਦੂਜੀ ਗੱਲ, ਪ੍ਰੋਟੀਨਸ ਬਾਰੇ ਇੱਕ ਗੱਲ ਖਾਸ ਕਰਕੇ ਕੋਸ਼ਿਸ਼ ਰਹਿਣ ਦੀ ਲੋੜ ਹੈ, ਜਿਹੜੀ ਆਪਾਂ ਬਾਰ-ਬਾਰ ਗੱਲ ਕਰਦੇ ਹਾਂ ਕਿ ਪ੍ਰੋਟੀਨਸ ਜਿਹੜੇ ਹੁੰਦੇ, ਕਿਉਂਕਿ ਬਿਲਡਿੰਗ ਬਲੋਕ ਨੇ, ਉਹਦੇ ਜਾ ਕੇ ਚੀਜ਼ ਬਣਨੀ ਹੈ। ਪ੍ਰੋਟੀਨਸ ਅਸੀਂ ਉਹੀ ਖਾਣੇ ਚਾਹੀਦੇ ਆ ਸਾਨੂੰ ਜਿਹੜੇ ਪ੍ਰੋਟੀਨ ਸਾਡੇ ਰਵਾਇਤੀ ਭੋਜਨ ਨੇ। ਬਦਲੇ ਹੋਏ ਪ੍ਰੋਟੀਨਸ ਸਰੀਰ 'ਚ ਜਦੋਂ ਜਾਣਗੇ ਤਾਂ ਉਹ ਬਹੁਤ ਮਤਲਬ ਜਿਹਨੂੰ ਕਹਿੰਦੇ ਬਹੁਤ ਡਿਸਟਰਬ ਕਰਦੇ ਆ ਸਰੀਰ ਨੂੰ। ਕਿਉਂ? ਆਪਾਂ ਬਹੁਤ ਵਾਰੀ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਪ੍ਰੋਟੀਨਸ, ਅਗਰ ਰੋਂਗ ਪ੍ਰੋਟੀਨਸ ਬਾਡੀ ਜਾਏਗਾ ਤਾਂ ਬਾਡੀ ਲਈ ਬਹੁਤ ਭਾਜੜਾਂ ਪੈ ਜਾਂਦੀਆਂ ਨੇ। ਕਿਉਂਕਿ ਬਾਡੀ ਬਿਲਕੁਲ ਲਾਈਕ ਨਹੀਂ ਕਰਦੀ ਕਿ ਰੋਂਗ ਪ੍ਰੋਟੀਨ ਮੇਰੇ ਕੋਲ ਆਉਣ। ਜਿਹਨਾਂ ਪ੍ਰੋਟੀਨ ਨੂੰ ਮੈਂ ਪਛਾਣ, ਜਿਹੜੇ ਪ੍ਰੋਟੀਨ ਨੂੰ ਬਾਡੀ ਪਛਾਣਦੀ ਨਹੀਂ ਹੋਊਗੀ, ਉਹਦੇ ਖਿਲਾਫ ਰਿਐਕਸ਼ਨ ਕਰੇਗੀ ਪੂਰਾ। ਉਹ ਐਲਰਜੀਜ਼ ਆ ਰਹੀਆਂ, ਦੇਖੋ ਕਿੰਨੀਆਂ ਵੱਧ ਰਹੀਆਂ ਐਲਰਜੀਜ਼, ਉਹ ਕਾਹਦੇ ਕਰਕੇ ਨੇ? ਕਿਉਂਕਿ ਰੋਂਗ ਪ੍ਰੋਟੀਨ ਜਾ ਰਹੇ ਆ। ਆਟੋਇਮਿਊਨ ਡਿਸਆਰਡਰ ਕਿੰਨੇ ਆ ਰਹੇ ਆ? ਰੋਂਗ ਪ੍ਰੋਟੀਨ ਜਾ ਰਹੇ ਆ। ਰੋਂਗ ਪ੍ਰੋਟੀਨ ਕਿੱਥੋਂ ਆਏ ਆ? ਖੇਤੀ 'ਚ ਗੰਦ ਪਾਇਆ ਸੀ, ਉਹ ਕੈਮੀਕਲ ਪਾਏ ਪਹਿਲਾਂ, ਤਾਂ ਉਹਦੇ ਨਾਲ ਉਹਦਾ ਸਾਰਾ ਢਾਂਚਾ ਬਦਲ ਗਿਆ। ਜਿਹੜੇ ਗ੍ਰੇਨਸ ਨੇ ਜਾਂ ਹੋਰ ਪੌਦੇ ਨੇ, ਉਸ ਤੋਂ ਬਾਅਦ ਅਸੀਂ ਹੁਣ ਉਹਦੇ 'ਚ ਹਾਈਬ੍ਰਿਡਾਈਜੇਸ਼ਨ ਕੀਤੀ, ਹਾਈਬ੍ਰਿਡ ਲਿਆਏ ਅਸੀਂ, ਉਹ ਬਦਲਤਾ। ਫਿਰ ਅਸੀਂ ਉਹ ਲਿਆਏ ਜਿਹੜੇ ਹੁਣ ਜੈਨੇਟਿਕਲੀ ਮੋਡੀਫਾਈਡ ਲੈ ਕੇ ਆ ਰਹੇ ਹਾਂ, ਉਹ ਸੱਤਿਆਨਾਸ਼ ਕਰਤਾ ਸੀ, ਬਿਲਕੁਲ ਹੀ ਬਦਲਤਾ ਜਾ ਕੇ। ਹੁਣ ਜੈਨੇਟਿਕਲੀ ਮੋਡੀਫਾਈਡ ਟੀਕੇ ਲਾਈ ਜਾ ਰਹੇ ਲੋਕਾਂ ਨੂੰ। ਤਾਂ ਰੋਂਗ ਪ੍ਰੋਟੀਨ ਜਦੋਂ ਤੁਸੀਂ ਲਾਉਂਦੇ ਹੋ, ਕਦੇ ਬਾਡੀ ਦੇ ਅੰਦਰ ਹੁਣ ਤੁਸੀਂ ਇੰਜੈਕਟ ਕਰ ਰਹੇ ਹੋ ਰੋਂਗ ਪ੍ਰੋਟੀਨ, ਤਾਂ ਇੰਜੈਕਟ ਦਾ ਤਾਂ ਤੁਸੀਂ ਇੰਟੈਸਟਾਈਨ ਨੂੰ ਬਾਈਪਾਸ ਹੀ ਕਰਤਾ। ਉਹਦਾ ਸਿੱਧੇ ਤੁਸੀਂ ਬਲੱਡ 'ਚ ਮਾਰੇ ਚੱਕ ਕੇ। ਅਤੇ ਜਦੋਂ ਬਲੱਡ 'ਚ ਰੋਂਗ ਪ੍ਰੋਟੀਨ ਮਾਰੇ ਤਾਂ ਰੋਂਗ ਪ੍ਰੋਟੀਨ ਤਾਂ ਜਾ ਕੇ ਭੜਥੂ ਪਾਉਣਗੇ, ਕਿਉਂਕਿ ਰੋਂਗ ਪ੍ਰੋਟੀਨ ਤਾਂ ਬਾਡੀ ਆਉਣ ਨਹੀਂ ਦਿੰਦੀ ਸਰੀਰ 'ਚ। ਕਿਉਂ ਨਹੀਂ ਆਉਣ ਦਿੰਦੀ? ਆਪਾਂ ਪਹਿਲਾਂ ਹੀ ਬਹੁਤ ਵਾਰੀ ਗੱਲ ਕਰ ਚੁੱਕੇ ਹਾਂ ਕਿ ਰੋਂਗ ਪ੍ਰੋਟੀਨ ਅਗਰ ਆਏਗਾ ਤਾਂ ਸਾਡੇ ਪ੍ਰਜਨਨ ਅੰਗਾਂ 'ਚ ਲੱਗੇਗਾ, ਜਾ ਕੇ ਪ੍ਰਜਨਨ ਸੈੱਲਾਂ 'ਚ ਲੱਗੇਗਾ, ਅਤੇ ਉਹ ਪ੍ਰਜਨਨ ਸੈੱਲ 'ਚ ਅਗਰ ਲੱਗ ਗਿਆ ਰੋਂਗ ਪ੍ਰੋਟੀਨ, ਅਤੇ ਅਗਲਾ ਬੱਚਾ ਜਿਹੜਾ ਬਣਨਾ ਉਹ ਕਿੱਦਾਂ ਦਾ ਹੋਏਗਾ? ਬਹੁਤ ਹੀ ਖਤਰਨਾਕ ਉਹਦੇ ਸਿੱਟੇ ਨਿਕਲ ਸਕਦੇ ਆ। ਤਾਂ ਹੀ ਅਬੋਰਸ਼ਨਾਂ ਵੱਧ ਰਹੀਆਂ ਨੇ ਬਹੁਤ ਜ਼ਿਆਦਾ। ਤਾਂ ਹੀ ਨੇਚਰ ਰਿਪਰੋਡਕਸ਼ਨ ਬੰਦ ਕਰ ਦਿੰਦੀ ਹੈ। ਜਦੋਂ ਤੁਹਾਡੇ ਜਾ ਕੇ ਪ੍ਰਜਨਨ ਅੰਗਾਂ ਦੇ ਵਿੱਚ ਗਲਤ ਪ੍ਰੋਟੀਨ ਲੱਗਦੇ ਆ, ਉੱਥੇ ਫਿਰ ਉਹ ਭਾਂਤ ਦੀਆਂ ਅਬਨੋਰਮੈਲਿਟੀਜ਼ ਹੁੰਦੀਆਂ ਨੇ, ਤਾਂ ਉਹ ਨੇਚਰ ਪਹਿਲਾਂ ਬਲੋਕ ਹੀ ਕਰ ਦਿੰਦੀ ਹੈ। ਮੈਨੂੰ ਇਹਦੇ ਪੈਦਾ ਕਰਨ ਦੇ ਕਾਬਲ ਹੀ ਨਹੀਂ ਹੈ। ਸਾਡੇ ਪ੍ਰਜਨਨ ਅੰਗ ਬੱਚੇ ਪੈਦਾ ਕਰਨ ਦੇ ਕਾਬਲ ਹੀ ਨਹੀਂ ਰਹੇ। ਰੋਜ਼ ਮਰੀਜ਼ ਆਉਂਦੇ ਸਾਡੇ ਕੋਲ। ਤਾਂ ਇਹ ਕਿਤੇ ਨਾ ਕਿਤੇ ਪ੍ਰੋਟੀਨਸ ਬਾਰੇ ਬਹੁਤ ਹੀ ਸਾਨੂੰ ਕੋਸ਼ਿਸ਼ ਰਹਿਣ ਦੀ ਲੋੜ ਹੈ। ਮਾਤਰਾ ਵੀ ਗਲਤ ਨਹੀਂ ਖਾਣੀ, ਔਰ ਰੋਂਗ ਪ੍ਰੋਟੀਨਸ ਨਹੀਂ ਖਾਣੇ। ਸਾਨੂੰ ਆਪਣੇ ਰਵਾਇਤੀ ਖਾਣੇ ਚਾਹੀਦੇ ਆ, ਜਿਹੜੇ ਸਾਡੇ ਪੁਰਖੇ ਹਜ਼ਾਰਾਂ ਲੱਖਾਂ ਸਾਲਾਂ ਤੋਂ ਖਾ ਰਹੇ ਸੀਗੇ। ਉਸ ਤੋਂ ਬਾਹਰ ਜਾਣਾ ਬਹੁਤ ਖਤਰਨਾਕ ਹੈ, ਬਹੁਤ ਹੀ ਖਤਰਨਾਕ ਹੈ। ਈਵਨ ਤਾਂ ਹੀ ਅਸੀਂ ਕਹਿੰਦੇ ਲੋਕਲੀ ਪ੍ਰੋਡਿਊਸ ਖਾਣੇ ਖਾਓ, ਕਿਉਂਕਿ ਉਹ ਸੱਭਿਅਤਾ ਦਾ ਹਿੱਸਾ ਨਹੀਂ। ਉਹ ਮੰਨ ਲਓ ਕੋਈ ਵਿਦੇਸ਼ਾਂ ਤੋਂ ਖਾਣਾ ਆ ਗਿਆ ਕੋਈ, ਅਤੇ ਸਾਡੇ ਸਰੀਰ ਨੂੰ ਤਾਂ ਪਤਾ ਹੀ ਨਹੀਂ ਉਹ ਖਾਣਾ ਕਿੱਦਾਂ ਦਾ। ਹਾਂ, ਸੋ ਸਾਨੂੰ ਆਪਣੇ ਆਲੇ ਦੁਆਲੇ ਦੇ ਜੰਗਲਾਂ 'ਚ, ਆਪਣੇ ਦੁਆਲੇ ਦੇ ਖੇਤਾਂ 'ਚ ਜਿਹੜੀ ਚੀਜ਼ਾਂ ਪੈਦਾ ਹੁੰਦੀਆਂ ਨੇ, ਸਾਨੂੰ ਉਹ ਖਾਵਾਂਗੇ ਤਾਂ ਸਭ ਤੋਂ ਵੱਧ ਸੇਫ ਨੇ ਸਾਡੇ ਲਈ, ਸਭ ਤੋਂ ਵੱਧ ਫਾਇਦੇਮੰਦ ਨੇ, ਸਭ ਤੋਂ ਵੱਧ ਸੇਫ ਨੇ। ਸੋ ਲੋਕਲੀ ਪ੍ਰੋਡਿਊਸਡ ਫੂਡਸ, ਕਿਉਂਕਿ ਉਹਦੇ ਅੰਦਰ ਜਿਹੜੇ ਪ੍ਰੋਟੀਨਸ ਹੋਣਗੇ, ਉਹ ਸਾਡੇ ਸਰੀਰ ਨੂੰ ਉਹਦੀ ਪਛਾਣ ਹੈ। ਸਾਡੇ ਸਰੀਰ ਕੋਲ ਉਹਦਾ ਇਕੁਇਪਮੈਂਟ ਵੀ ਹੈ।
ਮੰਨ ਲਓ ਮੇਰਾ ਸਰੀਰ ਦੇ ਅੰਦਰ ਪ੍ਰੋਟੀਨ ਜਾ ਰਹੇ ਆ, ਪ੍ਰੋਟੀਨਸ ਕੀ ਕਰਦੇ ਆ, ਪ੍ਰੋਟੀਨ ਜਦੋਂ ਡਾਈਜੈਸਟ ਹੁੰਦੇ ਆ ਤਾਂ ਪਹਿਲਾਂ ਅਮਾਈਨੋ ਐਸਿਡ ਟੁੱਟਦੇ ਆ, ਉਹ ਅਮਾਈਨੋ ਐਸਿਡ ਟੁੱਟਦੇ ਆ। ਹੁਣ ਮੇਰੇ ਸਿਸਟਮ ਕੋਲੇ ਫੂਡ ਦੇ ਪ੍ਰੋਟੀਨ ਨੂੰ ਤੋੜ ਕੇ ਅਮਾਈਨੋ ਐਸਿਡ ਬਣਾਉਣ ਦੀ ਅੰਦਰ ਟੂਲਸ ਹੈਗੇ ਆ, ਮੈਕੈਨਿਜ਼ਮ ਹੈਗਾ। ਲੇਕਿਨ ਜੇ ਕੋਈ ਹੋਰ ਪ੍ਰੋਟੀਨ ਆ ਗਿਆ ਉਹਨੂੰ ਕਿੱਦਾਂ ਤੋੜਨਾ ਹੈ, ਹੋ ਸਕਦਾ ਮੇਰੇ ਬਾਡੀ ਕੋਲ ਉਹਦਾ ਮੈਕੈਨਿਜ਼ਮ ਹੀ ਨਾ ਹੋਵੇ, ਕੋਈ ਨਵਾਂ ਹੈ। ਮੇਰੀ ਬਾਡੀ ਕੋਲ ਤਾਂ ਮੈਕੈਨਿਜ਼ਮ ਬਣਦਾ ਪਹਿਲਾਂ ਬਾਡੀ ਕੋਸ਼ਿਸ਼ ਕਰਕੇ ਲੱਭੇਗੀ ਵੀ ਕੀ ਹੈ ਉਹਦਾ। ਜਿੱਦਾਂ ਕੋਈ ਨਵਾਂ ਸੌਫਟਵੇਅਰ ਨਹੀਂ ਬਣਾਉਣਾ ਹੁੰਦਾ ਤਾਂ ਉਹ ਤੁਹਾਨੂੰ ਲੱਭਣਾ ਸਾਰਾ ਇੱਕ ਵਾਰੀ ਬਣਿਆ ਹੋਇਆ ਸੌਫਟਵੇਅਰ ਤੁਸੀਂ ਫਿੱਟ ਕਰ ਦਿੰਦੇ ਹੋ। ਤਾਂ ਕੁਦਰਤ ਜੇ ਅਸੀਂ ਉਹੋ ਜਿਹਾ ਫੂਡ ਖਾ ਲਿਆ ਜਿਹੜਾ ਪੁਰਾਣਾ ਹੈ, ਉਹ ਸਾਡੇ ਕੋਲ ਸਿਸਟਮ ਹੈਗਾ, ਉਹਦਾ ਆਨਸਰ ਹੈਗਾ ਬਾਡੀ ਕੋਲੇ, ਇਹਨੂੰ ਮੈਂ ਐਂ ਕਰਕੇ ਤੋੜਨਾ ਆਉਂਦਾ। ਹਰ ਸਟੈਪ ਦੇ ਕੇ ਇੰਜ਼ਾਈਮ ਚਾਹੀਦਾ ਹੁੰਦਾ। ਮਤਲਬ ਫੂਡ ਨੂੰ ਤੋੜਨ ਲਈ, ਪ੍ਰੋਟੀਨ ਨੂੰ ਅਮਾਈਨੋ ਐਸਿਡ ਤੋੜਨ ਲਈ 10 ਸਟੈਪ ਨੇ, 10 ਸਟੈਪ ਦਾ ਇੰਜ਼ਾਈਮ ਅਲੱਗ-ਅਲੱਗ ਹੈ। ਹੁਣ ਹੋ ਸਕਦਾ ਤੁਸੀਂ ਅਜੀਬ ਜਿਹਾ ਪ੍ਰੋਟੀਨ ਕੋਈ ਸਰੀਰ 'ਚ ਵਾੜਤਾ ਜਿਹਨੂੰ ਡੀਲ ਕਰਨ ਦਾ ਤੁਹਾਡੇ ਕੋਲ ਮੈਕੈਨਿਜ਼ਮ ਹੀ ਨਹੀਂ ਹੈ। ਤਾਂ ਉਹ ਕੀ ਪ੍ਰੋਟੀਨ ਕੀ ਕਰੇਗਾ, ਜਦੋਂ ਗਿਆ ਖੂਨ 'ਚੋਂ ਜਾ ਕੇ ਗਲਤ ਲੱਗੇਗਾ ਤੁਹਾਡੇ ਰਿਪਰੋਡਕਟਿਵ ਸੈੱਲ ਬਾਰੇ। ਕੁਦਰਤ ਬਹੁਤ ਹੀ ਪਰਟੀਕੂਲਰ ਹੈ, ਕਿਉਂਕਿ ਕੁਦਰਤ ਜਿਹੜੀ ਹੈ ਉਹ ਪਿਓਰਿਟੀ ਆਫ ਸਪੀਸੀਜ਼ ਪ੍ਰੀਜ਼ਰਵ ਕਰਦੀ ਹੈ, ਤਾਂ ਹੀ ਵੈਰਾਈਟੀ ਬਣੇਗੀ ਨਾ। ਤੁਸੀਂ ਸੋਚ ਕੇ ਦੇਖੋ ਵੀ ਜੇ ਪ੍ਰਜਾਤੀਆਂ ਆਪਸ 'ਚ ਹੀ ਰੀਪਰੋਡਿਊਸ ਕਰੀ ਜਾਂਦੀਆਂ ਹੁੰਦੀਆਂ ਤਾਂ ਕੀ ਬਣਦਾ ਕੁਦਰਤ ਦਾ। ਬਿੱਲੀ ਕੁੱਤੇ ਨਾਲ ਕਰ ਰਹੀ ਹੈ, ਕੁੱਤਾ ਬਿੱਲੀ ਨਾਲ ਕਰ ਰਿਹਾ, ਸ਼ੇਰ ਬੱਕਰੀ ਨਾਲ ਕਰ ਰਿਹਾ, ਕੋਈ ਰਹਿੰਦਾ ਕੋਈ ਹਿਸਾਬ ਕਿਤਾਬ। ਤਾਂ ਕੁਦਰਤ ਕੀ ਕਰਦੀ ਹੈ, ਪਿਓਰਿਟੀ ਆਫ ਸਪੀਸੀਜ਼, ਕਿ ਉਸ ਸਪੀਸੀ ਨਾਲ ਹੀ ਰਿਪਰੋਡਿਊਸ ਕਰੇਗੀ, ਉਸ ਸਪੀਸੀ ਦੇ ਆਪਣੇ ਸੈੱਲ ਰਿਪਰੋਡਿਊਸ ਕਰਨਗੇ। ਅਤੇ ਜੇ ਤੁਸੀਂ ਬਾਹਰਲਾ ਪ੍ਰੋਟੀਨ ਤੁਹਾਡੇ 'ਚ ਆ ਕੇ ਲੱਗ ਗਿਆ ਤਾਂ ਤੁਹਾਡਾ ਤਾਂ ਕੁਝ ਹੋਰ ਹੀ ਬਣ ਜਾਏਗਾ। ਤਾਂ ਕੁਦਰਤ ਬਹੁਤ ਪਰਟੀਕੂਲਰ ਹੁੰਦੀ ਹੈ ਪ੍ਰੋਟੀਨ ਦੇ ਬਾਰੇ। ਸੋ ਇਸ ਕਰਕੇ ਸਾਨੂੰ ਨਾ ਤਾਂ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਖਾਣੀ ਚਾਹੀਦੀ ਹੈ ਅਤੇ ਨਾ ਕੋਈ ਪ੍ਰੋਟੀਨ ਉਹ ਸਾਡੇ ਸਰੀਰ ਜਾਣਾ ਚਾਹੀਦਾ ਜਿਹੜਾ ਕਿ ਅਜੀਬ ਹੋਵੇ, ਜਿਹੜਾ ਕਿ ਨਵਾਂ ਹੋਵੇ, ਜਿਹੜਾ ਕਿ ਮੈਨ ਮੇਡ ਹੋਵੇ, ਜਿਹੜਾ ਕਿ ਸਿੰਥੇਸਾਈਜ਼ ਕੀਤਾ ਗਿਆ ਹੋਵੇ। ਜਿਵੇਂ ਪ੍ਰੋਟੀਨ ਪਾਊਡਰ ਨੇ, ਹੁਣ ਪ੍ਰੋਟੀਨ ਪਾਊਡਰ ਖਵਾਈ ਜਾਂਦੇ ਜਿੰਮ ਵਾਲੇ, ਸ਼ਹਿਰਾਂ ਬੱਚਿਆਂ ਨੂੰ ਬਿਮਾਰ ਕਰ ਰਹੇ ਆ। ਪ੍ਰੋਟੀਨ ਪਾਊਡਰ ਖਾ ਕੇ ਤੁਸੀਂ ਕੀ ਕਰ ਰਹੇ ਹੋ, ਤੁਸੀਂ ਪ੍ਰੋਟੀਨ ਪਾਊਡਰ ਨੂੰ ਨਕਲੀ ਤੌਰ 'ਤੇ ਹਜਮ ਕਰਤਾ। ਹੁਣ ਉਹ ਪ੍ਰੋਟੀਨ ਪਾਊਡਰ ਸਰੀਰ ਨੂੰ ਸਮਝ ਨਹੀਂ ਆਉਣੀ ਵੀ ਇਹ ਮੈਂ ਪ੍ਰੋਟੀਨ ਨੂੰ ਇਹਨੂੰ ਰੋਕਾਂ ਕਿੱਦਾਂ ਅੰਦਰ ਖੂਨ 'ਚ ਜਾਣ ਤੋਂ। ਉਹਨੇ ਜਾ ਕੇ ਰੋਕਣਾ, ਕਿਉਂਕਿ ਬਾਡੀ ਪ੍ਰੋਟੀਨ ਨੂੰ ਰੋਕਦੀ ਹੈ, ਪ੍ਰੋਟੀਨ ਨੂੰ। ਅਤੇ ਉਹ ਦੇਖੋ ਤੁਸੀਂ ਪੀ ਡਾਈਜੈਸਟ ਕਰਤਾ ਉਹਨੂੰ ਕੈਮੀਕਲ ਪਾ ਕੇ ਸਰੀਰ ਨੂੰ ਸਮਝ ਨਹੀਂ ਆਉਣੀ ਵੀ ਰੋਕਣ ਦਾ ਕੋਈ ਤਰੀਕਾ ਹੈ। ਉਹ ਧੱਕ ਦੇ ਕੇ ਖੂਨ 'ਚ ਵੱਜਣਗੇ, ਉਹ ਬੱਚੇ ਬਿਮਾਰ ਹੋ ਰਹੇ ਆ, ਡੈਥ ਹੋ ਰਹੀ ਹੈ ਬੱਚਿਆਂ ਦੇ। ਐਡੀਆਂ ਨੇ ਛਾਤੀਆਂ ਬਣ ਰਹੀਆਂ ਨੇ ਜਿਹੜੀਆਂ ਉਹ ਦੁੱਧ ਆਉਣ ਲੱਗ ਜਾਂਦਾ ਉਹਨਾਂ 'ਚੋਂ। ਹਾਂ, ਜਿਹੜੇ ਜਿੰਮ ਵਾਲੇ ਐਥਲੀਟ ਨੇ ਉਹ ਦੇਖੋਗੇ ਜਨਾਨੀਆਂ ਵਰਗੇ, ਕੁੜੀਆਂ ਵਰਗੇ ਹੋ ਜਾਂਦੇ ਮੁੰਡੇ। ਐਡੀਆਂ ਛਾਤੀਆਂ ਸਾਰੀ ਬਾਡੀ ਸਟਰਕਚਰ ਕੁੜੀਆਂ ਵਰਗਾ ਹੋ ਜਾਂਦਾ। ਮੁੜ ਕੇ ਉਹਦਾ ਦੁੱਧ ਵਰਗਾ ਲਿਕੁਇਡ ਜਾਉਣ ਲੱਗ ਜਾਂਦਾ ਉਹਦੇ 'ਚੋਂ। ਐਡਾ ਸੱਤਿਆਨਾਸ ਮਾਰ ਰਹੇ ਹੈ। ਤਾਂ ਇਸ ਕਰਕੇ ਸਾਨੂੰ ਇਹ ਗੱਲ ਜਿਹੜੀ ਇਸ ਗੱਲ ਤੋਂ ਪ੍ਰੋਟੀਨ ਤੋਂ ਬਹੁਤ ਚੇਤਨ ਰਹਿਣਾ ਚਾਹੀਦਾ। ਅਤੇ ਮੇਰੇ ਖਿਆਲ 'ਚ ਕਾਰਬੋਹਾਈਡਰੇਟ ਦੀ ਤਾਂ ਗੱਲ ਜਿਹੜੀ ਆਪਾਂ ਕਰ ਲਈ ਸੀ ਪਿਛਲੀ ਵਾਰੀ ਆਪਾਂ ਕਾਰਬੋਹਾਈਡਰੇਟ ਦੀ ਨਾਲ ਬੜੀ ਵਿਸਥਾਰ ਨਾਲ ਕੀਤੀ ਹੈ। ਅਤੇ ਮੇਰੇ ਖਿਆਲ 3 ਹੋ ਗਏ ਆਪਾਂ ਮੇਰੇ ਖਿਆਲ ਕੈਲਸ਼ੀਅਮ ਦੀ ਅਤੇ ਪ੍ਰੋਟੀਨ, ਵਾਈਟਾਮਿਨ ਅਤੇ ਮਿਨਰਲ ਦੀ ਸੈਪਰੇਟ ਕਰ ਲਾਂਗੇ। ਮੇਰੇ ਖਿਆਲ ਆਪਾਂ ਲੰਬੀ ਹੋ ਜਾਏਗੀ ਨਹੀਂ ਤਾਂ ਵੀਡੀਓ। ਤਾਂ ਮੇਰੇ ਖਿਆਲ 'ਚ ਆਪਾਂ ਅੱਜ ਫੈਟਸ ਅਤੇ ਪ੍ਰੋਟੀਨ ਦੀ ਗੱਲ ਜਿਹੜੀ ਕੀਤੀ ਹੈ ਉਹਦੇ ਬਾਰੇ ਜਿਹੜੀ ਆਪਾਂ ਨੂੰ ਜਿਹੜੀ ਕੁਛ ਤੱਥ ਨੇ ਜਿਹੜੇ ਕਿ ਆਮ ਲੋਕਾਂ 'ਚ ਨਹੀਂ ਜਾਣੇ ਜਾਂਦੇ, ਇਹ ਤੋਂ ਜਾਣੂ ਕਰਾਇਆ ਆਪਾਂ। ਅਤੇ ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜੇ ਇਹ ਫੈਟਸ ਬਾਰੇ ਅਤੇ ਪ੍ਰੋਟੀਨਸ ਬਾਰੇ ਜਿਹੜੇ ਕੁਛ ਮਿੱਥ ਬਣੇ ਹੋਏ ਆ, ਮੈਡੀਕਲ ਪ੍ਰੋਫੈਸ਼ਨ ਜਿਹੜੀਆਂ ਖੋਜਾਂ ਹੋਈਆਂ ਨੇ, ਉਹ ਉਹਨਾਂ ਨੇ ਇੱਕ ਮਿੱਥ ਬਣਾਏ ਆ, ਡਾਕਟਰਾਂ ਦੇ ਰਾਹੀਂ ਆਏ ਆ ਉਹ। ਇਸ ਕਰਕੇ ਲੋਕ ਉਹਨਾਂ ਨੂੰ ਬੜਾ ਪਵਿੱਤਰ ਸਮਝਦੇ ਆ, ਪਰ ਉਹ ਸਾਰੀਆਂ ਗਲਤ ਪ੍ਰੂਵ ਹੋ ਚੁੱਕੀਆਂ ਨੇ ਕਾਫੀ ਗੱਲਾਂ। ਇਸ ਕਰਕੇ ਉਸ ਜਿਹੜੀ ਨਵਾਂ ਨੌਲੇਜ ਹੈ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ। ਅਤੇ ਉਮੀਦ ਹੈ ਕਿ ਤੁਸੀਂ ਇਹ ਨਵੇਂ ਨੌਲੇਜ ਨੂੰ ਹੋਰ ਖੋਜੋਗੇ ਆਪਣੇ ਪੱਧਰ 'ਤੇ, ਹੋਰ ਰਿਸਰਚ ਕਰੋਗੇ, ਜਾਂ ਜੇ ਨਹੀਂ ਰਿਸਰਚ ਕਰੋਗੇ ਤਾਂ ਆਪਣੇ ਉਸ ਹਿਸਾਬ ਨਾਲ ਆਪਣਾ ਜੀਵਨ ਜਾਂਚ ਢਾਲੋਗੇ, ਤਾਂ ਕਿ ਜਿਹੜਾ ਆਪਣਾ ਫੈਟਸ ਬਾਰੇ ਕੁਛ ਮਿਸ ਇਨਫੋਰਮੇਸ਼ਨ ਹੈ, ਗਲਤ ਗਿਆਨ ਹੈ ਆਪਣੇ ਕੋਲੇ, ਉਹ ਤੋਂ ਬਚੀਏ ਆਪਾਂ। ਔਰ ਜਿਹੜਾ ਪ੍ਰੋਟੀਨਸ ਬਾਰੇ ਗਲਤ ਗਿਆਨ ਹੈ ਉਹ ਤੋਂ ਬਚੀਏ। ਔਰ ਜਿਹੜੇ ਪ੍ਰੋਟੀਨਸ ਬੇਸਡ ਕੁਛ ਜਿਹੜੇ ਸਾਡੇ ਅੰਦਰ ਪਾਏ ਜਾ ਰਹੇ ਆ ਦਵਾਈਆਂ ਦੀ ਸ਼ਕਲ 'ਚ ਜਾਂ ਟੀਕਿਆਂ ਦੀ ਸ਼ਕਲ 'ਚ ਜਾਂ ਪਾਊਡਰਾਂ ਦੀ ਸ਼ਕਲ 'ਚ, ਉਹਦੇ ਤੋਂ ਵੀ ਆਪਾਂ ਬਚਾਂਗੇ, ਤਾਂ ਕਿ ਆਪਾਂ ਜਿਹੜੇ ਆਪਣੇ ਸਾਰੇ ਜਿਹੜੇ ਪਰਿਵਾਰਾਂ ਦੇ ਵਿੱਚ, ਸਮਾਜ ਦੇ ਵਿੱਚ ਜਿਹੜੇ ਸਾਡੇ ਬਹੁਤ ਪਿਆਰੇ ਆ ਸਾਨੂੰ, ਅਸੀਂ ਉਹਨਾਂ ਨੂੰ ਉਹਦੇ ਦੁਰਪ੍ਰਭਾਵਾਂ ਤੋਂ ਬਚਾ ਸਕੀਏ। ਜਾਂਦੇ ਜੇਕਰ ਆਪਾਂ ਉਹ ਗੱਲ ਨਾ ਕੰਪਲੀਟ, ਉਹ ਤਾਂ ਗੱਲ ਕੰਪਲੀਟ ਨਹੀਂ ਹੋਣੀ ਕਿ ਪ੍ਰੋਟੀਨ ਰਿਚ ਫੂਡਸ ਜਿਹੜੇ ਨੇ ਉਹ ਵੀ ਥੋੜ੍ਹੇ ਜਿਹੇ ਦੱਸ ਦਿਓ, ਕਿਉਂਕਿ ਆਪਾਂ ਮਨਾ ਤਾਂ ਕਰਤਾ ਵੀ ਉਹ ਨਹੀਂ ਖਾਣਾ, ਖਾਈਏ ਕੀ? ਪ੍ਰੋਟੀਨ ਰਿਚ ਫੂਡਸ ਤਾਂ ਟ੍ਰੈਡੀਸ਼ਨਲੀ ਰਵਾਇਤੀ ਤਕਰੀਬਨ ਇਹ ਗੱਲ ਲੋਕਾਂ ਦੇ ਗਿਆਨ 'ਚ ਹੈਗੀ ਹੈ ਕਿ ਦਾਲਾਂ ਨੇ ਜਿਹੜੀਆਂ ਪ੍ਰੋਟੀਨ ਰਿਚ ਫੂਡਸ ਨੇ। ਸਪਰਾਊਟਸ ਤਾਂ ਦਾਲਾਂ ਦੇ ਬਣਦੇ ਨਾ, ਦਾਲਾਂ ਹੀ ਨੇ ਨਾ ਉਹ ਤਾਂ। ਸਪਰਾਊਟਸ ਦਾ ਖਾਣ ਦਾ ਤਰੀਕਾ ਹੈ, ਅਸੀਂ ਬਿਲਕੁਲ ਥੋੜ੍ਹਾ ਜਿਹਾ ਖਾਣੇ ਹੁੰਦੇ ਨੇ ਨਾ, ਨਹੀਂ ਕੋਈ ਜ਼ਿਆਦਾ ਹਜਮ ਨਹੀਂ ਹੁੰਦੇ, ਇਸ ਕਰਕੇ ਥੋੜ੍ਹੇ ਖਾਣੇ ਹੁੰਦੇ ਆ। ਉਹਦਾ ਕੋਈ ਨਿਊਟਰੀਐਂਟ ਰਿਚ ਹੁੰਦੇ ਆ ਉਹ।
ਉਹ ਰॉ ਫੂਡ ਜਿਹੜਾ ਹੁੰਦਾ ਇਹ ਨਿਊਟ੍ਰੀਸ਼ਨ ਵਾਈਜ਼ ਬਹੁਤ ਰਿਚ ਹੁੰਦਾ, ਤਾਂ ਉਹ ਦਾਲਾਂ ਦੇ ਹੀ ਬਣਦੇ ਆ ਮੋਸਟਲੀ ਸਪਰਾਊਟਸ। ਕਿਤੇ ਕਿਤੇ ਹੈਗੇ ਆ ਦੂਸਰੇ ਤਿਲਾਂ ਦੇ ਤਿਲ ਜਿਹੜੇ ਨੇ ਆਇਲ ਸੀਡਸ ਨੇ ਉਹਦੇ ਵੀ ਬਣਦੇ ਆ, ਜਿਹੜੀ ਹੈ ਕ੍ਰੂਸੀਫੈਰਸ ਸਪਰਾਊਟਸ ਨੋਨ ਨੇ, ਲੇਕਿਨ ਆਮ ਪਪੂਲਰ ਨਹੀਂ ਹੈ ਬਹੁਤੇ। ਉਹ ਬਹੁਤ ਸਾਰੇ ਦਵਾ ਸਪਰਾਊਟਸ ਨੇ, ਦਵਾਈਆਂ ਦੇ ਬੇਸ ਸਪਰਾਊਟਸ ਨੇ, ਜਿਵੇਂ ਕ੍ਰੂਸੀਫੈਰਸ ਸਪਰਾਊਟਸ ਅਸੀਂ ਕਹਿੰਦੇ ਉਹਨਾਂ ਨੂੰ। ਇਹ 'ਚ ਜਿਹੜੀ ਉਹ ਫੈਮਿਲੀ ਹੈ ਜਿਹਦੇ 4 ਪੱਤੀਆਂ ਵਾਲੀ ਫੈਮਿਲੀ ਹੁੰਦੀ, ਸਰੋਂ ਵਾਲੀ, ਸਰੋਂ ਹੋ ਗਈ, ਸ਼ਲਗਮ ਹੋ ਗਈ, ਬੰਦ ਗੋਭੀ ਹੋ ਗਈ, ਤੁਹਾਡਾ ਹੋ ਗਿਆ ਬਰੋਕਲੀ ਹੋ ਗਈ, ਇਹ ਜਿਹਦੀ 4 ਪੱਤੀਆਂ ਹੁੰਦੀਆਂ ਨੇ, ਉਹਦੇ ਬੀਜਾਂ ਦੀ ਸਪਰਾਊਟ ਜਿਹੜੀ ਹੈ ਉਹ ਬੜੀ ਐਂਟੀ ਕੈਂਸਰ ਹੈ। ਤਾਂ ਉਹ ਲੇਕਿਨ ਟੇਸਟ ਵਾਈਜ਼ ਬਹੁਤ ਅੱਛੀ ਨਹੀਂ ਹੁੰਦੀ, ਇਸ ਕਰਕੇ ਉਹਨੂੰ ਜ਼ਿਆਦਾ ਲੋਕ ਨਹੀਂ ਖਾਂਦੇ, ਲੇਕਿਨ ਉਹਨੂੰ ਪੋਪੂਲਰਾਈਜ਼ ਕੀਤਾ ਜਾ ਸਕਦਾ ਕੈਂਸਰ ਦੀ ਟ੍ਰੀਟਮੈਂਟ ਵਾਸਤੇ। ਤਾਂ ਬਾਕੀ ਤਾਂ ਜਿਹੜੇ ਨੇ ਨਾਨ ਵੈਜ ਫੂਡਸ ਨੇ ਸਾਰੇ, ਜਿਹੜੇ ਤੁਹਾਡੇ ਇਹਦੇ 'ਚੋਂ ਪਲਾਂਟ ਫੂਡ 'ਚੋਂ ਜਿਹੜੇ ਨਟਸ ਨੇ, ਨਟਸ ਦੇ ਅੰਦਰ ਫੈਟ ਰਿਚ ਹੈਗੇ ਨੇ, ਬਦਾਮ ਨੇ, ਕਾਜੂ ਨੇ, ਅਖਰੋਟ ਨੇ, ਇਹ ਤੁਹਾਡੇ ਉਹ ਨੇ ਜਿਹਨੂੰ ਉਹ ਕਹਿੰਦੇ ਆ ਜਿਹੜੇ ਛੋਟੇ ਹੁੰਦੇ ਆ ਲੰਬੇ ਲੰਬੇ ਜੇ, ਕੀ ਕਹਿੰਦੇ ਉਹਨੂੰ, ਨਗੋਜ਼ੇ, ਪੀਜ਼ਾ, ਹਾਂ ਨਗੋਜ਼ੇ, ਹਾਂ ਨਗੋਜ਼ੇ, ਇਹ ਸਾਰੇ ਫੈਟ ਰਿਚ ਨੇ। ਇਹ ਇਹਨਾਂ ਦਾ ਗੁੱਡ ਆਇਲਸ ਹੁੰਦੇ ਆ ਬਹੁਤ ਜ਼ਿਆਦਾ, ਲੇਕਿਨ ਇਹਦੀ ਮਾਤਰਾ ਸੀਮਤ ਖਾਣੀ ਚਾਹੀਦੀ ਹੈ। ਇਹ ਵਾਲੇ ਜਿਹੜੇ ਖਾਣੇ ਕਿੰਨੇ ਹੁੰਦੇ ਆ, ਤੁਹਾਡੇ ਭਾਰ ਦਾ 0.5%, ਯਾਨੀ ਕਿ 70 ਕਿਲੋ ਦੇ ਹੋ ਤਾਂ 35 ਗ੍ਰਾਮ, ਜਿਹਦੇ 70 ਕਿਲੋ ਹੁੰਦੇ ਆ ਤਾਂ 70 ਗ੍ਰਾਮ 1% ਹੋ ਗਿਆ, ਹਾਫ 35 ਗ੍ਰਾਮ, ਲਗਭਗ 30-35 ਗ੍ਰਾਮ ਤੋਂ ਵੱਧ ਜਿਹੜੇ ਨੇ ਡਰਾਈ ਫਰੂਟਸ ਖਾਣ ਦੀ ਲੋੜ ਨਹੀਂ ਹੁੰਦੀ, ਜ਼ਿਆਦਾ ਹੋ ਜਾਣਗੇ। ਅਤੇ ਬਾਕੀ ਤਾਂ ਜਿਹੜੇ ਤੁਹਾਡੇ ਮਿਲਕ ਹੈ ਬੇਸਿਕਲੀ ਫੈਟ ਰਿਚ ਫੂਡ ਅਤੇ ਪ੍ਰੋਟੀਨ ਰਿਚ ਫੂਡ, ਦੋਨੋਂ ਪ੍ਰੋਟੀਨ ਵੀ ਰਿਚ ਹੈ ਅਤੇ ਫੈਟ ਵੀ ਰਿਚ ਹੈ। ਅਤੇ ਤੁਹਾਡੇ ਜਿਹੜੇ ਬਾਕੀ ਉਹਦੇ ਤੇਲਸ ਨੇ, ਆਇਲਸ ਨੇ, ਫੈਟ ਰਿਚ ਨੇ। ਪ੍ਰੋਟੀਨਸ ਵਾਸਤੇ ਅੰਡਾ ਹੈ, ਮੀਟ ਹੈ, ਮੱਛੀ ਹੈ, ਇਹ ਪ੍ਰੋਟੀਨ ਫੈਟ ਇਹਨਾਂ ਦੀ ਡੈਫੀਸ਼ੀਐਂਸੀ ਜਦੋਂ ਹੁੰਦੀ ਹੈ ਇਹ ਬਿਮਾਰੀਆਂ ਵੀ ਦਿੰਦੀ ਹੈ। ਹਾਂ ਬਿਲਕੁਲ, ਡੈਫੀਸ਼ੀਐਂਸੀ ਦੀਆਂ ਬਿਮਾਰੀਆਂ ਸਪੈਸੀਫਿਕ ਹੁੰਦੀਆਂ ਨੇ, ਪਰ ਅੱਜ ਕੱਲ੍ਹ ਇਹ ਆਮ ਤੌਰ 'ਤੇ ਉਦੋਂ ਹੁੰਦੀਆਂ ਨੇ, ਬਾਅਦ 'ਚ ਇਹ ਅਸਲ ਵਿੱਚ ਨਾ ਪਹਿਲਾਂ ਜਦੋਂ ਮੈਂ MD ਕੀਤੀ ਪੀਡੀਆਟ੍ਰਿਕਸ ਦੀ, ਤਾਂ ਅਸੀਂ ਉਹਨੂੰ ਡਿਵਾਈਡ ਕਰਦੇ ਸੀ ਪ੍ਰੋਟੀਨ ਡੈਫੀਸ਼ੀਐਂਸੀ ਅਤੇ ਪ੍ਰੋਟੀਨ ਐਨਰਜੀ ਡੈਫੀਸ਼ੀਐਂਸੀ। ਉਹਦੇ 'ਚ ਕੁਐਸ਼ਰਕੌਰ ਹੁੰਦਾ ਸੀਗਾ ਬਿਮਾਰੀ, ਉਹ ਪ੍ਰੋਟੀਨ ਸਮਝੀ ਜਾਂਦੀ ਸੀ, ਅਤੇ ਮਰਾਸਮਸ ਜਿਹੜੀ ਚੋਕੜਾ ਸੀਗਾ ਉਹਨੂੰ ਸਮਝਦੇ ਸੀ ਵੀ ਇਹ ਟੋਟਲ ਫੂਡ ਦੀ। ਲੇਕਿਨ ਬਾਅਦ 'ਚ ਹੌਲੀ ਹੌਲੀ ਸਾਨੂੰ ਸਮਝ ਆਈ ਕਿ ਵੀ ਅਸਲੀ ਇਹ ਬਿਮਾਰੀਆਂ ਉੱਥੇ ਹੁੰਦੀਆਂ ਨੇ ਜਿੱਥੇ ਕਿ ਫੂਡ ਦੀ ਸ਼ਾਰਟੇਜ ਹੁੰਦੀ ਹੈ, ਸਟਾਰਵੇਸ਼ਨ ਦੀਆਂ ਬਿਮਾਰੀਆਂ ਨੇ, ਬੇਸਿਕਲੀ ਬਹੁਤ ਐਕਸਟ੍ਰੀਮ ਗਰੀਬੀ ਦੀਆਂ ਬਿਮਾਰੀਆਂ ਨੇ। ਅਤੇ ਜਿੱਥੇ ਕਿਤੇ ਐਕਸਟ੍ਰੀਮ ਗਰੀਬੀ ਨਹੀਂ ਹੈ ਉੱਥੇ ਇੱਦਾਂ ਦੀਆਂ ਬਿਮਾਰੀਆਂ ਪਿਓਰ ਨਹੀਂ ਹੁੰਦੀਆਂ। ਉਹ ਡੈਫੀਸ਼ੀਐਂਸੀਜ਼ ਜਿਹੜੀਆਂ ਹੈਗੀਆਂ ਨਾ ਬਿਮਾਰੀਆਂ ਤਾਂ ਨੋਨ ਨੇ, ਫੈਟ ਘੱਟ ਹੋਏਗਾ ਤਾਂ ਕੀ ਬਿਮਾਰੀ ਹੋਏਗੀ, ਪ੍ਰੋਟੀਨਸ ਘੱਟ ਹੋਏਗਾ ਤਾਂ ਕੀ ਬਿਮਾਰੀ ਹੋਊਗੀ, ਲੇਕਿਨ ਆਮ ਤੌਰ 'ਤੇ ਇਹ ਨਹੀਂ ਹੁੰਦੀਆਂ। ਵਾਈਟਮਿਨਸ ਮਿਨਰਲਸ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਉਹ ਜ਼ਿਆਦਾ ਡੈਫੀਸ਼ੀਐਂਟ ਹੁੰਦੀਆਂ, ਕਿ ਉਹ ਅੱਜ ਵੀ ਸਾਡੇ ਕਲਚਰ ਦੇ ਵਿੱਚ ਉਹ ਫੂਡਸ ਘੱਟ ਖਾਣ ਦੀ ਰਿਵਾਜ ਹੈ, ਸਬਜ਼ੀਆਂ ਜ਼ਿਆਦਾ ਨਹੀਂ ਖਾਣੀਆਂ, ਫਰੂਟਸ ਨਹੀਂ ਜ਼ਿਆਦਾ ਖਾਣੇ। ਅਤੇ ਉਹਦੀ ਜਿਹੜੀ ਉਹ ਆਪਾਂ ਗੱਲ ਜਿਹੜੀ ਅਗਲੇ ਐਪੀਸੋਡ 'ਚ ਕਰ ਲਾਂਗੇ। ਤੋ ਮੇਰੇ ਖਿਆਲ 'ਚ ਫੈਟਸ ਅਤੇ ਪ੍ਰੋਟੀਨ ਦੀ ਜਿਹੜੀ ਇੰਨੀ ਗੱਲ ਬਹੁਤ ਹੈ। ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਵਿਸਥਾਰ ਦੇ ਨਾਲ ਜਾਣਕਾਰੀ ਦਿੱਤੀ ਹੈ, ਅਤੇ ਜਿਹੜੇ ਪਾਰਟ ਰਹਿ ਜਾਣਗੇ ਉਹ ਦਰਸ਼ਕਾਂ ਨਾਲ ਵਾਅਦਾ ਹੈ ਕਿ ਆਪਾਂ ਅਗਲੇ ਪਾਰਟ ਦੇ ਵਿੱਚ ਉਸ ਚੀਜ਼ ਨੂੰ ਜ਼ਰੂਰ ਚੱਕਾਂਗੇ। ਬਹੁਤ ਬਹੁਤ ਧੰਨਵਾਦ ਜੀ। ਸੋ ਸਨ ਡਾਕਟਰ ਅਮਰ ਸਿੰਘ ਆਜ਼ਾਦ, ਆਪਣਾ ਡਾਕਟਰ ਆਪ ਬਣੋ, ਲੜੀਵਾਰ 19, ਬੀ ਯੋਰ ਓਨ ਡਾਕਟਰ, ਐਪੀਸੋਡ ਨੰਬਰ 19। ਤੁਸੀਂ ਇਹਦੇ ਵਿੱਚ ਅੱਜ ਮਿਨਰਲਸ, ਪ੍ਰੋਟੀਨ, ਕਾਰਬੋਹਾਈਡਰੇਟਸ ਅਤੇ ਫੈਟਸ ਦੇ ਸੰਬੰਧੀ ਵਿਸਥਾਰ ਦੇ ਨਾਲ ਜਾਣਕਾਰੀ ਦਿੱਤੀ। ਜਿਹੜੇ ਮਿੱਥਾਂ ਨੇ ਵੀ ਆਹ ਚੀਜ਼ਾਂ ਸਾਨੂੰ ਬਹੁਤ ਵਧੀਆ ਨੇ, ਇਹਦੇ ਵਿੱਚੋਂ ਸਾਨੂੰ ਆ ਕੇ ਪ੍ਰੋਟੀਨ ਮਿਲੇਗਾ, ਆਹ ਚੀਜ਼ਾਂ ਸਾਨੂੰ ਬਹੁਤ ਵਧੀਆ ਨੇ, ਇਹਦੇ ਵਿੱਚੋਂ ਸਾਨੂੰ ਫੈਟ ਮਿਲੇਗਾ, ਆਹ ਚੀਜ਼ਾਂ ਸਾਨੂੰ ਲਵਾਂਗੇ ਅਤੇ ਸਾਡੇ ਅੰਦਰ ਕੋਲੈਸਟਰੋਲ ਦਾ ਵਾਧਾ ਹੋ ਜਾਏਗਾ, ਆਹ ਸਾਨੂੰ ਖਰਾਬ ਕਰਨਗੀਆਂ, ਆਹ ਸਾਨੂੰ ਫਾਇਦਾ ਦੇਣਗੀਆਂ। ਅੱਜ ਉਹ ਮਿੱਥ ਤੋੜੀ ਹੈ। ਕਿਸ ਤਰੀਕੇ ਦੇ ਨਾਲ ਬੋਡੀ ਜਿਹੜੀ ਆ ਉਹ ਅੰਦਰ ਦੀ ਸਾਇੰਸ ਕੀ ਹੈ, ਅਤੇ ਜਿਹੜੀ ਲੈਬ ਦੇ ਵਿੱਚ ਬਣੀ ਸਾਇੰਸ ਹੈ ਉਹ ਸਾਨੂੰ ਕਿਸ ਤਰ੍ਹਾਂ ਖਰਾਬ ਕਰ ਰਹੀ ਹੈ। ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਕਿ ਬਿਮਾਰੀਆਂ ਦਾ ਕਾਰਨ ਬਣ ਰਹੀਆਂ ਨੇ। ਜਿਸ ਤਰ੍ਹਾਂ ਡਾਕਟਰ ਅਮਰ ਸਿੰਘ ਆਜ਼ਾਦ ਨੇ ਅੱਜ ਦੱਸਿਆ ਕਿ ਲੈਬ ਦਾ ਪ੍ਰੋਟੀਨ ਜਿਹੜਾ ਬਣ ਕੇ ਆ ਰਿਹਾ ਉਹ ਪ੍ਰੀ ਡਾਈਜੈਸਟਿਡ, ਯਾਨੀ ਪਹਿਲਾਂ ਹੀ ਹਜਮ ਹੋਇਆ ਉਹਦਾ ਜਿਹੜਾ ਪ੍ਰੋਸੈਸ ਹੈ ਉਹ ਹਜਮ ਹੋਣਾ ਸਿੱਧਾ ਖੂਨ 'ਚ ਜਾਂਦਾ ਅਤੇ ਨੁਕਸਾਨ ਕਰਦਾ। ਹਾਰਟ ਅਟੈਕ ਵੀ ਹੋ ਰਹੇ ਨੇ। ਬਹੁਤ ਸਾਰੇ ਸੈਲੀਬ੍ਰਿਟੀਜ਼ ਜਿਹੜੇ ਈਵਨ ਦੈਨ ਕਿ ਜਿਹੜੇ ਬੋਡੀ ਬਿਲਡਰਸ ਨੇ ਉਹਨਾਂ ਦੀਆਂ ਵੀ ਜਿਹੜੀਆਂ ਮੌਤਾਂ ਹੋ ਰਹੀਆਂ ਨੇ, ਉਹ ਸਿਰਫ ਐਕਸੈਸਿਵ ਇਸ ਤਰ੍ਹਾਂ ਦਾ ਲੈਬ ਦਾ ਬਣਿਆ ਹੋਇਆ ਪ੍ਰੋਟੀਨ ਖਾ ਕੇ ਹੀ ਇਹ ਸਾਰਾ ਕੁਝ ਹੋ ਰਿਹਾ। ਬਹੁਤ ਸਾਰੇ ਜਾਣਕਾਰੀਆਂ ਹਾਲੇ ਹੋਰ ਨੇ, ਸੋ ਇੰਤਜ਼ਾਰ ਕਰੋ ਐਪੀਸੋਡ ਨੰਬਰ 20 ਦਾ। ਉਹਦੇ ਵਿੱਚ ਅਸੀਂ ਅੱਗੇ ਇਸੇ ਗੱਲਬਾਤ ਨੂੰ ਅੱਗੇ ਵਧਾਵਾਂਗੇ। ਉਮੀਦ ਕਰਦੇ ਹਾਂ ਕਿ ਇਹ ਗੱਲਬਾਤ ਤੁਹਾਨੂੰ, ਜਿੱਥੇ ਤੱਕ ਇਹ ਜਾਣਕਾਰੀ ਦਿੱਤੀ ਹੈ, ਇਹ ਤੁਹਾਨੂੰ ਪਸੰਦ ਆਈ ਹੋਵੇਗੀ। ਜੇ ਪਸੰਦ ਆਈ ਹੈ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਕਿਉਂਕਿ ਇਹ ਜਾਣਕਾਰੀਆਂ ਉਹ ਨੇ ਜਿਹੜੀਆਂ ਕਿ
ਕਿਸੇ ਵੀ ਸਕੂਲ ਕਾਲਜ ਜਾਂ ਕਿਸੇ ਵੀ ਜਗ੍ਹਾ ਤੇ ਪੜ੍ਹਾਈਆਂ ਨਹੀਂ ਜਾਣਗੀਆਂ, ਪਰ ਜ਼ਰੂਰੀ ਬਹੁਤ ਨੇ। ਸਾਡੀ ਦਿਨਚਰਿਆ ਦੇ ਵਿੱਚ ਸਾਡੀ ਜੀਵਨ ਜਾਂਚ ਜਿਹੜੀ ਹੈ ਸਿਖਾਉਂਦੀਆਂ ਨੇ, ਕਿਉਂਕਿ ਇੱਥੋਂ ਹੀ ਇਹੀ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਜੇਕਰ ਅਸੀਂ ਠੀਕ ਕਰ ਲੈਂਦੇ ਹਾਂ ਤਾਂ ਅਸੀਂ ਬਿਮਾਰੀਆਂ ਤੋਂ ਬਚ ਸਕਦੇ ਹਾਂ, ਤੰਦਰੁਸਤੀ ਵੱਲ ਅੱਗੇ ਵੱਧ ਸਕਦੇ ਹਾਂ। ਇਹੀ ਉਹ ਚੀਜ਼ਾਂ ਨੇ ਜੇਕਰ ਅਸੀਂ ਬਿਮਾਰ ਵੀ ਹੈਗੇ ਹਾਂ ਤਾਂ ਸਾਨੂੰ ਬਿਮਾਰੀ ਦੇ ਵਿੱਚੋਂ ਵੀ ਬਾਹਰ ਕੱਢਣ ਦੇ ਵਿੱਚ ਸਹਾਈ ਹੁੰਦੀਆਂ ਨੇ। ਜੇ ਇਸ ਨੂੰ ਸ਼ੇਅਰ ਕਰਦੇ ਹੋ ਤੇ ਕੁਝ ਲੋਕਾਂ ਨੂੰ ਵੀ ਇਸ ਦਾ ਫਾਇਦਾ ਹੁੰਦਾ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਕਾਮਯਾਬ ਰਿਹਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦੇ ਇਜਾਜ਼ਤ। ਧੰਨਵਾਦ।